ਦੁੱਖ ਪ੍ਰਦੇਸ਼ਾਂ ਦੇ ਪ੍ਰੋਗਰਾਮ ਤਹਿਤ ਅਸੀਂ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਤੁਹਾਡੇ ਨਾਲ ਤੇ ਅੱਜ ਸਾਡੇ ਨਾਲ ਇੱਕ ਵਾਰ ਫਿਰ ਤੋਂ ਇੱਕ ਹੋਰ ਦੁਖੀ ਆਤਮਾ ਆਪਣੇ ਦਿਲ ਦਾ ਹਾਲ ਬਿਆਨ ਕਰਨਗੇ। ਪ੍ਰੋਗਰਾਮ ਦਾ ਨਾਮ ਅਸੀਂ ਵੈਸੇ ਹੀ ਪ੍ਰਾਈਮ ਫੋਕਸ ਰੱਖਿਆ। ਇਹ ਨਾ ਤੁਸੀਂ ਸਮਝੋ ਵੀ ਯਾਰ ਅੱਜ ਮੈਂ ਕੋਈ ਹੋਰ ਨਵਾਂ ਪ੍ਰੋਗਰਾਮ ਲੈ ਕੇ ਆ ਗਿਆ, ਇੱਦਾਂ ਦੀ ਗੱਲ ਕੋਈ ਨਹੀਂ। ਟਾਈਮ ਉਹੀ, ਬੰਦੇ ਉਹੀ। ਆਹ ਦੁੱਖ ਪ੍ਰਦੇਸ਼ਾਂ ਦੇ ਪ੍ਰੋਗਰਾਮ ਅਸੀਂ ਤਾਂ ਕੀਤਾ, ਇਹਦਾ ਨਾਂ ਵੀ ਬੰਦਾ ਪ੍ਰਦੇਸ਼ ਆ ਕੇ ਜਦੋਂ ਪ੍ਰਦੇਸੀ ਹੋ ਜਾਂਦਾ ਅਤੇ ਫਿਰ ਉਹਨੂੰ ਫੜਨਾ ਕਿਸੇ ਵੇਲੇ ਟੈਕਨੀਕ ਦਾ ਕੰਮ ਹੁੰਦਾ। ਇਸੇ ਤਰ੍ਹਾਂ ਦੀ ਤਕਨੀਕ ਅੱਜ ਅਸੀਂ ਫੇਰ ਲਾਈ ਆ। ਪਰਮਵੀਰ ਬਾਠ ਹੋਰਾਂ ਤੱਕ ਕੀ ਹਾਲ ਨੇ ਬਾਠ ਸਾਹਿਬ? ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ ਸੰਧਾਲੀਆ ਸਾਹਿਬ। ਦੇਖੋ, ਘਰ ਦੇ ਵਿੱਚ ਜੀਆਂ ਨੇ ਨਾ ਕੰਮ ਵੰਡੇ ਹੁੰਦੇ ਆ ਕਿ ਇੱਕ ਜੀ ਦਾ ਕੰਮ ਹੁੰਦਾ ਕਿ ਉਹਨੇ ਘਰ ਦਾ ਆਰ ਪਾਰ ਸਾਰਾ ਕੁਝ ਦੇਖਣਾ। ਦੂਜਾ ਤੁਹਾਡੇ ਵਰਗਾ ਘਰ ਦਾ ਜੀ ਹੁੰਦਾ ਵੀ ਜਿਹਨੇ ਪੈਸਾ ਟਕਾ ਕਮਾ ਕੇ ਲਿਆਉਣਾ, ਤੁਹਾਨੂੰ ਫੜਾਉਣਾ, ਜਦੋਂ ਖਰਚ ਕਰਨਾ ਤੁਹਾਡੇ ਕੋਲ ਹੀ ਹੱਥ ਅੱਡਣਿਆ ਜੀ 10 ਰੁਪਈਏ ਦੇ ਦਿਓ, $20 ਦੇ ਦਿਓ। ਮੇਰੇ ਵਰਗੇ ਦਾ ਕੰਮ ਕਰ ਤੁਸੀਂ ਰੱਖਿਆ ਹੁੰਦਾ ਕਿ ਭਾਈ ਉੱਥੇ ਜਾਇਆ, ਉਹ ਚੱਕ ਕੇ ਫੀਡ ਦੀ ਬੋਰੀ ਲੈ ਆ, ਖਾਦ ਦੀ ਬੋਰੀ ਲੈ ਆ, ਉਹਨੂੰ ਆਹ ਚੀਜ਼ ਪਾਇਆ ਤੇ ਆਪਾਂ ਫਿਰ ਵੇਖੋ ਇੱਦਾਂ ਨਹੀਂ। ਇੱਕ ਬੰਦਾ ਤੁਹਾਡੇ ਵਰਗਾ ਵਿਹਲਾ ਪੱਕਾ ਰੱਖਿਆ ਉਹਦਾ ਕੰਮ ਦਾ ਰਿਸ਼ਤੇਦਾਰੀ 'ਚ ਜਿੰਨੇ ਭੋਗ ਆ, ਸ਼ਗਨ ਆ, ਕਿਸੇ ਦੇ ਕੋਈ ਇੱਧਰ ਉੱਧਰ ਜਾਣ ਵਾਲਾ ਕੰਮ ਹੈ, ਉਹਦਾ ਪੱਕਾ ਕੰਮ ਹੁੰਦਾ ਵੀ ਤੂੰ ਟਾਈਮ ਨਾਲ ਬੱਸ ਦੀ ਟਿਕਟ ਲੈ ਲੈਣੀ। ਚਲੋ ਇਹ ਵੀ ਜ਼ਰੂਰੀ ਹੁੰਦਾ ਕਿਉਂਕਿ ਕਈਆਂ ਥਾਵਾਂ ਦੇ ਉੱਪਰ ਪਹੁੰਚਣਾ ਵੀ ਜ਼ਰੂਰੀ ਹੈ। ਦੇਖੋ ਜੀ, ਤੇ ਸਾਰਿਆਂ ਕੋਲੋਂ ਜਾਇਆ ਵੀ ਨਹੀਂ ਜਾਂਦਾ। ਸੋ ਮੈਂ ਵੀ ਇਹ TV ਦੇ ਮਾਧਿਅਮ ਰਾਹੀਂ ਉਹਨਾਂ ਨੂੰ ਨਾਲੇ ਤੇ ਸ਼ੁਭ ਕਾਮਨਾਵਾਂ ਜਿੱਥੇ ਗਏ ਨੇ ਬਾਠ ਸਾਹਿਬ, ਅਤੇ ਨਾਲੇ ਮੇਰੇ ਵੱਲੋਂ ਮਾਫੀ ਸ਼ਾਇਦ ਬਾਠ ਸਾਹਿਬ ਨੇ ਵੀ ਮੰਗੀ ਲਈ ਹੋਵੇ। ਨਹੀਂ ਸੰਧਾਲੀਆ ਸਾਹਿਬ, ਇਹ ਗੱਲ ਤੁਹਾਡੀ ਠੀਕ ਹੈ। ਮੈਂ ਮਾਫੀ ਤੁਹਾਡੇ ਵੱਲੋਂ ਉਹਨਾਂ ਨੂੰ ਮੰਗ ਹਟਿਆ। ਬਾਕੀ ਅੱਜ ਕੱਲ੍ਹ ਕੈਨੇਡਾ ਦੇ ਵਿੱਚ ਘਰ ਲੈਣਾ ਹੀ ਸਭ ਤੋਂ ਔਖਾ ਆ, ਅਤੇ ਇੱਦਾਂ ਦੇ ਬਹੁਤ ਸਾਰੇ ਕੰਮ ਕਾਰ ਨੇ। ਜਦੋਂ ਫਿਰ ਕੋਈ ਸੱਜਣ ਮਿੱਤਰ ਇੱਦਾਂ ਦਾ ਕੰਮ ਕਾਰ ਕਰਦਾ, ਫਿਰ ਬੰਦੇ ਨੂੰ ਉੱਥੇ ਜਾਣਾ ਵੀ ਚਾਹੀਦਾ, ਜਾ ਕੇ ਖੁਸ਼ੀਆਂ 'ਚ ਸ਼ਰੀਕ ਹੋਣਾ ਚਾਹੀਦਾ। ਮੈਂ ਉਹਨਾਂ ਨੂੰ ਕਿਹਾ ਸੀ, ਮੈਂ ਕਿਹਾ ਸੰਧਾਲੀਆ ਸਾਹਿਬ ਦਾ ਪੰਚ ਭੂਤਕ ਸਰੀਰ ਹੈ ਨਹੀਂ ਗਾ ਨਾਲ, ਇੱਥੇ ਉਹ ਉੱਥੇ ਆ, ਪਰ ਉਹ ਹੈਗੇ ਸਮਝੋ ਕਿ ਨਾਲ ਹੀ ਆ। ਹਾਂ, ਉਹਨਾਂ ਨੂੰ ਹਰ ਵੇਲੇ ਮਤਲਬ ਨਾਲ ਹੀ ਸਮਝਣਾ, ਨਾਲ ਹੀ ਸਮਝਣਾ। ਇੱਕ ਗੱਲ ਬਾਠ ਸਾਹਿਬ ਮੈਂ ਸਮਝਿਆ ਨਹੀਂ ਵੀ ਆਮ ਤੌਰ 'ਤੇ ਜਿੱਦਾਂ ਹੁਣ ਪਿੰਡਾਂ 'ਚ ਨਾ ਡੱਗੀ ਵਾਲੇ ਆਉਂਦੇ ਹੁੰਦੇ ਆਪਣੇ, ਅਤੇ ਬੀਬੀਆਂ ਗੱਲਾਂ ਕਰਦੇ, ਪੁੱਤ ਗਰਮੀਆਂ ਦੇ ਹਿਸਾਬ ਨਾਲ ਕੋਈ ਨਿੱਕੀ ਬੂਟੀ ਵਾਲਾ ਕੋਈ ਸੂਟ ਵਿਖਾ। ਇਹ ਨਿੱਕੀ ਬੂਟੀ ਵਾਲਾ ਸੂਟ ਤੇ ਚਲੋ ਹੈਗਾ, ਪਰ ਅੱਜ ਬੜੀ ਨਿੱਕੀ ਬੂਟੀ ਵਾਲੀ ਟਾਈ ਲਾਈ, ਇਹ ਕਿੱਥੋਂ ਵੱਜ ਗਈ ਅੱਜ? ਦੇਖੋ, ਵੱਜੀ ਨਹੀਂ, ਇਹਨੂੰ ਮੰਗਵੀਂ ਕਹਿੰਦੇ ਆ। ਵੱਜੀ ਤਾਂ ਹੁੰਦੀ ਹੈ, ਵੱਜੀ ਤਾਂ ਹੁੰਦੀ ਹੈ ਜੇ ਨਾਲ ਹੀ ਦੇ ਦੇਣ। ਅੱਛਾ, ਪੱਕੀ ਇਹ ਦੇ ਕੈਲਗਰੀ ਵਾਲੇ ਪੱਕੀ ਨਹੀਂ ਦਿੰਦੇ ਟਾਈ, ਇਹ ਗੱਲ ਪੱਕੀ ਆ। ਇਹਨਾਂ ਤੋਂ ਜਿੰਨਾ ਮਰਜ਼ੀ ਚੱਲਦੇ ਪ੍ਰੋਗਰਾਮਾਂ 'ਚ ਕਹਿ ਲਓ ਕਿ ਭਾਈ ਕੋਟ ਦੇ ਦਿਓ, ਠੀਕ ਹੀ ਆ, ਬਾਹਾਂ ਵੱਡੀਆਂ ਕਰਾ ਲਵਾਂਗੇ, ਖੁੱਲੀਆਂ ਆ, ਟੈਟ ਕਰਾ ਲਵਾਂਗੇ, ਟੈਟ ਆ ਖੁੱਲੀਆਂ ਕਰਾ ਲਵਾਂਗੇ, ਬਾਹਾਂ ਨਾ। ਇਹ ਵੀ ਕਹਿੰਦੇ ਕੰਨੀ ਘੇਸਲ ਜਾਂ ਮਾਰੇਗੇ ਤਾਂ ਤੀਜੇ ਦਿਨ ਤੁਰੇ ਰਹਿੰਦੇ। ਸਾਡੇ ਤਾਂ ਕੋਟ ਇਹਨਾਂ ਨੇ 15 ਦਿਨ ਮੁਕਾ ਦੇਣੇ ਆ। ਇਸ ਕਰਕੇ ਚਾਹੇ ਟਾਈ ਹੋਵੇ, ਚਾਹੇ ਰੁਮਾਲ ਹੋਵੇ, ਚਾਹੇ ਆ ਹੈੱਡਫੋਨ ਹੀ ਹੋਣ, ਇਹ ਬੰਦੇ ਨਾਲ ਹੀ ਬੂਹੇ 'ਚ ਖੜੇ ਹੁੰਦੇ ਪ੍ਰੋਗਰਾਮ ਮੁਕਾ ਕੇ ਪਹਿਲਾਂ ਸਮਾਨ ਪੂਰਾ ਕਰੋ ਵੀ। ਨਹੀਂ ਫਿਰ ਉਹ ਤੇ ਆਪਣੀ ਥਾਂ ਤੇ ਆਪਣੇ ਅਸੂਲਾਂ ਦੇ ਪੱਕੇ ਆ, ਫਿਰ ਬੇਸ਼ਰਮੀ ਤੇ ਆਪਣੀ ਹੈ ਜਿਹੜੇ ਵਾਰ-ਵਾਰ ਮੰਗਣ ਬਹਿ ਜਾਂਦੇ। ਪਰ ਚਲੋ ਕੋਈ ਗੱਲ ਨਹੀਂ, ਹੁਣ ਤੇ ਕੋਈ ਬਹੁਤਾ ਫਰਕ ਨਹੀਂ। ਤੇ ਗੱਲ ਇਹ ਆ ਵੀ ਆਪਾਂ ਹੁਣ ਕੋਈ ਖਬਰਾਂ ਵਾਲੇ ਪਾਸੇ ਵੀ ਮੋੜਾ ਕੱਟ ਲਈਏ, ਨਾ ਹੋਵੇ ਆਪਾਂ ਆਪਣੀਆਂ ਗੱਲਾਂ ਕਰੀ ਜਾਈਏ ਤੇ ਮੁੜ ਕੇ ਪਰਿਵਾਰ ਦੇ ਮੈਂਬਰ ਕਿਸੇ ਵੇਲੇ ਗੁੱਸਾ ਕਰ ਦਿੰਦੇ ਵੀ ਯਾਰ ਚੱਕਰ ਇਹ ਆ ਵੀ ਤੁਹਾਨੂੰ ਪੈਸੇ ਆਪਣੀਆਂ ਗੱਲਾਂ ਕਰਨ ਦੇ ਮਿਲਦੇ ਹੈਗੇ, ਕੋਈ ਖਬਰਾਂ ਸੁਣਾਉਣ ਦੇ ਮਿਲਦੇ ਨਹੀਂ। ਸੰਧਾਲੀਆ ਸਾਹਿਬ, ਖਬਰਾਂ ਤਾਂ ਅੱਜ ਸੁਣਾਉਣੀਆਂ ਹੀ ਆ। ਦੇਖੋ, ਮੈਂ ਇਹ ਕਹਿੰਦਾ ਕਿ ਹਿਸਾਬ ਕਿਤਾਬ ਸਾਰਿਆਂ ਨੂੰ ਕਰਨਾ ਆਉਣਾ ਚਾਹੀਦਾ, ਸਿੱਖਣਾ ਚਾਹੀਦਾ, ਹਾਜ਼ਰੀਆਂ ਹੂਜ਼ਰੀਆਂ ਲਾਉਣੀਆਂ ਐਨ ਚੰਗੇ ਤਰੀਕੇ। ਤੁਸੀਂ ਦੇਖੋ ਕਈ ਵਾਰੀ ਬੰਦੇ ਨੂੰ ਐਂ ਤਾਂ ਲੱਗਦਾ ਨਾ ਆਪਣਾ ਕੰਮ ਸੂਤ ਆ, ਆਪਾਂ ਤਾਂ ਆਹ ਕੰਮ ਕਰਦੇ ਹਾਂ, ਸਾਨੂੰ ਨਹੀਂ ਲੋੜ, ਆਪਾਂ ਨੂੰ ਕੀ ਲੋੜ ਹੈ। ਹਰ ਕੰਮ ਦੇ ਵਿੱਚ ਹੱਥ ਅਜ਼ਮਾ ਕੇ ਦੇਖਣਾ ਚਾਹੀਦਾ। ਤੁਸੀਂ ਨੇੜੇ ਹੀ ਲੈ ਲਓ, ਦਲੇਰ ਮਹਿੰਦੀ ਹੋਰੀ ਤੁਹਾਨੂੰ ਐਂ ਕੰਮ ਚੱਲਦਾ ਹੁੰਦਾ, ਐਂ ਹੋ ਗਈ ਆ, ਬੱਲੇ ਬੱਲੇ ਚੱਲਦਾ ਹੁੰਦਾ ਸੀ ਕੰਮ। ਅੱਜ ਕੱਲ੍ਹ ਕਹਿੰਦੇ ਪਟਿਆਲੇ ਦੀ ਜੇਲ੍ਹ ਦੇ ਵਿੱਚ ਪੁੱਜੇ, ਬਾਅਦ 'ਚ ਨਾਲ ਹੀ ਅਗਲੇ ਫਿਰ ਆ ਗਏ ਸਰੀਏ ਜਿਹੜੇ ਲੱਗੇ ਹੁੰਦੇ ਬੈਰਕ ਦੇ ਵਿੱਚ, ਉੱਥੇ ਡੰਡਾ ਮਾਰ ਕੇ ਕਹਿੰਦੇ ਜੀ ਕੱਲ੍ਹ ਤੋਂ ਫਿਰ ਤੁਹਾਨੂੰ ਮੁਨਸ਼ੀ ਦਾ ਕੰਮ ਦੇਣਾ ਹੀ। ਕਹਿੰਦੇ ਮੁਨਸ਼ੀ ਦਾ ਕੰਮ ਦੇਣਾ ਹੀ? ਉਹ ਕਹਿੰਦੇ ਤੁਹਾਨੂੰ ਮੁਨਸ਼ੀ ਦਾ ਕੰਮ ਦੇਣਾ, ਸੁਰੱਖਿਆ ਕਰਨਾ ਕਰਕੇ ਪ੍ਰਸਿੱਧ ਬੰਦੇ ਹੋ ਤੁਸੀਂ, ਕੱਲ੍ਹ ਨੂੰ ਕੋਈ ਧੂਤ ਜੇਲ੍ਹ ਦੇ ਅੰਦਰ ਕਰ ਦੂ, ਬੈਰਕ 'ਚੋਂ ਬਾਹਰ ਨਿਕਲਣਾ ਤੁਸੀਂ ਨਹੀਂ। ਸਵੇਰੇ ਰਜਿਸਟਰ ਤੁਹਾਨੂੰ ਦੇ ਜਾ ਕਰਨੇ ਆ, ਨਾਲ ਤੁਹਾਨੂੰ ਦੇ ਦਿਆ ਕਰਨਾ ਪੈਨ, ਅਤੇ ਤੁਸੀਂ ਬੈਰਕ ਦੇ ਅੰਦਰ ਹੀ ਬੈਠ ਕੇ ਆਪਣਾ ਜਿਹੜਾ ਨਾ ਸਾਰਾ ਇੱਕ ਮੁਨਸ਼ੀ ਵਾਲਾ ਕੰਮ ਕਰਨਾ। ਲਿਖਤ ਪੜਤ ਜਿਹੜੀ ਹੈ ਜੇਲ੍ਹ ਦੀ, ਖੰਡ ਕਿੱਥੋਂ ਆਈ, ਦੁੱਧ ਕਿੱਥੇ ਗਿਆ, ਹਾਜ਼ਰੀਆਂ, ਲੇਖਾ ਜੋਖਾ ਸਾਰਾ ਹਿਸਾਬ ਕਿਤਾਬ ਕਰਕੇ ਤਾਂ ਸ਼ਾਮ ਨੂੰ ਜਿਹੜਾ ਕੰਮ ਕਰਕੇ ਦੇ ਦੇਣਾ। ਪੈਸੇ ਦਿਹਾੜੀ ਦੇ ਤੁਹਾਡੇ ਖਾਤੇ 'ਚ ਅਸੀਂ ਲਿਖ ਲੈਣੇ ਆ। ਇੱਕ ਗੱਲ ਆ ਜੀ ਬਾਠ ਸਾਹਿਬ, ਵੈਸੇ ਇੱਕ ਗੱਲ ਮੈਂ ਸੋਚਦਾ ਸੀ, ਇਹ ਵੈਸੇ ਆਮ ਤੌਰ 'ਤੇ ਸੁਪਰਡੈਂਟ ਸਾਹਿਬ ਵੀ ਕਹਿੰਦੇ ਡਿਸਾਈਡ ਕਰਦੇ ਹੁੰਦੇ ਆ ਵੀ ਹਾਂਜੀ ਕਿਹੜੇ ਬੰਦੇ ਨੂੰ ਕਿਹੜਾ ਕੰਮ ਦੇਣਾ। ਇਹ ਕਿਤੇ ਉਹਨਾਂ ਦੇ ਕੇਸ ਦੇ ਹਿਸਾਬ ਨਾਲ ਤਾਂ ਨਹੀਂ ਅੰਦਾਜ਼ਾ ਲਾ ਲਿਆ ਉਹਨਾਂ ਨੇ ਵੀ ਵਾਹ ਪੈਸੇ ਦਾ ਹਿਸਾਬ ਤਾਂ ਵਾਹ ਸਮੇਂ ਤੋਂ ਕਰਦੇ ਆਉਂਦੇ ਨੇ, ਕੋਈ ਸਨ 2000 ਦੇ ਲਾਗੇ ਬੰਨੇ ਤੋਂ, ਇਹਨਾਂ ਕੋਲੇ ਵਾਹ ਤਜਰਬਾ, ਯਾਰ ਇਹਨਾਂ ਨੂੰ ਦਿਓ ਮੌਕਾ ਤੇ ਇਹ ਇੱਕ ਕਰਕੇ ਦੇਣਗੇ ਆਪਾਂ ਨੂੰ ਸਾਰਾ ਹਿਸਾਬ ਕਿਤਾਬ। ਨਹੀਂ ਹੋ ਸਕਦਾ ਉਹਨਾਂ ਨੇ ਸੋਚਿਆ ਹੋਵੇ, ਪਰ ਹੁਣ ਉੱਥੇ ਆਮ ਤੌਰ 'ਤੇ ਕੁਰਸੀਆਂ ਬੁਣਨ ਦਾ ਕੰਮ ਹੁੰਦਾ,
ਰਸੋਈ ਦੇ ਵਿੱਚ ਕੰਮ ਹੁੰਦਾ, ਸਫਾਈ ਦਾ ਕੰਮ ਹੁੰਦਾ, ਇਦਾਂ ਦੇ ਕੰਮ ਹੁੰਦੇ ਆ ਜੇਲ੍ਹਾਂ ਦੇ ਵਿੱਚ। ਤੇ ਜਿਹੜੇ ਬੰਦੇ ਦੀ ਸੁਰੱਖਿਆ ਨੂੰ ਜੇਲ੍ਹ ਦੇ ਅੰਦਰ ਵੀ ਖਤਰਾ ਹੈ। ਹੁਣ ਬੈਰਕ ਦੇ ਵਿੱਚ ਕੁਰਸੀਆਂ ਤਾਂ ਉਹਨਾਂ ਤੋਂ ਬਣਾਉਣੋਂ ਰਹੇ, ਬੈਰਕ ਦੇ ਵਿੱਚ ਰੋਟੀਆਂ ਤਾਂ ਪਕਵਾਉਣੋਂ ਰਹੇ, ਬੈਰਕ ਦੇ ਵਿੱਚ ਸਫਾਈ ਤਾਂ ਕਰਾਉਣੋਂ ਰਹੇ। ਇਸ ਕਰਕੇ ਕਹਿੰਦੇ ਨੇ ਆਹੀ ਕੰਮ ਆ ਯਾਰ, ਰਲ ਮਿਲ ਕੇ ਕਰ ਲਓ। ਪਹਿਲਾਂ ਸਿੱਧੂ ਸਾਹਿਬ ਨੂੰ ਵੈਸੇ ਦੇ ਨਾਲ ਦਾ ਮਿਲਿਆ। ਨਹੀਂ ਉਹ ਤਾਂ ਗੱਲ ਹੈਗੀ ਆ। ਤੁਸੀਂ ਸਿੱਧੂ ਸਾਹਿਬ ਦਾ ਜ਼ਿਕਰ ਕੀਤਾ। ਸਿੱਧੂ ਸਾਹਿਬ ਦੀ ਸਿਹਤ ਕਹਿੰਦੇ ਕਿ ਢਿੱਲੀ ਆ, ਤੇ ਹੁਣ ਸਿਹਤ ਦੇ ਹਿਸਾਬ ਨਾਲ ਡਾਕਟਰ ਸਾਹਿਬਾਨ ਜਿਹੜੇ ਨੇ ਉਹਨਾਂ ਨੇ ਹੁਣ ਕੁਛ ਇੱਕ ਹੋਰ ਸਹੂਲਤਾਂ ਉਹਨਾਂ ਨੂੰ ਦੇਣ ਦੇ ਲਈ ਕਿਹਾ। ਪਹਿਲਾਂ ਤਾਂ ਕਿਉਂਕਿ ਜੇਲ੍ਹ ਵਾਲੀ ਰੋਟੀ ਨਹੀਂ ਸੀ ਉਹ ਖਾ ਸਕਦੇ, ਜੇਲ੍ਹ ਦੇ ਲਈ ਵੱਖਰਾ ਜਿਹੜਾ ਮੈਨੂਅਲ ਸੀਗਾ ਉਹਨਾਂ ਦਾ ਉਹ ਅਦਾਲਤ ਤੋਂ ਅਪਰੂਵ ਕਰਾ ਕੇ ਉਹਨਾਂ ਨੂੰ ਦਿੱਤਾ। ਤੇ ਹੁਣ ਕਿਉਂਕਿ ਜ਼ਮੀਨ 'ਤੇ ਸੌਣਾ ਪੈਂਦਾ ਸੀ, ਜ਼ਮੀਨ ਤੋਂ ਉੱਠਣਾ ਪੈਂਦਾ ਸੀ, ਅਤੇ ਉਹਦਾ ਕਰਕੇ ਪਿੱਠ ਦਰਦ ਉਹਨਾਂ ਦਾ ਕਾਫੀ ਵੱਧ ਗਿਆ। ਅਤੇ ਪਿੱਠ ਦਰਦ ਦੇ ਨਾਲ ਨਾਲ ਗੋਡੇ ਵੀ ਦਰਦ ਕਰਨ ਲੱਗ ਪਏ। ਮੁਸ਼ਕਿਲ ਇਹ ਸੀ ਵੀ ਇੱਕ ਤਾਂ ਉਮਰ ਹੋ ਗਈ, ਦੂਸਰਾ ਕੱਦ ਕਾਠ ਕਾਫੀ ਹੈ, ਤੀਸਰਾ ਭਾਰ ਵਾਹਵਾ, ਅਤੇ ਪਿਛਲੇ ਦਿਨੀ ਬਿਮਾਰੀ ਕਰਕੇ ਕਮਜ਼ੋਰੀ ਵੀ ਰਹੀ। ਅਤੇ ਹੁਣ ਡਾਕਟਰਾਂ ਨੇ ਕਿਹਾ ਵੀ ਦੋ ਚੀਜ਼ਾਂ, ਇੱਕ ਤਾਂ ਜਿਹੜੀ ਟਾਇਲਟ ਸੀਟ ਆ ਉਹ ਉੱਚੀ ਬਣਵਾ ਦਿਓ, ਅਤੇ ਦੂਸਰਾ ਜਿਹੜਾ ਉਹਨਾਂ ਨੂੰ ਸੌਣ ਦੇ ਲਈ ਤਖਤ ਪੋਸ਼ ਲਾ ਦਿਓ। ਇਹ ਦੋ ਸਹੂਲਤਾਂ ਸ਼ਾਇਦ ਨਵਜੋਤ ਸਿੰਘ ਸਿੱਧੂ ਸਾਹਿਬ ਨੂੰ ਹੁਣ ਕਹਿੰਦੇ ਜੇਲ੍ਹ 'ਚ ਮਿਲ ਜਾਣ। ਨਹੀਂ, ਸੰਭਾਵਨਾ ਹੈਗੀ ਆ ਜੀ। ਸਿਹਤ ਉਹਨਾਂ ਦੀ ਢਿੱਲੀ ਰਹਿੰਦੀ ਸੀ। ਚਲੋ ਅਦਾਲਤ ਦੇ ਵਿੱਚ ਮਾਮਲਾ ਗਿਆ ਹੋਊਗਾ, ਪਹਿਲਾਂ ਅਦਾਲਤ ਨੇ ਕਿਹਾ, ਹੁਣ ਜੇਲਰ ਸਾਹਿਬ ਨੂੰ ਉਹਨਾਂ ਨੇ ਬੇਨਤੀ ਕੀਤੀ ਹੋਊ ਕਿ ਭਾਈ ਆਹ ਸਿਹਤ ਸਮੱਸਿਆਵਾਂ, ਵੈਸੇ ਸੁਧਾਰ ਘਰ ਆ, ਲੋਕਾਂ ਨੂੰ ਸੁਧਰਨ ਲਈ ਭੇਜਿਆ ਜਾਂਦਾ, ਅਤੇ ਜੇ ਸਰੀਰਕ ਤੌਰ ਦੇ ਉੱਤੇ ਕੋਈ ਬੰਦਾ ਕਸ਼ਟ 'ਚ ਆ ਤਾਂ ਫਿਰ ਭਾਈ ਮਾੜਾ ਮੋਟਾ ਹਿਸਾਬ ਕਿਤਾਬ ਦੇਖ ਲੈਣਾ ਚਾਹੀਦਾ। ਬਾਕੀ ਸੰਧਾਲੀਆ ਸਾਹਿਬ, ਮੈਂ ਤੁਹਾਡੇ ਲੀਡਰਾਂ 'ਤੇ ਬਹੁਤ ਹੈਰਾਨ ਹਾਂ ਕਿ ਤੁਸੀਂ ਇੰਨੀ ਛੇਤੀ ਕਿੱਦਾਂ ਤਬਦੀਲ ਹੋ ਸਕਦੇ ਹੋ। ਤੁਸੀਂ ਦੇਖੋ, ਸ਼੍ਰੀਲੰਕਾ ਦਾ ਰਾਸ਼ਟਰਪਤੀ ਹੁਣ ਸਾਬਕਾ ਹੋ ਗਿਆ। ਪਹਿਲਾਂ ਤਾਂ ਐਂ ਲੱਗਦਾ ਸੀ ਕਿ ਦੇਸ਼ ਦੇ ਵਿੱਚੋਂ ਨਿਕਲਣਾ ਔਖਾ ਹੋ ਜੂ, ਜਾਨ 'ਤੇ ਬਣੀ ਪਈ ਸੀ, ਲੋਕ ਸੜਕਾਂ 'ਤੇ, ਰਾਸ਼ਟਰਪਤੀ ਭਵਨ 'ਤੇ ਕਬਜ਼ਾ। ਚਲੋ, ਬੰਦੇ ਨੇ ਫਲਾਈਟ ਫੜੀ ਸ਼੍ਰੀਲੰਕਾ ਏਅਰਫੋਰਸ ਦੀ, ਸਿੱਧਾ ਹੀ ਮਾਲਦੀਵ, ਉੱਥੋਂ ਫਲਾਈਟ ਫੜੀ ਸਿੰਗਾਪੁਰ। ਜਾਣੀ ਕਿ ਤੁਸੀਂ ਦੇਖੋ ਕਿ ਜਿਹੜੇ ਦੇਸ਼ ਦੇ ਲੱਖਾਂ ਲੋਕਾਂ ਨੂੰ ਹੁਕਮ ਰਾਸ਼ਟਰਪਤੀ ਸਾਹਿਬ ਦਿੰਦੇ ਸੀ, ਲੋਕਾਂ ਕੋ ਖਾਣ ਨੂੰ ਕੁਛ ਨਹੀਂ, ਲੋਕੀ ਸੜਕਾਂ 'ਤੇ ਆਏ। ਰੁਪਈਆ ਟਕਾ ਹੈ ਕਿਸੇ ਕੋਲ, ਕੁਛ ਨਹੀਂ, ਸਟੋਰਾਂ ਦੇ ਉੱਤੇ ਸਮਾਨ ਨਹੀਂ। ਰਾਸ਼ਟਰਪਤੀ ਸਾਹਿਬ ਦੀ ਸਿਹਤ 'ਤੇ ਥੋੜ੍ਹੀ ਅਸਰ ਹੈ। ਅਸਤੀਫਾ ਲਿਖ ਕੇ ਭੇਜਿਆ ਸਿੰਗਾਪੁਰ ਤੋਂ, ਉਹ ਪ੍ਰਧਾਨ ਮੰਤਰੀ ਸਾਹਿਬ ਨੂੰ ਜਾਂ ਸਪੀਕਰ ਸਾਹਿਬ ਨੂੰ ਭੇਜਤਾ, ਨਾਲ ਹੀ ਘਰ ਵਾਲੀ ਨੂੰ ਨਾਲ ਲੈ ਕੇ ਤਾਂ ਫਿਰ ਸਿੰਗਾਪੁਰ ਦੇ ਇੱਕ ਸਟੋਰ ਦੇ ਵਿੱਚ ਕਹਿੰਦੇ ਸ਼ਾਪਿੰਗ ਕਰੀ ਜਾਂਦੇ ਸੀ। ਯਾਨੀ ਲੋਕਾਂ ਦੇ ਪੱਲੇ ਕੱਖ ਨਹੀਂ ਛੱਡਿਆ, ਆਪਣਾ ਸਮਾਨ ਪੂਰਾ ਕਰਦੇ ਫਿਰਦੇ ਆ। ਦੇਖੋ, ਗੱਲ ਆ ਵੀ ਪੈਸਾ ਟਕਾ ਕੋਲ ਆ, ਤੇ ਜਦੋਂ ਪੈਸਾ ਟਕਾ ਕੋਲ ਆ, ਹੁਣ ਉਹ ਕਹਿੰਦੇ ਵੀ ਪੈਸਾ ਤੇ ਸੀਗਾ ਪਰ ਸ਼੍ਰੀਲੰਕਾ 'ਚ ਕੁਛ ਨਹੀਂ ਸੀ ਨਾ ਬਚਿਆ। ਹੁਣ ਸ਼ਾਪਿੰਗ ਕਰਨ ਨੂੰ ਤੇ ਸ਼੍ਰੀਲੰਕਾ 'ਚ ਵੀ ਕਰ ਸਕਦੇ, ਤੇ ਹੋ ਸਕਦਾ ਵੀ ਜਦੋਂ ਨਾਲ ਬੀਬੀ ਨੂੰ ਆਖਿਆ ਹੋਵੇ ਵੀ ਆਓ ਚੱਲੀਏ ਇਸ ਮਾਲ ਦੇ ਵਿੱਚ, ਤੇ ਉਹਨੇ ਆਖਿਆ ਮੈਨੇ ਨਾ ਉਹ ਵਾਲੀ ਚੀਜ਼ ਲੈਣੀ ਹੈ, ਤੇ ਅਗਲਾ ਕਹਿੰਦਾ ਮੈਡਮ ਉਹ ਤਾਂ ਵਾਹਵਾ ਚਿਰ ਹੋ ਗਿਆ ਜੀ, ਮੁੱਕੀ ਹੈ। ਤੇ ਇਹ ਵਾਲਾ ਡਿਜ਼ਾਈਨ ਜੋ ਹੈ ਉਹ ਕਹਿੰਦਾ ਜੀ ਉਹਦਾ ਡਿਜ਼ਾਈਨ ਆਪਣੇ ਪਹਿਲੇ 6 ਮਹੀਨੇ ਹੋ ਗਏ ਬੰਦ ਹੋਇਆ, ਤੁਸੀਂ ਕਦੀ ਆਏ ਹੀ ਨਹੀਂ। ਤੇ ਮੈਨੂੰ ਜਾਪਦਾ ਵੀ ਪੈਸੇ ਅਗਲਿਆਂ ਕੋਲ ਰਹਿ ਗਏ ਸੀਗੇ ਪਰ ਸਮਾਨ ਨਹੀਂ ਸੀ ਬਚਿਆ, ਇਸ ਕਰਕੇ ਉਹ ਕਹਿੰਦੇ ਨੇ ਚਲੋ ਹੁਣ ਸਿੰਗਾਪੁਰ ਗਏ ਆ ਤੇ ਆਪਾਂ ਆਪਣੇ ਜਜਾਰੇ ਤੇ ਲਈਏ ਨਾ, ਕਿਉਂਕਿ ਕਾਰਨ ਹੈ ਵੀ ਇੱਕ ਵਾਰ ਨਿਕਲਣਾ ਸੀਗਾ, ਨਿਕਲ ਗਏ ਨੇ ਉਹ। ਹੁਣ ਹੌਲੀ ਹੌਲੀ ਲੋਕਾਂ ਨੂੰ ਚੇਤਾ ਭੁੱਲ ਜਾਣਾ। 6 ਮਹੀਨੇ ਸਾਲ ਜਦੋਂ ਲੰਘ ਗਿਆ, ਮਗਰ ਜਿਹਨੂੰ ਹੁਣ ਸੱਤਾ ਸੌਂਪੀ ਜਾਊਗੀ ਉਹ ਜਾਣੇ ਉਹਦਾ ਜਾਣੇ ਕੰਮ। 5-7 ਸਾਲ ਦੇ ਬਾਅਦ ਤਾਂ ਵੈਸੇ ਵੀ ਲੋਕਾਂ ਨੂੰ ਚੇਤਾ ਭੁੱਲ ਜਾਣਾ ਵੀ ਕੋਈ ਸੀਗਾ ਬੰਦਾ ਇੱਦਾਂ ਦਾ, ਕੋਈ ਲੁੱਟ ਪੁੱਟ ਕੇ ਲੈ ਗਿਆ ਤੇ ਉਸ ਤੋਂ ਬਾਅਦ ਲੈ ਗਿਆ, ਆਪਾਂ ਆਪਣੇ ਹਾਲ 'ਤੇ ਰਹਿ ਗਏ। ਨਹੀਂ ਸੰਧਾਲੀਆ ਸਾਹਿਬ, ਗੱਲ ਥੋੜ੍ਹੀ ਜਿਹੀ ਇੱਦਾਂ ਦੀ ਲੱਗਦੀ, ਪਰ ਹੈਰਾਨੀ ਦੀ ਗੱਲ ਹੈ ਕਿ ਤੁਹਾਨੂੰ ਨੀਂਦ ਕਿੱਦਾਂ ਆ ਸਕਦੀ ਹੈ ਜਦੋਂ ਦੇਸ਼ ਦੇ ਵਿੱਚ ਅਰਾਜਕਤਾ ਫੈਲੀ ਹੋਵੇ, ਸਰਕਾਰ ਨਾਂ ਦੀ ਚੀਜ਼ ਕੋਈ ਨਾ ਹੋਵੇ, ਲੋਕ ਸੜਕਾਂ 'ਤੇ ਹੋਣ, ਬੱਚੇ ਭੁੱਖੇ ਮਰ ਰਹੇ ਹੋਣ, ਇੱਕ ਡੰਗ ਦੀ ਰੋਟੀ ਦੇ ਉੱਤੇ ਗੁਜ਼ਾਰਾ ਕਰਨਾ ਪੈਂਦਾ ਹੋਵੇ, ਤਾਂ ਤੁਸੀਂ ਕਹੋ ग्रीनरी कितनी है, कितना अच्छा देश है, सफाई कितनी है, सिंगापुर बहुत ही अच्छा है, यहीं रहते हैं, यहाँ ले लेते हैं एक अपार्टमेंट बड़ा सा। ਹੁਣ ਤੁਸੀਂ ਦੇਖੋ, ਮੈਂ ਆਪਣੇ ਹਿਸਾਬ ਨਾਲ ਅਪਾਰਟਮੈਂਟ ਦੇ ਉੱਤੇ ਹੀ ਆਇਆ ਕਿ ਭਾਈ ਅਪਾਰਟਮੈਂਟ ਲੈ ਲੈਨੇ, ਉਹ ਤਾਂ ਵੱਡਾ ਬੰਗਲੋ ਖਰੀਦਣ ਨੂੰ ਫਿਰਦੇ ਹੋਣੇ ਆ, ਪਰ ਨੀਂਦ ਆਉਂਦੀ ਕਿੱਦਾਂ, ਕਿਹੜੀਆਂ ਗੋਲੀਆਂ ਖਾ ਕੇ ਸੌਂਦੇ ਆ, ਇਹ ਤਾਂ ਭਾਈ ਤੁਸੀਂ ਦੱਸ ਸਕਦੇ ਹੋ, ਤੁਹਾਡਾ ਲੀਡਰਾਂ ਵਾਲਾ ਲਾਣਾ ਦੱਸ ਸਕਦਾ। ਨਹੀਂ, ਲੀਡਰ ਵਾਲੇ ਲਾਣੇ ਦੇ ਹਿਸਾਬ ਨਾਲ ਤੁਸੀਂ ਤੇ ਆਈ ਨਹੀਂ ਗੱਲਾਂ ਸੋਚ ਲਈਆਂ, ਇੰਨੀਆਂ ਗੱਲਾਂ ਤੇ ਸੋਚੀ ਦੀਆਂ ਵੀ ਨਹੀਂ। ਲੋਕ ਕਿੱਦਾਂ ਰਹਿੰਦੇ ਹੋਣਗੇ, ਲੋਕ ਕਿੱਦਾਂ ਸੌਂਦੇ ਹੋਣਗੇ, ਲੋਕਾਂ ਨੂੰ ਕਦੇ ਲੋਰੀਆਂ ਉੱਥੇ ਦੇਣੀਆਂ, ਦੱਸੋ ਕਮਾਲ ਕਰਦੇ WhatsApp। ਠੀਕ ਹੈ, ਇਹਦੇ ਦੇਖੋ, ਜੇ ਲੋਕਾਂ ਦਾ ਫਿਕਰ ਹੁੰਦਾ ਤੇ 1.5 ਸਾਲ ਪਹਿਲਾਂ ਦਾ ਫਿਕਰ ਹੋਣਾ ਹੈ ਸਾਹਿਬ ਜੀ। ਉਹਦੇ ਹਿਸਾਬ ਤਾਂ ਵੀ ਇਸ ਚੱਕਰ 'ਚ ਹੋਣਾ ਵੀ ਚਾਈਨਾ ਵਾਲਿਆਂ ਨੂੰ ਆਪਾਂ ਉਦੋਂ ਥਾਂ ਦਿੱਤਾ, ਉਦੋਂ ਬੰਦਰਗਾਹ ਜੀ ਬਣਾ ਲਈ, ਉਹਦੇ 'ਚੋਂ ਕਿੰਨੇ ਬਚੇ, ਇੱਧਰੋਂ ਫਲਾਣੇ ਨਾਲ ਸੌਦਾ ਹੋ ਗਿਆ, ਉਹਦੇ 'ਚੋਂ ਕਿੰਨੇ ਬਚੇ, ਹੋਰ ਕਿਹੜੀ ਕਿਹੜੀ ਚੀਜ਼ ਸੀ ਜਿਹਦੇ 'ਚ ਆਪਾਂ ਸਾਰਾ ਹਿਸਾਬ ਤਾਂ ਲਾਉਣਾ ਸੀ। ਇੱਕ ਤੁਹਾਨੂੰ ਮੈਂ ਲਾਸਟ ਐਗਜ਼ਾਮਪਲ ਦਿੰਦਾ, ਤੁਹਾਨੂੰ ਉਤੋਂ ਅੰਦਾਜ਼ਾ ਲੱਗ ਜਾਣਾ ਲੀਡਰਾਂ ਦੀ ਸੋਚ ਦਾ। ਜੀ, ਜਿਸ ਦੇਸ਼ ਦੇ ਵਿੱਚ ਪੀਣ ਵਾਲਾ ਪਾਣੀ ਨਾ ਮਿਲਦਾ ਹੋਵੇ, ਬੋਤਲ ਪਾਣੀ ਦੀ ਲੈਣ ਨੂੰ ਲੋਕ ਲੜਾਈਆਂ ਕਰਦੇ ਹੋਣ, ਧੱਕੀ ਹੁੰਦੇ ਹੋਣ, ਉਸ ਮੌਕੇ 'ਤੇ ਸਵਿਮਿੰਗ ਪੂਲ ਦੇ ਵਿੱਚ ਵੀ ਪਾਣੀ ਹੋਵੇ ਜਿਹੜੇ ਮਹਿਲ ਚਗਲੇ ਰਹਿੰਦੇ ਆ, ਫਿਰ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਵੀਰ ਜੀ ਵੀ ਐਡਾ ਕਿਹੜਾ ਸੋਚਣ ਵਾਲਾ ਕੰਮ ਰਹਿ ਗਿਆ ਉੱਥੇ। ਨਹੀਂ, ਗੱਲ ਤਾਂ ਤੁਹਾਡੀ ਬਿਲਕੁਲ ਠੀਕ ਆ ਸੰਧਾਲੀਆ ਸਾਹਿਬ, ਮੌਜਾਂ ਹੀ ਮੌਜਾਂ ਆ। ਜਾਂ ਮੰਨ ਲਓ ਕਿ
ਨਿਆਣੇ ਨੂੰ ਅੱਜ ਕੱਲ੍ਹ ਕਹਿਣਾ ਚਾਹੀਦਾ ਪੁੱਤ ਲੀਡਰ ਬਣਨਾ ਹੀ, ਕਿਸੇ ਤਰੀਕੇ ਡਾਕਟਰ ਬਣਨ 'ਚ ਕੁਛ ਨਹੀਂ ਰੱਖਿਆ, ਮਾਸਟਰ ਬਣਨ 'ਚ ਕੁਛ ਨਹੀਂ ਰੱਖਿਆ, ਕਲਰਕ ਕੰਡਕਟਰ ਬਣਨ 'ਚ ਕੁਛ ਨਹੀਂ ਰੱਖਿਆ, ਲੀਡਰ ਬਣਨਾ। ਸ਼੍ਰੀਲੰਕਾ ਦੇ ਵਿੱਚ ਤਾਂ ਹੋ ਸਕਦਾ ਮਾਵਾਂ ਆਪਣੇ ਪੁੱਤਾਂ ਧੀਆਂ ਨੂੰ ਕਹਿੰਦੀਆਂ ਹਨ ਪੁੱਤ ਧੀਏ ਲੀਡਰ ਬਣੀ, ਹੁਣ ਕਹਿੰਦਾ ਮੰਮੀ ਉਹਨਾਂ ਕਿਉਂ ਘੱਟੋ ਘੱਟ ਢਿੱਡ ਭਰ ਕੇ ਪਾਣੀ ਤਾਂ ਪੀਆ ਕਰਾਂਗੇ, ਉਹਨਾਂ ਕੋਲ ਖੁੱਲ੍ਹਾ ਹੀ ਪਾਣੀ ਹੋਣਾ ਹੈ। ਹੋ ਸਕਦਾ ਸ਼੍ਰੀਲੰਕਾ ਦੇ ਵਿੱਚ ਇਹ ਵੀ ਗੱਲਾਂ ਚੱਲਦੀਆਂ ਹੁਣ ਫਲਾਣੇ ਦੇ ਘਰੇ ਗਏ ਸੀ, ਉਹਨਾਂ ਨੇ ਸਾਨੂੰ ਪਾਣੀ ਪਿਲਾਇਆ, ਯਾਨੀ ਜਿੱਥੇ ਪਾਣੀ ਨਹੀਂ ਲੱਭਦਾ ਨਾ, ਪਾਣੀ ਵੱਡੀ ਸ਼ੈ ਬਣ ਗਈ ਹੋਣੀ ਹੈ। ਤੇ ਸੰਧਾਲੀਆ ਸਾਹਿਬ ਇਹ ਵੀ ਦਿਨ ਆਪਾਂ ਦੇਖਦੇ ਕਿੰਨਾ ਫਰਕ ਆ ਵੇਖੋ ਵਾਟ ਸਾਹਿਬ, ਜੀ, ਤੁਸੀਂ ਦੇਖੋ ਆਮ ਲੋਕਾਂ ਕੋਲੇ ਪੀਣ ਨੂੰ ਪਾਣੀ ਨਹੀਂ, ਅਗਲਿਆਂ ਦੇ ਪੂਲ 'ਚ ਵੀ ਪਾਣੀ ਇੰਨਾ ਹੀ ਫਰਕ ਹੈ ਬਸ, ਇੰਨਾ ਹੀ ਫਰਕ ਹੈ ਬਸ। ਇਹ ਤੋਂ ਤੁਸੀਂ ਆਪ ਅੰਦਾਜ਼ਾ ਲਾ ਲਓ ਕਹਾਣੀ ਕਿੱਧਰ ਜਾਂਦੀ ਹੈ। ਬਾਕੀ ਸੰਧਾਲੀਆ ਸਾਹਿਬ ਸ਼੍ਰੀਲੰਕਾ ਦੀ ਗੱਲ ਚੱਲਦੀ ਹੈ ਤਾਂ ਮੈਨੂੰ ਸ਼੍ਰੀਲੰਕਾ ਦੀ ਚਾਹ ਪੱਤੀ ਚੇਤੇ ਆ ਗਈ, ਟੀ। ਆਹਾ, ਭਾਰਤ ਦੇ ਅਸਾਮ ਦੇ ਵਿੱਚ ਚਾਹ ਪੱਤੀ ਬੜੀ ਹੁੰਦੀ ਹੈ, ਬੜੀਆਂ ਮਸ਼ਹੂਰੀਆਂ ਹੁੰਦੀਆਂ ਨੇ, ਅਸਾਮ ਕੀ ਚਾय, ਪੱਤੀਆਂ ਵਾਲੀ ਚਾय, ਆਹ ਕਿਆ ਸਵਾਦ ਹੈ ਚਾय का। श्रीलंका ਦੇ ਵਿੱਚ ਅਰਾਜਕਤਾ ਫੈਲੀ, ਚਾਹ ਪੱਤੀ ਦਾ। ਇੱਕ ਮਿੰਟ ਰੋਕਣਾ ਚਾਹਾਂਗਾ, ਮਾਫੀ ਚਾਹਾਂਗਾ। ਅੱਜ ਜਿਹੜਾ ਤੁਸੀਂ ਨਿੱਕੀ ਬੂਟੀ ਵਾਲੀ ਟਾਈ ਲਾਈ ਹੈ ਨਾ, ਮੈਂ ਬੰਦਾ ਘੇਰੀਏ ਫਿਰ ਇੱਕ ਇਹ ਜਦੋਂ ਚਾਹ ਯਾਦ ਆਈ ਤੇ ਚਾਹ ਵਾਲੀ ਮਸ਼ਹੂਰੀ ਯਾਦ ਆਈ, ਉਹ ਫਿਰ ਹੀਰੋਇਨ ਕਿਹੜੀ ਯਾਦ ਆਈ? ਨਹੀਂ ਇੰਨਾ ਨਹੀਂ ਪਤਾ, ਪਿੱਛੇ ਉਹਦੇ ਡੱਗੀ ਜਿਹੀ ਲਾਈ ਸੀ, ਉਹ ਚੇਤਾ ਜ਼ਰੂਰ ਆਇਆ। ਆਹ ਥੋੜਾ ਗੱਲ ਆ ਹੁਣ ਵਾਟ ਸਾਹਿਬ, ਮਤਲਬ ਉਹ ਡੱਗੀ ਵੀ ਚੇਤੇ ਰਹਿ ਗਈ, ਪੱਤੀ ਵੀ ਚੇਤੇ ਰਹਿ ਗਈ ਹੈ। ਅੱਛਾ ਡਾਇਲੌਗ ਵੀ ਚੇਤੇ ਰਹਿ ਗਿਆ। ਬੰਦਾ ਮਤਲਬ ਇੰਨਾ ਮਚਲਾ ਵੀ ਨਹੀਂ ਚਾਹੀਦਾ ਯਾਰ ਵਾਟ ਸਾਹਿਬ। ਚਲੋ ਇੰਨਾ ਮਚਲੇ ਦੀ ਗੱਲ ਨਹੀਂ ਸੰਧਾਲੀਆ ਸਾਹਿਬ, ਆਮ ਬੰਦਾ ਜਿਹੜਾ ਨਾ ਉਹਦੀ ਸੋਚ ਹੁੰਦੀ ਸਮਾਨ ਤੱਕ, ਯਾਰ ਆ ਇੰਨੀ ਚਾਹ ਪੱਤੀ ਕਿਤੇ ਸਾਲ ਨਿਕਲ ਜਾਣਾ ਹੀ। ਸਾਡਾ ਧਿਆਨ ਤਾਂ ਚਾਹ ਪੱਤੀ ਵੱਲ ਰਹਿੰਦਾ, ਤੁਹਾਡਾ ਧਿਆਨ ਹੋ ਸਕਦਾ ਉਧਰਲੇ ਪਾਸੇ ਹੋਵੇ। ਦੇਖੋ ਚਾਹ ਪੱਤੀ ਦੀ ਯਾਦ ਆਉਣੀ ਤੇ ਹੱਟੀ ਵਾਲੇ ਦੀ ਚਾਹ ਪੱਤੀ ਦੀ ਯਾਦ ਆ ਗਈ ਨਾ, ਵੀ ਪੁੜੀ ਬੰਨ੍ਹਦੇ ਪੰਜਾਂ ਦੀ ਪੱਤੀ ਦੀ, ਤੁਸੀਂ ਤੇ ਮਸ਼ਹੂਰੀਆਂ ਚੇਤੇ ਕਰਨ ਡਿਆ, ਫਿਰ ਬੰਦਾ ਆਪੇ ਫੜਿਆ ਜਾਂਦਾ। ਚਲੋ ਅੱਜ ਆਈਏ ਆਪਾਂ ਚਾਹ ਪੱਤੀ। ਅੱਛਾ ਮੈਂ ਉਧਰ ਆਉਣ ਲੱਗਾ ਸੀ ਸੰਧਾਲੀਆ ਸਾਹਿਬ ਕਿ ਸ਼੍ਰੀਲੰਕਾ ਤੋਂ ਵੀ ਚਾਹ ਜਿਹੜੀ ਐਕਸਪੋਰਟ ਹੁੰਦੀ ਹੈ, ਚਾਹ ਪੱਤੀ ਜਿਹੜੀ ਹੈ ਟੀ, ਭਾਰਤ ਤੋਂ ਵੀ ਐਕਸਪੋਰਟ ਹੁੰਦੀ ਹੈ, ਵਪਾਰ ਕੀਤਾ ਜਾਂਦਾ, ਨਿਰਯਾਤ ਕਰਦਾ ਭਾਰਤ, ਬੜੇ ਪੈਸੇ ਕਮਾਉਂਦਾ ਭਾਰਤ ਤੋਂ, ਕਿਉਂਕਿ ਅਸਾਮ ਤੇ ਕਈ ਹੋਰ ਸੂਬਿਆਂ ਦੇ ਵਿੱਚ, ਪੱਛਮੀ ਬੰਗਾਲ ਦੇ ਵਿੱਚ, ਦਾਰਜੀਲਿੰਗ ਵਾਲੇ ਪਾਸੇ ਚਾਹ ਪੱਤੀ ਦੀ ਪ੍ਰੋਡਕਸ਼ਨ ਵਾਹਵਾ ਹੈ। ਹੁਣ ਹੋਇਆ ਕੀ ਕਿ 40,000 ਕਿਲੋ ਚਾਹ ਪੱਤੀ ਭਾਰਤ ਨੇ ਅਸਾਮ ਤੋਂ ਐਕਸਪੋਰਟ ਕੀਤੀ ਈਰਾਨ ਤੇ ਤਾਈਵਾਨ ਨੂੰ, ਦੋ ਦੇਸ਼ ਨੇ। ਉਹਨਾਂ ਨੇ ਚਾਹ ਪੱਤੀ ਮੋੜ ਦਿੱਤੀ ਭਾਰਤ ਦੀ, ਤੇ ਜਿਹੜਾ ਦੋਸ਼ ਲਾ ਕੇ ਮੋੜੀ ਹੈ ਉਹ ਬਹੁਤ ਸਾਰੇ ਸਵਾਲ ਖੜੇ ਕਰਦਾ। ਜੇ ਤਾਂ ਉਹਨਾਂ ਦੇ ਦੋਸ਼ ਸੱਚੇ ਨੇ ਤਾਂ ਵੀ, ਜੇ ਉਹਨਾਂ ਦੇ ਦੋਸ਼ਾਂ ਦੇ ਵਿੱਚ ਸੱਚਾਈ ਨਹੀਂ ਤਾਂ ਵੀ ਬਹੁਤ ਸਾਰੀ ਚੁਣੌਤੀ ਹੈ, ਕਿਉਂਕਿ ਈਰਾਨ ਤੇ ਤਾਈਵਾਨ ਐਡੇ ਵੀ ਠੋਕ ਵਜਾ ਕੇ ਵਾਲੇ ਮੁਲਕ ਨਹੀਂ ਹੈਗੇ ਕਿ ਭਾਈ ਹਰ ਇੱਕ ਚੀਜ਼ ਦੇ ਵਿੱਚ ਨੁਕਸ ਕੱਢੀ ਜਾਣ। ਕੈਨੇਡਾ ਵਾਲੇ, ਆਸਟ੍ਰੇਲੀਆ ਵਾਲੇ, ਯੂਰਪ ਵਾਲੇ ਨੁਕਸ ਕੱਢਣ ਤਾਂ ਪਤਾ ਲੱਗਦਾ। ਹੁਣ ਇਹਨਾਂ ਨੇ ਕਿਹਾ ਜੀ ਕੀਟਨਾਸ਼ਕ ਬਹੁਤ ਨੇ ਤੁਹਾਡੀ ਚਾਹ ਪੱਤੀ ਦੇ ਵਿੱਚ, ਉਹ ਕੀਟਨਾਸ਼ਕ ਜਿਹੜੇ ਧਰਤੀ ਲਈ, ਵਾਤਾਵਰਣ ਲਈ, ਮਨੁੱਖ ਲਈ, ਸਾਰਿਆਂ ਲਈ ਖਤਰਨਾਕ ਨੇ। ਇਸ ਕਰਕੇ ਆ ਜਿਹੜੀ ਤੁਸੀਂ 40,000 ਕਿਲੋ ਚਾਹ ਪੱਤੀ ਦੋਨਾਂ ਮੁਲਕਾਂ ਨੂੰ ਭੇਜੀ ਹੈ, ਆ ਵਾਪਸ ਚੱਕ ਲਓ। ਅਸੀਂ ਆਪਣੇ ਦੇਸ਼ ਦੇ ਲੋਕਾਂ ਨੂੰ ਇਹ ਚਾਹ ਪੱਤੀ ਵਰਤਣ ਨਹੀਂ ਦੇਣੀ। ਚਾਹ ਪੱਤੀ ਵਾਪਸ ਆ ਗਈ। ਜਦੋਂ ਦਾ ਸ਼੍ਰੀਲੰਕਾ ਦੇ ਵਿੱਚ ਪ੍ਰੋਡਕਸ਼ਨ ਘਟਿਆ, ਭਾਰਤ ਨੇ ਆਪਣਾ ਵਪਾਰ ਵਧਾਤਾ, ਚਾਹ ਪੱਤੀ ਦੀ ਸਪਲਾਈ ਵਧਾਤੀ ਹੈ। ਜਿਹੜੇ ਮੁਲਕ ਪਹਿਲਾਂ ਸ਼੍ਰੀਲੰਕਾ ਤੋਂ ਵੀ ਚਾਹ ਪੱਤੀ ਮੰਗਵਾਉਂਦੇ ਸੀ, ਉਹਨਾਂ ਨੂੰ ਵੀ ਹੁਣ ਭਾਰਤ ਸਪਲਾਈ ਕਰਨ ਲੱਗ ਪਿਆ, 4 ਪੈਸੇ ਵੱਧ ਆਉਂਦੇ ਵਿਦੇਸ਼ੀ ਕਰੰਸੀ ਦੇ ਰੂਪ 'ਚ। ਹੁਣ ਇਹ ਆਪਣੇ ਆਪ ਦੇ ਵਿੱਚ ਸਾਡੇ ਲਈ ਇੱਕ ਸੋਚਣ ਦਾ ਵਿਸ਼ਾ ਹੈ। ਕਦੇ ਸਾਡੀ ਕਣਕ ਮੋੜਤੀ ਜਾਂਦੀ ਹੈ, ਕਦੇ ਸਾਡੀ ਮੱਕੀ ਮੋੜ ਦਿੰਦੇ ਆ, ਕਦੇ ਚੌਲ ਮੋੜ ਦਿੰਦੇ ਆ। ਉਹ ਵੱਡੇ ਪੱਛਮੀ ਮੁਲਕ ਹੁੰਦੇ ਆ। ਇਹਨਾਂ ਨੇ ਚਾਹ ਪੱਤੀ ਮੋੜੀ। ਜੇ ਸੱਚੀ ਮੁੱਚੀ ਉਹਦੇ ਵਿੱਚ ਖਾਦਾਂ, ਕੀੜੇ ਮਾਰ ਦਵਾਈਆਂ ਦੀ ਮਾਤਰਾ ਵੱਧ ਹੈ ਤਾਂ ਭਾਰਤ ਦੇ ਲੋਕ ਵੀ ਉਹੀ ਚਾਹ ਪੱਤੀ ਪੀ ਜਾਂਦੇ। ਇਹਦਾ ਮਤਲਬ ਸਾਡੇ ਲੋਕਾਂ ਦੀ ਸਿਹਤ ਨੂੰ ਵੀ ਨੁਕਸਾਨ ਹੈ। ਪਰ ਦੂਜੇ ਪਾਸੇ ਕੁਝ ਇੱਕ ਮਾਹਿਰ ਕਹਿੰਦੇ ਕਿ ਸਾਜ਼ਿਸ਼ ਹੋ ਸਕਦੀ ਹੈ। ਉਹ ਕਹਿੰਦੇ ਉਹੀ ਚਾਹ ਪੱਤੀ ਯੂਰਪ ਨੂੰ ਗਈ ਹੈ, ਜਿੱਥੇ ਕਿ ਸਭ ਤੋਂ ਵੱਧ ਸਖਤੀ ਹੈ ਫੂਡ ਸੇਫਟੀ ਦੇ ਪੱਖ ਤੋਂ। ਉਹਨਾਂ ਨੇ ਤਾਂ ਅਸੈਪਟ ਕਰ ਲਈ, ਉਹਨਾਂ ਨੇ ਤਾਂ ਇਤਰਾਜ਼ ਕੋਈ ਨਹੀਂ ਲਾਇਆ। ਈਰਾਨ ਤੇ ਤਾਈਵਾਨ ਨੂੰ ਕਾਹਦਾ ਇਤਰਾਜ਼ ਹੈ? ਦੂਸਰਾ, ਉਹਨਾਂ ਨੇ ਇਹ ਵੀ ਤਰਕ ਦਿੱਤਾ ਕਿ ਇੱਕ ਚਾਹ ਪੱਤੀ ਦੀ ਫਸਲ ਹੀ ਐਸੀ ਹੈ ਜਿਹਦੇ ਉੱਤੇ ਭਾਰਤ ਸਰਕਾਰ ਵੀ ਨਜ਼ਰ ਪੂਰੀ ਰੱਖਦੀ ਹੈ, ਕਿਉਂਕਿ ਐਕਸਪੋਰਟ ਹੋਣੀ ਹੁੰਦੀ ਹੈ, ਕਿ ਭਾਈ ਤੁਸੀਂ ਖਾਦਾਂ ਤੇ ਦਵਾਈਆਂ ਵੱਧ ਨਹੀਂ ਪਾਉਣੀਆਂ। ਕਹਿੰਦੇ ਸਵਾਲ ਹੀ ਪੈਦਾ ਨਹੀਂ ਹੁੰਦਾ। ਤੀਸਰਾ, ਉਹ ਕਹਿੰਦੇ ਜਿਹੜੇ ਹੈਗੇ ਆ ਫਰੂਟ, ਫਲ ਨੇ, ਉਹਨਾਂ ਦੇ ਉੱਤੇ ਚਾਹ ਪੱਤੀ ਨਾਲੋਂ 10 ਗੁਣਾ ਵੱਧ ਦਵਾਈਆਂ ਤੇ ਖਾਦਾਂ ਛਿੜਕ ਹੁੰਦੀਆਂ। ਉਹ ਕਹਿੰਦੇ ਬੜੇ ਵਧੀਆ ਸਪਲਾਈ ਕੀਤੇ ਤੇ ਲੈ ਤੇ ਚਾਹ ਪੱਤੀ ਮੋੜ ਦਿੱਤੀ ਹੈ ਕਿ ਕਿਤੇ ਇਹਦੇ ਪਿੱਛੇ ਭਾਰਤ ਦੇ ਵਪਾਰ ਨੂੰ ਢਾਹ ਲਾਉਣ ਦੀ ਸਾਜ਼ਿਸ਼ ਤਾਂ ਨਹੀਂ। ਦੋਨੇ ਹੀ ਪੱਖ ਸੰਧਾਲੀਆ ਸਾਹਿਬ ਮੈਨੂੰ ਲੱਗਦਾ ਕਿ ਵਿਚਾਰਨ ਵਾਲੇ ਨੇ। ਇਹ ਬਿਲਕੁਲ ਵਿਚਾਰਨ ਵਾਲੇ ਆ, ਪਰ ਦੇਖੋ ਜਿੱਦਾਂ ਤੁਸੀਂ ਆਹ WhatsApp ਜ਼ਿਕਰ ਕੀਤਾ ਨਾ ਅਗਲੀ ਗੱਲ ਦਾ, ਉਹਦੇ ਨਾਲ ਤੇ ਮੈਂ 50% ਸਹਿਮਤ ਹੋ ਸਕਦਾ, 50% ਨਹੀਂ। ਉਹਦੇ ਪਿੱਛੇ ਕਾਰਨ ਇਹ ਆ ਵੀ ਠੀਕ ਆ, ਸਰਕਾਰ ਦੀ ਅੱਖ ਹੁੰਦੀ ਹੈ ਜੀ ਆਹ ਨਾ ਹੋਵੇ, ਆਹ ਨਾ ਹੋਵੇ,
ਪਰ ਇਹ ਕੋਈ ਲੁਕੀ ਛਿਪੀ ਗੱਲ ਨਹੀਂ ਹੈਗੀ ਕਿ ਜਿੰਨਾ ਇਸ ਦੇਸ਼ ਭਾਰਤ ਦੇਸ਼ ਮਹਾਨ ਦੇ ਵਿੱਚ ਖੇਤੀਬਾੜੀ ਦੇ ਨਾਲ ਰਿਲੇਟਡ ਕੰਪਨੀਆਂ ਬਣਾਉਣ ਵਾਲੇ, ਬੀਜ ਬਣਾਉਣ ਵਾਲੇ, ਇਨਸੈਕਟੀਸਾਈਡ, ਪੈਸਟੀਸਾਈਡ ਬਣਾਉਣ ਵਾਲੇ ਜੋ ਕੁਝ ਵੀ ਕਰਦੇ ਨੇ ਜਾਂ ਜੋ ਕੁਝ ਵੀ ਚੱਲਦਾ, ਉਹ ਬਸ ਰਹੇ ਰੱਬ ਦਾ ਨਾਲ ਹੀ ਗੱਲਬਾਤ। ਮੈਂ ਅੱਗੇ ਵੀ ਬੜੀ ਵਾਰ ਜ਼ਿਕਰ ਕੀਤਾ ਵੀ ਪਤਾ ਨਹੀਂ ਕਾਨੂੰਨ ਨੂੰ ਕਿਵੇਂ ਵਰਤ ਲਿਆ ਜਾਂਦਾ। ਉੱਤੇ ਸਾਰਾ ਕੁਝ ਲਿਖਿਆ ਹੋਊਗਾ, ਇਹਦੇ 'ਚ ਆਹ ਹੈ, ਆਹ ਹੈ, ਆਹ ਹੈ, ਆਹ ਹੈ, ਇੱਦਾਂ ਹੈ, ਇੱਦਾਂ ਹੈ, ਇੱਦਾਂ ਹੈ। ਥੱਲੇ ਇੱਕ ਲਾਈਨ ਲਿਖ ਕੇ ਅਗਲੇ ਬੰਦੇ ਸਾਰਾ ਕੁਝ ਆਪਣਾ ਬਰੀ ਕਰ ਲੈਂਦੇ ਆ, ਕਿਉਂਕਿ ਇਹਦੀ ਵਰਤੋਂ ਸਾਡੀ ਪਹੁੰਚ ਖੇਤਰ ਤੋਂ ਬਾਹਰ ਹੋਣੀ ਹੈ। ਇਸ ਕਰਕੇ ਇਹਦੇ ਨਤੀਜਿਆਂ ਦੀ ਜ਼ਿੰਮੇਵਾਰੀ ਅਸੀਂ ਨਹੀਂ ਲੈਂਦੇ। ਆਹ ਤਾਂ ਬੜਾ ਵਧੀਆ ਕੰਮ ਹੋ ਗਿਆ ਨਾ, ਵੀ ਮਤਲਬ ਇਹ ਆ ਵੀ ਦਵਾਈ ਅਸੀਂ ਬਣਾਤੀ, ਇਹ ਆਹ ਕੰਮ ਕਰਦੀ ਆ, ਕਿਉਂਕਿ ਸਾਡਾ ਕਿਉਂਕਿ ਵਰਤੋਂ ਜਦੋਂ ਹੋਣੀ ਉਦੋਂ ਅਸੀਂ ਉੱਥੇ ਹੋਣਾ ਨਹੀਂ। ਇਸ ਕਰਕੇ ਇਹਦੇ ਨਤੀਜੇ ਕੀ ਹੋਣਗੇ ਸਾਡੀ ਕੋਈ ਗਰੰਟੀ ਨਹੀਂ। ਇਹ ਤਾਂ ਯਾਰ ਹਰੇਕ ਬੰਦੇ ਕਹਿਦਾ। ਹੁਣ ਜੇ ਮੰਨ ਲਓ ਅਗਲੇ ਬੰਦੇ ਨੇ ਖੰਡ ਬਣਾਈ ਤੇ ਖੰਡ ਵਾਲਾ ਆ ਕੇ ਵੀ ਅਸੀਂ ਤਾਂ ਆਪਣੇ ਵੱਲੋਂ ਮਿੱਠੀ ਘੱਲੀ, ਹੁਣ ਪਤਾ ਨਹੀਂ ਤੁਸੀਂ 2 ਚਮਚੇ ਘੱਟ ਪਾ ਲਓ, ਜੇ ਕੱਲ ਨੂੰ ਚਾਹ ਫੀਕੀ ਹੋਈ ਤਾਂ ਸਾਡੀ ਗਰੰਟੀ ਕੋਈ। ਇਹ ਕੋਈ ਤਰੀਕਾ ਨਾ ਹੋਇਆ। ਮੇਰਾ ਖਿਆਲ ਵੀ ਜਦ ਤੱਕ ਇਹਦੇ ਤੇ ਕੋਈ ਨਾ ਕੋਈ ਕੰਮ ਨਹੀਂ ਕੀਤਾ ਜਾਂਦਾ ਜਾਂ ਸਰਕਾਰ ਵਾਲੇ ਪਾਸੇ ਚੂੜੀ ਟੈਟ ਨਹੀਂ ਕੀਤੀ ਜਾਂਦੀ ਵੀ ਵੀਰ ਮੇਰਿਓ ਜੋ ਤੁਸੀਂ ਲਿਖਿਆ ਉਹਦੇ ਹਿਸਾਬ ਨਾਲ ਅਗਲਾ ਬੰਦਾ ਪਾਉਂਦਾ, ਤੇ ਜੇ ਉਹਦੇ ਬਾਵਜੂਦ ਵੀ ਉੱਤੇ ਥੱਲੇ ਚੀਜ਼ ਹੁੰਦੀ ਆ ਤੇ ਤੁਹਾਡਾ ਫਰਜ਼ ਬਣਦਾ ਵੀ ਉੱਥੇ ਜਾ ਕੇ ਤੁਸੀਂ ਸਮਝਾਓ। ਹਾਂ, ਜੇ ਤੁਹਾਨੂੰ ਲੱਗਦਾ ਵੀ ਇਹ ਚੀਜ਼ ਬਣਾਤੀ ਆ, ਉਹਦੇ 'ਚ ਕੋਈ ਕਮੀ ਪੇਸ਼ੀ ਆ, ਤੇ ਐਂਡ ਪ੍ਰੋਡਕਟ ਜਾਂ ਜਿੱਥੇ ਜਾ ਕੇ ਉਹ ਵਰਤੀ ਜਾਣੀ ਹੈ ਚੀਜ਼, ਉੱਥੇ ਕੋਈ ਵੀ ਨਾ ਨੁੱਕਰ ਵਾਲੀ ਗੱਲਬਾਤ ਹੁੰਦੀ ਹੈ ਤੇ ਜ਼ਿੰਮੇਵਾਰੀ ਤੁਹਾਡੀ ਹੋਊਗੀ। ਕਿਉਂਕਿ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਬਥੇਰੀ ਕਮਾਈ ਹੈਗੀ ਆ, ਮੋਟਾ ਪੈਸਾ। ਹਾਂ, ਜਦੋਂ ਅੰਤਰਰਾਸ਼ਟਰੀ ਪੱਧਰ 'ਤੇ ਇਹੋ ਜਿਹਾ ਰੌਲਾ ਰੱਪਾ ਪੈ ਜਾਂਦਾ, ਮੁਲਕ ਦੀ ਬਦਨਾਮੀ ਹੁੰਦੀ ਆ, ਉਹ ਵਾਕਿਆ ਕਿਤੇ ਨਾ ਕਿਤੇ ਨਮੋਸ਼ੀ ਦਾ ਕਾਰਨ ਬਣਦੀਆਂ ਚੀਜ਼ਾਂ। ਸੋ ਮੈਨੂੰ ਲੱਗਦਾ ਸਰਕਾਰ ਵੀ ਇਸ ਪਾਸੇ ਜ਼ਰੂਰ ਸੋਚੇ। ਖੈਰ, ਸਰਕਾਰ ਤਾਂ ਹੁਣ ਸੋਚਣ ਲਈ ਬੈਠੀ ਆ। ਖੇਤੀਬਾੜੀ ਬਾਰੇ ਆਪਾਂ ਨੂੰ ਚੇਤਾ ਆ ਗਿਆ, ਤੋਮਰ ਸਾਹਿਬ ਬੈਠੇ ਨੇ ਨਾਲ, ਵੱਖਰੇ ਵੱਖਰੇ ਸਟੇਟਾਂ ਦੇ ਖੇਤੀਬਾੜੀ ਮੰਤਰੀ ਸਾਹਿਬਾਨ ਬੈਠੇ ਨੇ, ਤੇ ਆਪਣੇ ਕੁਲਦੀਪ ਸਿੰਘ ਧਾਲੀਵਾਲ ਹੋਣੀ ਪੰਜਾਬ ਤੋਂ ਖੇਤੀਬਾੜੀ ਮੰਤਰੀ ਨੇ। ਉਹਨਾਂ ਨੂੰ ਵੀ ਮੌਕਾ ਮਿਲਿਆ ਬਹਿ ਕੇ ਗੱਲਬਾਤ ਕਰਨ ਦਾ। ਉਹਨਾਂ ਨੇ ਫੇਰ ਮੰਗਾਂ ਰੱਖੀਆਂ ਉਹਨਾਂ ਦੇ ਅੱਗੇ। ਉਹ ਕਹਿੰਦੇ ਮਹਾਰਾਜ ਦੇਖੋ ਗੱਲ ਇਹ ਹਜ਼ੂਰ ਵੀ ਖੇਤੀ ਜਿਹੜੀ ਹੈ ਜੀ, ਜੇ ਉਹਨੂੰ ਸੁਧਾਰਨਾ, ਖੇਤੀਬਾੜੀ 'ਚ ਕੁਛ ਕਰਨਾ, ਤੇ ਫਿਰ ਮਹਾਰਾਜ ਸਾਨੂੰ ਚਾਹੀਦਾ ਪੈਕੇਜ, ਆਰਥਿਕ ਪੈਕੇਜ ਤੁਸੀਂ ਦਿਓ ਸਾਨੂੰ। ਇੱਕ ਵਾਰ ਪੈਰਾਂ ਸਿਰ ਕਰ ਲਓ, ਕਿਉਂਕਿ ਬਾਰਡਰ ਏਰੀਆ ਪੰਜਾਬ, ਤਾਰਾਂ ਤੋਂ ਪਾਰ ਜਿਹੜੀ ਜ਼ਮੀਨ ਹੈ ਉੱਥੇ ਦੱਸੋ ਅਸੀਂ ਕੀ ਬੀਜ ਲਈਏ, ਸਾਡੀ ਬਾਂਹ ਫੜੋਗੇ ਤੇ ਫਿਰ ਹੀ ਕੋਈ ਨਾ ਕੋਈ ਮਸਲਾ ਹੱਲ ਹੋਊ। ਸਭ ਤੋਂ ਵੱਡੀ ਗੱਲ ਜਿਹੜੀ ਬੜੇ ਚਿਰ ਤੋਂ ਮਸਲਾ ਉੱਠਦਾ ਆਉਂਦਾ ਸੀ, ਉਹ ਕਹਿੰਦੇ ਵੀ ਕਦੋਂ ਦਾ ਇਹ ਰੂਟ ਇੱਕ ਚੱਲਦਾ ਵਪਾਰ ਵਾਲਾ, ਤੇ ਉਧਰ ਨੂੰ ਆਪਾਂ ਕੰਧ ਲਾਈ ਬੈਠੇ ਹਾਂ ਵੀ ਹੁਣ ਜੇ ਆਪਾਂ ਵਪਾਰ ਹੀ ਨਹੀਂ ਕਰਨਾ, ਆਪਾਂ ਵਪਾਰ ਖੋਲ੍ਹਣਾ ਹੀ ਨਹੀਂ, ਤੇ ਉਹ ਪ੍ਰੋਡਕਟ ਆਪਾਂ ਵੇਚਾਂਗੇ ਕਿੱਦਾਂ? ਤੇ ਜੇ ਉਹ ਵੇਚਣਾ ਹੈ ਪ੍ਰੋਡਕਟ, ਤੇ ਫਿਰ ਆਪਾਂ ਨੂੰ ਵਪਾਰ ਖੋਲ੍ਹਣਾ ਪੈਣਾ। ਹਾਂ, ਉਹਦੇ ਵਿੱਚ ਜਿਹੜੀਆਂ ਕਮੀਆਂ ਪੇਸ਼ੀਆਂ ਵੀ ਇਹਦੇ ਨਾਲ ਆਹ ਆਉਂਦਾ ਜੀ, ਇਹਦੇ ਨਾਲ ਆਹ ਆਉਂਦਾ ਜੀ, ਉਹਨਾਂ ਚੀਜ਼ਾਂ ਦੇ ਉੱਪਰ ਤੁਸੀਂ ਸਖਤੀ ਕਰ ਲਓ, ਪਰ ਵਪਾਰ ਖੋਲ੍ਹਿਆ ਜਾਵੇ, ਆਰਥਿਕ ਪੈਕੇਜ ਦਿੱਤਾ ਜਾਵੇ, ਜਿਹੜੇ ਕੰਡਿਆਲੀ ਤਾਰ ਤੋਂ ਪਾਰ ਨੇ ਕਿਸਾਨ, ਉਹਨਾਂ ਬਾਰੇ ਸੋਚਿਆ ਜਾਵੇ, ਪਲੱਸ ਜਿਹੜੀਆਂ ਨਵੀਆਂ ਤਕਨੀਕਾਂ ਨੇ ਉਹਨਾਂ ਦੇ ਉੱਪਰ ਕੁਛ ਨਾ ਕੁਛ ਸਬਸਿਡਾਈਜ਼ ਕੀਤਾ ਜਾਵੇ, ਤਾਂ ਜੋ ਖੇਤੀ ਨੂੰ ਇਸ ਵਕਤ ਸਰਕਾਰ ਦੇ ਸਹਾਰੇ ਦੀ ਲੋੜ ਹੈ, ਤੇ ਉਹ ਜ਼ਰੂਰ ਦਿਓ ਮਹਾਰਾਜ। ਸੰਧਾਲੀਆ ਸਾਹਿਬ, 2 ਦਿਨ ਦੀ ਕਾਨਫਰੰਸ ਸੀ ਜਿਹਦੇ ਵਿੱਚ ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਤੇ ਸਾਰੇ ਸੂਬਿਆਂ ਦੇ ਖੇਤੀ ਮੰਤਰੀ ਜਾਂ ਪ੍ਰਤੀਨਿਧ ਆਏ। ਪਹਿਲੀ ਗੱਲ ਮੈਨੂੰ ਲੱਗਾ ਕਿ ਜਦੋਂ ਸਾਰੇ ਸੂਬਿਆਂ ਦੇ ਖੇਤੀ ਮੰਤਰੀ ਬਹਿੰਦੇ ਆ, ਹੋ ਸਕਦਾ ਉਹਨਾਂ ਦੇ ਵਿੱਚੋਂ ਸਾਰੇ ਜਣੇ ਇੱਕ ਦੂਜੇ ਦੇ ਕੰਨ 'ਚ ਫੂਕ ਮਾਰ ਕੇ ਸਰਦਾਰ ਜੀ ਕੌਣ ਨੇ, ਪਹਿਲਾਂ ਕਦੇ ਦੇਖੇ ਤਾਂ ਹੈ ਨਹੀਂ, ਮਿਨਿਸਟਰ ਨੇ। ਕਿਉਂਕਿ ਧਾਲੀਵਾਲ ਸਾਹਿਬ ਪਹਿਲੀ ਵਾਰੀ ਬਣੇ ਆ, ਬਹੁਤੇ ਬੰਦੇ ਪੰਜਾਬ ਦੀ ਵਿਧਾਨ ਸਭਾ 'ਚ ਪਹਿਲੀ ਵਾਰੀ ਬਣੇ ਆ, ਬਾਕੀ ਤਾਂ ਕੋਈ 5 ਸਾਲ ਬਣ ਗਿਆ, ਕੋਈ 10 ਸਾਲ ਬਣ ਗਿਆ, ਕੋਈ ਫਿਰ 15 ਸਾਲੀ ਬਣ ਗਿਆ। ਜਾਣੀ ਬਾਕੀ ਇੱਕ ਦੂਜੇ ਨੂੰ ਜਾਣਦੇ ਪਛਾਣਦੇ ਹੁੰਦੇ ਆ, ਵਿਆਹਾਂ ਸ਼ਾਦੀਆਂ ਦੇ ਉੱਤੇ ਮਿਲਦੇ ਰਹਿੰਦੇ ਆ, ਸਿਆਸੀ ਤੌਰ ਤੇ ਕਦੇ ਗੱਠਜੋੜ ਹੋ ਗਿਆ ਤੇ ਕਦੇ ਟੁੱਟ ਗਿਆ। ਪਰ ਇਹਨਾਂ ਨੂੰ ਪਹਿਲੀ ਵਾਰੀ ਮਿਲੇ ਹੋਣੇ ਆ, ਤੇ ਇਹਨਾਂ ਨੂੰ ਵੀ ਐਡੀ ਵੱਡੀ ਕਾਨਫਰੰਸ ਦੇ ਵਿੱਚ ਜਾਣ ਦਾ ਧਾਲੀਵਾਲ ਸਾਹਿਬ ਨੂੰ ਮੌਕਾ ਪਹਿਲੀ ਵਾਰੀ ਮਿਲਿਆ ਹੋਣਾ। ਪਰ ਚੰਗਾ ਹੋਇਆ ਅਗਲਿਆਂ ਨੇ ਖੇਤੀਬਾੜੀ ਮੰਤਰੀ ਸਾਹਿਬ ਨੂੰ ਕਿਹਾ, ਘੱਟੋ ਘੱਟ ਪੰਜਾਬ ਦੀ ਐਕਚੁਅਲ ਸਮੱਸਿਆ ਉੱਥੇ ਪਹੁੰਚੀ ਹੋਊਗੀ, ਅਸਲੀਅਤ, ਕਿ ਭਾਈ ਕੰਡਿਆਲੀ ਤਾਰ ਤੋਂ ਪਾਰ ਗੰਨਾ ਨਹੀਂ ਬੀਜਿਆ ਜਾ ਸਕਦਾ, ਕੰਡਿਆਲੀ ਤਾਰ ਤੋਂ ਪਾਰ ਮੱਕੀ ਨਹੀਂ ਅਗਲੇ ਬੀਜਣ ਦਿੰਦੇ, ਕਿ ਕੱਦ ਕੱਢਦੀ ਆ, ਵੱਡੀ ਹੁੰਦੀ ਆ, ਤੇ ਘੁਸਪੈਠ ਦਾ ਖਤਰਾ ਹੁੰਦਾ। ਅਗਲੇ ਫਿਰ ਉਸ ਕਮਾਦ ਦੇ ਵਿੱਚ ਜਾਂ ਮੱਕੀ ਦੇ ਵਿੱਚ ਬੈਠ ਕੇ ਚਲਾ ਕੇ ਹੈਰੋਇਨ ਦੇ ਪੈਕਟ ਇੱਧਰਲੇ ਪਾਸੇ ਨੂੰ ਸੁੱਟਦੇ, ਹਥਿਆਰ ਸੁੱਟਦੇ ਆ। ਆਪਾਂ ਨਹੀਂ ਬੀਜਦੇ, ਦੇਸ਼ ਦੀ ਸੁਰੱਖਿਆ ਦਾ ਜੇ ਮਸਲਾ, ਤੇ ਸਾਡੀ ਆਮਦਨ ਭਾਵੇਂ ਘਟ ਜਾਏ, ਅਸੀਂ ਦੇਸ਼ ਨਾਲ ਖੜੇ ਹਾਂ। ਪਰ ਜੇ ਕਿਸਾਨ ਦੇਸ਼ ਦੇ ਨਾਲ ਖੜਾ ਤਾਂ ਸਰਕਾਰ ਕਿਸਾਨ ਦੇ ਨਾਲ ਖੜੇ। ਇਹ ਗੱਲ ਉਮੀਦ ਕਰਦੇ ਹਾਂ ਕਿ ਧਾਲੀਵਾਲ ਸਾਹਿਬ ਚੰਗੇ ਤਰੀਕੇ ਤੋਮਰ ਸਾਹਿਬ ਨੂੰ ਦੱਸ ਸਮਝਾ ਸਕੇ ਹੋਣਗੇ, ਉਮੀਦ ਹੈ। ਦੂਸਰਾ, ਆ ਜਿਹੜੇ ਰੂਟ ਦੀ ਗੱਲ ਸੰਧਾਲੀਆ ਸਾਹਿਬ ਤੁਸੀਂ ਕਰ ਦਿੱਤੀ ਨਾ, ਇਹ ਮੈਨੂੰ ਲੱਗਦਾ ਕਿ ਪੰਜਾਬ ਕੀ, ਹਿਮਾਚਲ ਕੀ, ਹਰਿਆਣਾ ਕੀ, ਥੋੜ੍ਹਾ ਜਿਹਾ ਯੂਪੀ ਕੀ, ਸਾਰੇ ਇਲਾਕਿਆਂ ਦੀ ਸਮੱਸਿਆ ਦਾ ਹੱਲ ਇੱਥੋਂ ਨਿਕਲਦਾ। ਹੁਣ ਤਾਂ ਵੈਸੇ ਪਾਕਿਸਤਾਨ ਨੂੰ ਵੀ ਸਮਝਣਾ ਚਾਹੀਦਾ, ਅਫਗਾਨਿਸਤਾਨ ਨੂੰ ਵੀ ਸਮਝਣਾ ਚਾਹੀਦਾ, ਭਾਰਤ ਨੂੰ ਤਾਂ ਸਮਝਣਾ ਹੀ ਚਾਹੀਦਾ ਕਿ ਭਾਈ ਲੜ ਭਿੜ ਕੇ ਇੱਕ ਦੂਜੇ ਤੇ ਬੰਬ ਸਿੱਟ ਕੇ, ਗੋਲੀਆਂ ਚਲਾ ਕੇ, ਹਥਿਆਰ ਖਰੀਦ ਕੇ ਕੱਖ ਨਹੀਂ ਜੇ ਬਣਨਾ।
ਸਿਆਚਿਨ ਗਲੇਸ਼ੀਅਰ ਦੇ ਉੱਤੇ ਉਹ ਵੀ ਫੌਜੀ ਖੜੀ ਕਰੀ ਰੱਖਦੇ, ਅਸੀਂ ਵੀ ਫੌਜੀ ਖੜੀ ਕਰ ਰੱਖਦੇ ਹਾਂ। ਤੇ ਜਦੋਂ ਫੌਜਾਂ ਖੜੀਆਂ ਹੁੰਦੀਆਂ ਤੇ ਉਹਨਾਂ ਦੇ ਵਿੱਚੋਂ ਸ਼ਹਾਦਤਾਂ ਵੀ ਹੁੰਦੀਆਂ। ਉੱਥੇ ਰਹਿਣ ਦਾ ਹੀ ਖਰਚ ਬੜਾ ਹੁੰਦਾ ਕਿਉਂਕਿ ਠੰਡ ਬੜੀ ਹੈ। ਉਹੀ ਰੁਪਈਆ ਟਕਾ ਜੇ ਕਿਤੇ ਦੋਨਾਂ ਪਾਸਿਆਂ ਦੀਆਂ ਸਰਕਾਰਾਂ ਲੋਕਾਂ ਦੇ ਉੱਤੇ ਲਾਉਣ, ਰਲ ਮਿਲ ਕੇ ਰਹਿਣ, ਤਾਂ ਸੰਧਾਲੀਆ ਸਾਹਿਬ ਕਿਆ ਹੀ ਬਾਤਾਂ। ਤੁਸੀਂ ਦੇਖੋ ਕਿ UNO ਦੀ ਇੱਕ ਰਿਪੋਰਟ ਆਈ ਹੈ ਪਿਛਲੇ ਦਿਨੀ ਕਿ ਦੁਨੀਆ ਦੇ 82 ਕਰੋੜ ਲੋਕ ਐਸੇ ਨੇ, 82 ਕਰੋੜ 82 80 ਜਮਾ 2 ਬਰਾਬਰ 82, ਜਿਨ੍ਹਾਂ ਨੂੰ ਰੋਜ਼ ਢਿੱਡ ਭਰ ਕੇ ਰੋਟੀ ਨਹੀਂ ਮਿਲਦੀ। 4 ਬੰਦੇ ਹੁਣ 8 ਹੁਣ 1000 ਹੁਣ 10000 ਹੁਣ 20000 ਹੁਣ 20 ਲੱਖ ਹੁਣ ਸਮਝ ਆਉਂਦੀ ਹੈ ਯਾਰ। 82 ਕਰੋੜ ਲੋਕ ਉਹ ਨੇ ਜਿਨ੍ਹਾਂ ਨੂੰ ਰੋਟੀ ਟੁੱਕ ਨਹੀਂ ਮਿਲਦਾ। ਅਸੀਂ ਕਹਿੰਦੇ ਕਿ ਆਲਮੀ ਪਿੰਡ ਬਣ ਗਈ ਦੁਨੀਆ, ਗਲੋਬਲ ਵਿਲੇਜ ਬਣ ਗਈ ਦੁਨੀਆ। ਅੱਜ ਹਰ ਇੱਕ ਬੰਦੇ ਦਾ, ਹਰ ਇੱਕ ਬੰਦੇ ਨੂੰ ਪਤਾ ਜੀ ਅੱਜ WhatsApp ਹੈ, Snapchat ਹੈ, Facebook ਹੈ, YouTube ਹੈ। ਅੱਜ ਤਾਂ 1 ਸਕਿੰਟ 'ਚ ਪਤਾ ਲੱਗਦਾ ਕਿ ਇੱਥੇ ਕੀ ਹੋਇਆ ਤੇ ਉਹਦਾ ਅਸਰ ਦੂਜੇ ਥਾਂ ਕੀ ਜਾਊ। ਆ 82 ਕਰੋੜ ਲੋਕ ਜਿਹੜੇ ਭੁੱਖੇ ਸੌਂਦੇ ਆ ਦੁਨੀਆ 'ਚ, ਉਹਨਾਂ ਦਾ ਤਾਂ ਕਿਸੇ ਨੂੰ ਪਤਾ ਨਹੀਂ ਲੱਗਾ। ਅਫਗਾਨਿਸਤਾਨ ਦੇ ਵਿੱਚ ਜਿੰਨੇ ਮਰਜ਼ੀ ਰੁਪਈਆਂ ਦੇ ਹਥਿਆਰ ਵਰਤ ਲਓ, ਇਧਰਲੇ ਪਾਸੇ ਯੂਕਰੇਨ ਤੇ ਰੂਸ ਦੀ ਲੜਾਈ ਲੱਗੀ ਹੈ, ਜਿੰਨੇ ਮਰਜ਼ੀ ਰੁਪਈਆਂ ਦੇ ਹਥਿਆਰ ਵਰਤ ਲਓ। ਆ ਚੀਨ ਵਾਲੇ ਤੀਜੇ ਇੱਕ ਦਿਨ ਤਾਈਵਾਨ ਦੇ ਕੋਲ ਦੀ ਕੰਨ ਦੇ ਕੋਲ ਦੀ ਛੂੰ ਕਰਕੇ ਜਹਾਜ਼ ਲੰਘਾਉਂਦੇ ਆ। ਅਗਲੇ ਦਿਨ ਖਬਰ ਆਉਂਦੀ ਇੱਕ ਵਾਰ ਫਿਰ ਹਵਾਈ ਖੇਤਰ ਦੀ ਹੋਈ ਉਲੰਘਣਾ। ਹਰ ਚੌਥੇ ਪੰਜਵੇਂ ਦਿਨ ਕੋਈ ਨਾ ਕੋਈ ਦੇਸ਼ ਕਹਿੰਦਾ ਅਸੀਂ ਆਹ ਮਿਜ਼ਾਈਲ ਬਣਾ ਲਈ ਹੈ, ਅਸੀਂ ਆਹ ਬੰਬ ਬਣਾ ਲਿਆ। ਉਹ ਤੁਹਾਡੇ ਤੋਂ ਤਾਂ ਲੋਕਾਂ ਦੇ ਢਿੱਡ ਨਹੀਂ ਭਰ ਹੋ ਰਹੇ, ਤੁਸੀਂ ਬੰਬ ਬਣਾ ਕੇ ਮਿਜ਼ਾਈਲਾਂ ਬਣਾ ਕੇ ਕਰੋਗੇ ਕੀ? ਪਾਕਿਸਤਾਨ ਦੇ ਵਿੱਚ ਥੋੜੀ ਜਿਹੜੀ ਅਥੂਤ ਹੋਈ ਆ ਪਿਛਲੇ ਸਮੇਂ 'ਚ ਕਿ ਭਾਈ ਦੁਨੀਆ ਭਰ ਤੋਂ ਕਰਜ਼ ਲੈਣ ਦੇ ਲਈ ਉਹਨਾਂ ਦੀਆਂ ਸ਼ਰਤਾਂ ਮੰਨਣੀਆਂ ਪੈ ਰਹੀਆਂ। ਭਾਰਤ ਦੀਆਂ ਆਪਣੀਆਂ ਸਮੱਸਿਆਵਾਂ ਇਸ ਕਰਕੇ ਸਮਾਂ। ਸੰਧਾਲੀਆ ਸਾਹਿਬ ਦੋਨਾਂ ਦੇਸ਼ਾਂ ਦੇ ਹੁਕਮਰਾਨ ਥੋੜ੍ਹਾ ਜਿਹਾ ਸਮਝਣ। ਜਿਉਂਦੇ ਕੁੱਕੜ ਅੱਗ 'ਚ ਸੁੱਟ ਕੇ ਭਲਾ ਨਹੀਂ ਹੋ ਸਕਦਾ ਲੋਕਾਂ ਦਾ, ਜਿੱਦਾਂ ਪਾਕਿਸਤਾਨ ਦੇ ਇੱਕ ਹੁਕਮਰਾਨ ਦੀ ਨੇੜਲੀ ਬੀਬੀ ਨੇ ਕੀਤਾ। ਹੁਣ ਤਾਂ ਲਾਂਘਾ ਖੁੱਲੇ, 4 ਪੈਸੇ ਭਾਰਤ ਦੇ ਕਿਸਾਨ ਵੱਟਣ, ਲਾਂਘਾ ਖੁੱਲੂਗਾ ਤਾਂ ਪਾਕਿਸਤਾਨ ਦੇ ਵਿੱਚ ਕੁਝ ਚੀਜ਼ਾਂ ਸਸਤੀਆਂ ਹੋਣਗੀਆਂ, ਕੁਝ ਕਿਰਾਇਆ ਭਾੜਾ ਉਹਨਾਂ ਨੂੰ ਮਿਲੂਗਾ, ਪਾਕਿਸਤਾਨ ਦਾ ਵੀ ਸਮਾਨ ਦੂਜੇ ਦੇਸ਼ਾਂ ਦੇ ਵਿੱਚ ਜਾਊਗਾ। ਨੁਕਸਾਨ ਕੋਈ ਨਹੀਂ। ਤੋਮਰ ਸਾਹਿਬ ਵੀ ਸੋਚਣ ਵਿਚਾਰਨ, ਪਾਕਿਸਤਾਨੀ ਸਰਕਾਰ ਵੀ ਸੋਚੇ, ਪੰਜਾਬ ਦਾ ਭਲਾ ਹੋ ਜੂ। ਇਹ ਬਿਲਕੁਲ ਭਲਾ ਹੋ ਜਾਊਗਾ। ਇੱਕ ਨਾ ਇਹਦੇ ਤੇ ਜਿਹੜਾ ਵਾਰ-ਵਾਰ ਉਜਰ ਕੀਤਾ ਜਾਂਦਾ ਸੀਗਾ ਪਿਛਲੇ ਸਮੇਂ ਦੇ ਵਿੱਚ, ਵਪਾਰ ਬੰਦ ਹੋਣ ਪਿੱਛੇ 2 ਕਾਰਨ ਰਹੇ। ਇੱਕ ਤਾਂ ਕਹਿੰਦੇ ਸੀ ਜੀ ਉੱਥੇ ਜਿਹੜਾ ਕੋਵਿਡ ਕਰਕੇ ਥੋੜਾ ਜਿਹਾ ਮਸਲਾ ਬੰਦ ਹੋ ਗਿਆ, ਫਿਰ ਕਹਿੰਦੇ ਜੀ ਨਸ਼ਾ ਆਉਂਦਾ, ਫਿਰ ਇਹ ਚੱਲ ਪਿਆ ਜੀ ਵੀ ਉੱਥੇ ਦਾ ਜੀ ਟਰੱਕਾਂ ਵਾਲਾ ਸਕੈਨਰ ਵੀ ਲਾਇਆ ਸੀ ਉਹ ਵੀ ਖਰਾਬ ਹੋ ਗਿਆ। ਦੇਖੋ ਕਾਰਨ ਹੈ, ਤਕਨੀਕ ਬੜੀ ਜ਼ਰੂਰੀ ਹੈ, ਤਕਨੀਕ ਆਉਣੀ ਚਾਹੀਦੀ ਹੈ, ਪਰ ਇਹ ਟਰੱਕ ਸਕੈਨ ਕਰਨੇ, ਵੱਡੇ ਵੱਡੇ ਬੇੜੇ ਸਕੈਨ ਕਰਨੇ, ਇਹ ਸਾਰੀਆਂ ਸਕੈਨਿੰਗ ਕਰਨ ਵਾਲੀਆਂ ਚੀਜ਼ਾਂ ਤੇ ਉਹ ਮੁਲਕ ਕਰਨ ਜਿਨ੍ਹਾਂ ਮੁਲਕ ਕੋਲੇ ਬੰਦੇ ਹੈ ਨਹੀਂ। ਆਪਣੇ ਤੇ ਸੁੱਖ ਨਾਲ ਇਹ ਵੀ ਪਤਾ ਲੱਗ ਗਿਆ ਵੀ ਸ਼ਾਇਦ ਆਉਂਦੇ 1.5-2 ਸਾਲ ਤੱਕ ਦੁਨੀਆ ਦੀ ਸਭ ਤੋਂ ਵੱਧ ਆਬਾਦੀ ਵਾਲਾ ਆਪਾਂ ਮੁਲਕ ਹੋ ਜਾਣਾ, ਤੇ ਆਪਾਂ ਨੂੰ ਇਹ ਵੀ ਪਤਾ ਵੀ ਬੰਦੇ ਆਪਣੇ ਕੋਲੇ ਬੇਰੁਜ਼ਗਾਰ ਵੀ ਬਥੇਰੇ ਤੁਰੇ ਫਿਰਦੇ। ਇਹ ਕਿਹੜੀ ਕਿਤਾਬ 'ਚ ਲਿਖਿਆ ਵੀ ਜ਼ਰੂਰੀ ਆ ਵੀ ਆਪਾਂ ਟਰੱਕ ਭਰਿਆ ਭਰਾਤਾ ਜਿਹੜਾ ਉਹੀ ਸਕੈਨ ਕਰਨਾ? ਟਰੱਕ ਇੱਕ ਪਾਸੇ ਲਾ ਕੇ ਮੈਂ ਨਾ ਵੀ ਚਲੋ ਮੈਂ ਇਹ ਵੀ ਨਹੀਂ ਆਂਦਾ ਵੀ ਤੁਸੀਂ ਕੱਲਾ ਟਮਾਟਰ ਚੋਕ ਕੇ ਸਕੈਨ ਕਰਦੇ ਫਿਰ ਉਹ ਕ੍ਰੇਟ ਜੇ ਵਿੱਚੋਂ ਕੱਢ ਕੇ ਸਕੈਨ ਕੀਤੇ ਜਾਂਦੇ। ਕਿੱਡੀ ਗੱਲਾਂ 'ਚ ਗੱਲ ਆ ਵੀ ਇੱਕ ਟਰੱਕ ਆ ਉਹ ਇਧਰਲੇ ਪਾਸੇ ਲੱਗਾ, ਜੇ ਅਗਲਾ ਆਂਦਾ ਵੀ ਟਰੱਕ ਇੱਧਰੋਂ ਉੱਧਰ ਨਹੀਂ ਜਾਣ ਦੇਣਾ, ਨਾ ਜਾਣ ਦਿਓ, ਕੀ ਪ੍ਰੋਬਲਮ ਹੈ? ਉਹਦੇ 'ਚੋਂ ਜਿਹੜਾ ਵੀ ਕ੍ਰੇਟ ਆ ਉਹ ਇੱਕ ਕ੍ਰੇਟ ਤਾਂ ਚੱਕ ਕੇ ਸਾਰੇ ਬੰਦੇ ਉੱਧਰ ਲੰਘਾ ਹੀ ਸਕਦੇ ਕਿ ਨਹੀਂ। ਰਹੀ ਗੱਲ ਮੈਨ ਪਾਵਰ ਦੀ, ਨਾਲੇ ਤਾਂ ਉੱਥੇ ਲੋਕਾਂ ਨੂੰ ਰੋਜ਼ਗਾਰ ਮਿਲੂਗਾ, ਨਾਲੇ ਸਕੈਨਿੰਗ ਕਰਨੀ ਸੌਖੀ ਹੋ ਜਾਊਗੀ, ਨਾਲੇ ਸਾਜ਼ੋ ਸਮਾਨ ਜਦੋਂ ਜਾਣ ਲੱਗ ਜਾਊਗਾ ਤੇ ਇਹ ਵੀ ਧੁੜਕੂ ਨਹੀਂ ਰਹੂਗਾ ਵੀ ਪਤਾ ਨਹੀਂ ਇਹਦੇ 'ਚ ਕੀ ਬਣਦੀ, ਕਿਉਂਕਿ ਕ੍ਰੇਟ ਵੀ ਸਾਰੇ ਪਾਸਿਓਂ ਨੰਗਾ ਲੀਦਾ ਹੁੰਦਾ ਤੇ ਟਮਾਟਰ ਦੇ ਵਿੱਚ ਤੇ ਕਿਸੇ ਨੇ ਕੀ ਰੱਖ ਕੇ ਲੈ ਜਾਣਾ। ਹਾਂ, ਜੇ ਰਖਾਉਣ ਦੇ ਡਰ ਦੀ ਗੱਲ ਹੈ ਵੀ ਆਪਣੇ ਸਿਰਫ ਇਸ ਵਪਾਰ ਬੰਦ ਕਰਨ ਦੇ ਨਾਲ ਹੋਰ ਚੀਜ਼ਾਂ ਨਾ ਆ ਜਾਣ, ਤੇ ਜਿਨ੍ਹਾਂ ਨੇ ਰਾਹ ਰੱਖੇ ਨੇ ਉਹ ਤੇ ਆਪਾਂ ਸੁਣ ਵੀ ਦੇਖ ਲਿਆ ਸੀ ਵੀ ਪੰਜਾਬ ਪੁਲਿਸ ਨੇ ਦੱਸਿਆ ਪਹਿਲਾਂ ਗੁਜਰਾਤ ਵਾਲੀ ਬੰਦਰਗਾਹ ਤੋਂ ਸੌਦਾ ਫੜਿਆ, ਹੁਣ ਉਹ ਮਹਾਰਾਸ਼ਟਰ ਦੇ ਵਿੱਚੋਂ ਜਾ ਕੇ ਬੰਦਰਗਾਹ ਤੋਂ ਉੱਧਰੋਂ ਵੀ ਸੌਦਾ ਫੜ ਲਿਆ, ਤੇ ਜਿਹੜੇ ਹਿਸਾਬ ਨਾਲ ਉਹਨਾਂ ਨੇ ਕਹਿੰਦੇ ਵੀ ਉਹ ਪੈਕ ਕਰਕੇ ਤੇ ਵੈਲਡ ਕਰਕੇ ਤੇ ਸਾਰਾ ਕੁਝ ਭੇਜਣ ਵਾਲੇ ਤੇ ਫਿਰ ਉਹ ਰਾਹ ਵੀ ਲੱਭੀ ਜਾਂਦੇ ਨੇ, ਫਿਰ ਜਾਂ ਆਪਾਂ ਉੱਧਰਲੀ ਵਪਾਰ ਬੰਦ ਕਰ ਲਈਏ। ਸੰਤਾਲੀਆ ਸਾਹਿਬ ਇਹ ਜ਼ਰੂਰੀ ਹੈ ਜੀ। ਉਹ ਦੇਖੋ ਲਗਾਤਾਰ 100 ਤੇ 48 ਕਿਲੋ, ਜਾਣੀ ਕਿ 1 ਕੁਆਂਟਲ ਤੇ 48 ਕਿਲੋ, ਜਾਣੀ ਕਿ 1.5 ਕੁਆਂਟਲ ਤੋਂ 2 ਕਿਲੋ ਘੱਟ ਹੈਰੋਇਨ ਫੜੀ ਗਈ ਹੈ। ਤੁਸੀਂ ਬਿਲਕੁਲ ਠੀਕ ਫਰਮਾਇਆ ਕਿ 75 ਕਿਲੋ ਗੁਜਰਾਤ ਦੀ ਬੰਦਰਗਾਹ ਤੋਂ, ਤੇ ਆਹ ਜਿਹੜੀ ਹੁਣ ਮਹਾਰਾਸ਼ਟਰ ਦੀ ਇੱਕ ਬੰਦਰਗਾਹ ਤੋਂ 73 ਕਿਲੋ 73 kg, 1.5 ਕੁਆਂਟਲ ਮੰਨ ਕੇ ਚੱਲਦੇ ਹਾਂ। ਮੈਂ ਸੋਚ ਰਿਹਾ ਸੀ ਕਿ ਕਿੱਥੋਂ ਕਿੱਥੇ ਤੱਕ ਦਾ ਵਪਾਰ ਹੈ। ਇੱਕ ਵੀਡੀਓ ਆਈ ਸੀ 3 ਦਿਨ ਪਹਿਲਾਂ, ਇੱਕ ਔਰਤ ਨੇ ਘਰੇ ਇੱਕ ਭਾਂਡੇ ਦੇ ਵਿੱਚ ਥਾਲ ਜਿਹਾ ਦੇ ਵਿੱਚ ਹੈਰੋਇਨ ਥੋੜੀ ਜਿਹੀ ਪਾਈ ਆ, ਚਿੱਟਾ, ਛੋਟੀਆਂ ਪੁੜੀਆਂ ਬਣਾ ਰਹੀ ਆ, ਛੋਟੀਆਂ ਗ੍ਰਾਮਾਂ ਦੇ ਹਿਸਾਬ ਨਾਲ ਹੀ ਸੌਦਾ ਵਿੱਚ ਪਾਉਂਦੀ ਹੋਣੀ ਬੀਬੀ। ਚਲੋ ਬਾਅਦ 'ਚ ਪੁਲਿਸ ਨੇ ਬੀਬੀ ਫੜ ਲਈ, ਉਹਦੀ ਵੀਡੀਓ ਵਾਇਰਲ ਹੋ ਗਈ ਸੀ। ਘਰੇ ਬੈਠੀ ਪੁੜੀਆਂ ਬਣਾਈ ਜਾਂਦੀ ਹੈ। ਹੁਣ ਮੈਂ ਸੋਚਦਾ ਸੀ ਕਿ ਜਿਹੜੀ ਇਹ 73 ਕਿਲੋ ਹੈਰੋਇਨ ਫੜੀ ਗਈ ਹੈ,
ਉਹ ਬੀਬੀ ਦੇ ਕੋਲ ਪਾਈਆ ਵੀ ਨਹੀਂ ਸੀ ਕੁੱਲ ਜਿਹੜੀ ਉਹ ਲਿਆਈ ਸੀ। ਤੇ 75 ਕਿਲੋ ਨੂੰ ਜੇ ਪਾਈਆ ਦੇ ਵਿੱਚ ਵੰਡੀਏ 300-400 ਥਾਵਾਂ ਦੇ ਉੱਤੇ ਸਪਲਾਈ ਹੋ ਜਾਣੀ ਸੀ। ਉਹ ਪਾਈਆ ਦੀਆਂ ਮੈਨੂੰ ਲੱਗਦਾ ਕਿ 100 ਗਾਂ ਪੁੜੀਆਂ ਬਣਨੀਆਂ ਸੀ। ਹੁਣ ਤੁਸੀਂ ਦੇਖੋ ਕਿ ਕਿੰਨੇ ਹਜ਼ਾਰ ਜਗ੍ਹਾ ਦੇ ਉੱਤੇ ਕੰਮ ਸਪਲਾਈ ਹੋ ਜਾਣਾ ਸੀ। ਇਹ ਤਾਂ ਜੇ 2 ਵਾਰੀ ਫੜੀ ਗਈ ਹੈ ਨਾ। ਕੰਟੇਨਰ ਰੋਜ਼ ਆਉਂਦੇ ਆ, ਵਪਾਰ ਸਾਡਾ ਰੋਜ਼ ਚੱਲਦਾ। ਕੰਟੇਨਰ ਮੁੜ ਕੇ ਭਾਰਤ ਦੇ ਵੱਖ-ਵੱਖ ਹਿੱਸਿਆਂ 'ਚ ਵੀ ਪਹੁੰਚਦੇ ਆ ਤੇ ਜਦੋਂ ਪਹੁੰਚਦੇ ਆ ਤਾਂ ਫਿਰ ਕਿੱਥੇ ਤੱਕ ਗੱਲ ਜਾਊ। ਸੰਧਾਲੀਆ ਸਾਹਿਬ ਇਹ ਗੱਲ ਬਿਲਕੁਲ ਤੁਹਾਡੀ ਠੀਕ ਹੈ ਕਿ ਜੇ ਕੰਮ ਉਧਰਲੇ ਪਾਸਿਓਂ ਚੱਲੀ ਜਾਂਦਾ, ਠੱਲ ਪਵੇ। ਅਸੀਂ ਨਹੀਂ ਕਹਿੰਦੇ ਕਿ ਭਾਈ ਜੇ ਉਧਰਲੇ ਪਾਸੇ ਚੱਲੀ ਜਾਂਦਾ ਤੇ ਇਧਰ ਵਾਘਿਓਂ ਵੀ ਚੱਲੀ ਜਾਣ ਦਿਓ। ਅਸੀਂ ਤਾਂ ਕਹਿੰਦੇ ਕਿ ਭਾਈ ਠੱਲ ਪਾਓ ਜਿਹੜਾ ਵੀ ਕੋਈ ਢੰਗ ਤਰੀਕਾ, ਕਿਉਂਕਿ ਇੱਕ ਸਮੇਂ ਦੀ ਇਨਵੈਸਟਮੈਂਟ ਹੀ ਆ ਸੰਧਾਲੀਆ ਸਾਹਿਬ। ਜੇ ਸਕੈਨਰ ਵੀ ਲਾਉਣਾ ਪੈਂਦਾ, ਇਹ ਨਹੀਂ ਕਿ ਉੱਤੇ ਰੋਜ਼ ਨਵਾਂ ਖਰੀਦਣਾ ਕਿ ਇੱਕ ਵਾਰੀ ਵਿੱਚੋਂ ਦੀ ਚੀਜ਼ ਕੱਢ ਲਈ ਤੇ ਸਕੈਨਰ ਮੁੱਕ ਜਾਣਾ। ਹੁਣ ਤਾਂ ਜਿੰਨੀ ਦੇਰ ਮਰਜ਼ੀ ਚਲਾਓ, ਤੁਸੀਂ ਸਾਂਭ ਕੇ ਸਕੈਨਰ ਨੂੰ ਚਲਾਉਣ ਵਾਲੇ ਬਣੋ। ਗੱਲੇ ਹੀ ਕੋਈ ਨਹੀਂ, ਕਹਾਣੀ ਕੋਈ ਨਹੀਂ। ਤੇ ਕਿਤੇ ਨਾ ਕਿਤੇ ਹੁਣ ਪੰਜਾਬ ਪੁਲਿਸ ਦਾ ਜਿਹੜਾ ਦਾਅਵਾ ਹੈ ਕਿ ਅਸੀਂ 148 ਕਿਲੋ ਹੈਰੋਇਨ 4 ਦਿਨਾਂ ਦੇ ਵਿੱਚ ਬਰਾਮਦ ਕਰ ਲਈ ਹੈ। ਸੰਧਾਲੀਆ ਸਾਹਿਬ ਬਹੁਤ ਚੰਗੀ ਗੱਲ ਹੈ, ਵਧਾਈਆਂ ਭਾਈ, ਤੁਸੀਂ ਫੜ ਲਈ ਹੈ ਹੈਰੋਇਨ। ਪਰ ਕਿਹਨੇ ਮੰਗਵਾਈ ਹੈ, ਕਿਹਨੂੰ ਸਪਲਾਈ ਕਰਨੀ ਸੀ? ਕਿਉਂਕਿ ਪਹਿਲੀ ਵਾਰੀ ਤਾਂ ਮੰਗਵਾਈ ਨਹੀਂ ਹੋਣੀ। ਪਹਿਲੀ ਵਾਰੀ ਤਾਂ ਬੰਦਾ ਪਾਈਆ ਖੰਡ ਮੰਗਾਊਗਾ ਨਾ ਸੰਧਾਲੀਆ ਸਾਹਿਬ, 73 ਕਿਲੋ ਥੋੜੀ ਮੰਗਾਊਗਾ। ਹੁਣ ਜਿਹਨੇ 73 ਕਿਲੋ ਮੰਗਵਾਈ ਆ, ਘੱਟੋ ਘੱਟ 73 ਜਣਿਆਂ ਨੂੰ ਸਪਲਾਈ ਕਰੂਗਾ। ਉਹ 73 ਕਿਹੜੇ ਨੇ? ਉਹਨਾਂ ਨੇ ਮੁੜ ਕੇ ਕਿਹੜੇ 400 ਨੂੰ ਪਰਚੂਨ ਦੇ ਵਿੱਚ ਸਪਲਾਈ ਕਰਨੀ ਸੀ? ਉਹ ਸਾਰਾ ਕਿਤੇ ਕੰਮ ਕਰ ਨਿਕਲ ਕੇ ਸਾਹਮਣੇ ਆ ਜਾਵੇ, ਸਰਕਲ ਤਾਂ ਟੁੱਟਦਾ, ਨਹੀਂ ਤਾਂ ਇੱਕ ਘਟਨਾ ਕੰਮ ਜਾਰੀ ਰਹੂਗਾ। ਬਿਲਕੁਲ ਸਹੀ। ਚਲੋ ਆਸ ਕਰਦੇ ਹਾਂ ਵੀ ਹੁਣ ਜੇ ਇੱਥੋਂ ਤੱਕ ਵੀ, ਕਿਉਂਕਿ ਇਹ ਦੋਵੇਂ ਜਿਹੜੀਆਂ ਰੇਡਾਂ ਨੇ, ਹਾਲਾਂਕਿ ਉਹ ਵੱਖ-ਵੱਖ ਉੱਥੋਂ ਦੀਆਂ ਰਾਜ ਦੀਆਂ ਪੁਲਿਸ ਪਾਰਟੀਜ਼ ਦੇ ਨਾਲ ਮਾਰੀਆਂ ਗਈਆਂ, ਪਹਿਲੀ ਗੁਜਰਾਤ ਦੇ ਨਾਲ, ਦੂਸਰੀ ਮਹਾਰਾਸ਼ਟਰ ਪੁਲਿਸ ਦੇ ਨਾਲ, ਪਰ ਇਨੀਸ਼ੀਏਟਿਵ ਜਿਹੜਾ ਸੀਗਾ ਉਹ ਪੰਜਾਬ ਪੁਲਿਸ ਦਾ ਸੀਗਾ। ਜੇ ਪੰਜਾਬ ਪੁਲਿਸ ਹੁਣ ਇਸ ਕਾਬਲ ਹੋ ਗਈ ਹੈ ਵੀ ਕਿਸੇ ਹੋਰ ਸਟੇਟ ਦੇ ਵਿੱਚ ਪਹੁੰਚਣ ਵਾਲੀ ਸਪਲਾਈ ਜਿਹੜੀ ਉਹਨੂੰ ਟਰੈਕ ਕਰਕੇ ਵੀ ਲੱਭਣ ਤੱਕ ਅਸੀਂ ਚੱਲ ਗਏ, ਤੇ ਆਸ ਕਰਦੇ ਹਾਂ ਵੀ ਚਲੋ ਆਉਣ ਵਾਲੇ ਟਾਈਮ ਦੇ ਵਿੱਚ ਇਹ ਸਾਰਾ ਕੁਝ ਰੁਕੇ। ਤੇ ਇਹ ਵੀ ਨਾਲ ਜ਼ਰੂਰ ਆਪਾਂ ਬੇਨਤੀ ਕਰਾਂਗੇ ਕਿ ਜਿਹੜੀ ਖੇਤੀ ਹੈ ਉਹਨੂੰ ਇਹਦੀ ਸਜ਼ਾ ਨਾ ਮਿਲੇ ਕਿ ਵੀ ਹਾਂਜੀ ਨਸ਼ੇ ਦੀ ਸਪਲਾਈ ਹੁੰਦੀ ਸੀ ਇਸ ਕਰਕੇ ਅਸੀਂ ਵਪਾਰ ਨਹੀਂ ਖੋਲ੍ਹਣਾ। ਨਸ਼ੇ ਦੀ ਸਪਲਾਈ ਨੂੰ ਅਲੱਗ ਤਰ੍ਹਾਂ ਰੋਕਿਆ ਜਾਵੇ, ਵਪਾਰ ਖੁੱਲ੍ਹਣ ਦੇ ਢੰਗ ਤਰੀਕੇ ਜਿਹੜੇ ਆ ਉਹ ਅਲੱਗ ਕੱਢੇ ਜਾਣ। ਤੇ ਗੱਲ ਇਹ ਆ ਵਾਟ ਸਾਹਿਬ ਕਿ ਸੰਧਾਲੀਆ ਸਾਹਿਬ ਮੈਂ ਇੱਕ ਗੱਲ ਕਰਨੀ ਸੀ ਇੱਥੇ। ਕਰ ਲਓ। ਹਾਂਜੀ, ਉਹਦਾ ਕਾਰਨ ਕੀ ਸੀ ਕਿ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਾਡਾ ਅੰਦਰੂਨੀ ਤੰਤਰ ਜਿਹੜਾ ਨਾ ਉਹਦੇ ਤੇ ਵੀ ਥੋੜ੍ਹਾ ਜਿਹਾ ਚੈੱਕ ਰੱਖਣਾ ਪਊਗਾ। ਇੱਕ ਬੂਟਾ ਖਾਨ ਨਾਂ ਦਾ ਬੰਦਾ ਚਰਚਾ ਦੇ ਵਿੱਚ ਆਇਆ ਜਦੋਂ ਗੁਜਰਾਤ ਦੇ ਵਿੱਚ ਉਹ ਹੈਰੋਇਨ ਫੜ ਹੋਈ ਹੈ ਨਾ। ਗੁਜਰਾਤ ਵਾਲੇ ਜਿਹੜੇ ਪੁਲਿਸ ਅਧਿਕਾਰੀ ਆਏ, ਪਹਿਲਾਂ ਤੋਂ ਮਲੇਰਕੋਟਲੇ ਘੁੰਮਦੇ ਰਹੇ ਕਿਉਂਕਿ ਕੱਪੜਾ ਮੰਗਵਾਇਆ ਗਿਆ ਸੀ, ਕੱਪੜੇ ਦੇ ਵਿੱਚ ਲਪੇਟੀ ਹੋਈ ਸੀ 75 ਕਿਲੋ ਹੈਰੋਇਨ, ਕਿ ਭਾਈ ਤੁਹਾਡੀ ਫਰਮ ਦੇ ਨਾਂ ਦੇ ਉੱਤੇ ਕੱਪੜਾ ਆਇਆ। ਠੀਕ ਹੈ ਜੀ, ਉਹਨਾਂ ਤੋਂ ਪੁੱਛਗਿੱਛ ਹੋਈ। ਫਰੀਦਕੋਟ ਜੇਲ੍ਹ ਦਾ ਬੰਦਾ ਬੂਟਾ ਖਾਨ ਫਰੀਦਕੋਟ ਦੀ ਜੇਲ੍ਹ ਦੇ ਵਿੱਚ ਬੰਦ ਹੈ ਤਸਕਰ, ਉਹਦੇ ਤੱਕ ਗੱਲ ਅੱਪੜੀ, ਛਾਪਾ ਛੂਪਾ ਪਿਆ, ਮੋਬਾਈਲ ਬਰਾਮਦ ਹੋ ਗਿਆ, ਸਿਮ ਕਹਿੰਦੇ ਤੋੜ ਭੰਨ ਕੇ ਜਦ ਤੱਕ ਸਿੱਟ ਦਿੱਤੀ ਸੀ। ਹੁਣ ਤੁਸੀਂ ਦੇਖੋ ਕਿ ਇੱਕ ਪੰਜਾਬ ਦੀ ਜੇਲ੍ਹ ਦੇ ਵਿੱਚ ਬੈਠਾ ਬੰਦਾ ਜੇ ਟੈਲੀਫੋਨ ਦੇ ਉੱਤੇ ਇੱਕ ਬੰਦੇ ਨੂੰ ਸੰਪਰਕ ਕਰਦਾ ਕਿ ਭਾਈ ਲਾਇਸੈਂਸ ਹੋਲਡਰ ਜਿਹੜੇ ਫਰਮ ਵਾਲੇ ਆ ਉਹਨਾਂ ਨਾਲ ਸੰਪਰਕ ਕਰ ਦੁਬਈ ਤੋਂ ਕੱਪੜਾ ਮੰਗਵਾਉਣਾ ਹੈ, ਅੰਦਰੋਂ ਹੀ ਜੇਲ੍ਹ ਦੇ ਵਿੱਚੋਂ ਬੈਠਾ ਵਪਾਰ ਕਰਦਾ ਹੈ, ਕਹਿੰਦੇ ਜੀ ਠੀਕ ਆ ਆਰਡਰ ਦੇ ਦਿੰਦੇ ਆ। ਫਿਰ ਦੁਬਈ ਵਾਲੇ ਤਸਕਰ ਨਾਲ ਸੰਪਰਕ ਕਰਦਾ ਕਿ ਭਾਈ 75 ਕਿਲੋ ਹੈਰੋਇਨ ਉਸ ਕੰਟੇਨਰ 'ਚ ਰੱਖਣੀ ਆ। ਉਹ ਕਹਿੰਦੇ ਕੋਈ ਗੱਲ ਨਹੀਂ, ਪੈਸੇ ਭੇਜ ਰਖਾ ਦਿੰਦੇ ਆ। ਜਾਣੀ ਜੇਲ੍ਹ 'ਚ ਬੈਠੇ ਬੰਦੇ ਦਾ ਦੁਬਈ ਦੇ ਤਸਕਰ ਨਾਲ ਵੀ ਸੰਬੰਧ ਹੈ, ਅਫਗਾਨਿਸਤਾਨ ਦੇ ਤਸਕਰ ਨਾਲ ਵੀ ਸੰਬੰਧ ਹੈ, ਗੱਲਾਂ ਬਾਤਾਂ ਵੀ ਹੋਈ ਜਾਂਦੀਆਂ, ਪੰਜਾਬ ਦੇ ਵਪਾਰੀ ਨਾਲ ਵੀ ਸੰਬੰਧ ਹੈ। ਉੱਥੇ ਬੈਠਾ ਹੁਣ 75 ਕਿਲੋ ਹੈਰੋਇਨ ਜਿਹੜੇ ਦੁਬਈ ਦੇ ਬੰਦੇ ਨੇ ਰੱਖੀ ਹੈ, ਚੌਲਾਂ ਵੱਟੇ ਤਾਂ ਰੱਖ ਨਹੀਂ ਦਿੱਤੀ ਹੋਣੀ, ਨੋਟ ਲਏ ਹੋਣੇ ਆ। ਫਿਰ ਪੈਸੇ ਕਿੱਥੋਂ, ਕਿੱਦਾਂ, ਕਿਹਦੇ ਰਾਹੀਂ ਦਵਾਏ ਨੇ, ਉਹ ਵੀ ਬੰਦਾ ਪਤਾ ਲੱਗਣਾ ਚਾਹੀਦਾ। ਜੇ ਹੈਰੋਇਨ ਨਾ ਫੜੀ ਜਾਂਦੀ, ਪੰਜਾਬ ਦੇ ਵਿੱਚ ਬੂਟਾ ਖਾਨ ਨੇ ਕਿਹਦੇ ਕੋਲ ਸਪਲਾਈ ਕਰਾਉਣੀ ਸੀ, ਉਹ ਵੀ ਸਾਰਾ ਕੁਝ ਪਤਾ ਲੱਗਣਾ ਚਾਹੀਦਾ। ਪਰ ਜੇ ਜੇਲ੍ਹਾਂ ਦੇ ਵਿੱਚ ਬੈਠ ਕੇ ਵੀ ਤਸਕਰੀ ਦਾ ਕੰਮ ਦੇਸ਼ ਵਿਦੇਸ਼ ਇੰਟਰਨੈਸ਼ਨਲ ਡਰੱਗ ਰੈਕਟ ਦੇ ਰੂਪ ਦੇ ਵਿੱਚ ਲਗਾਤਾਰ ਚੱਲੀ ਜਾਊਗਾ, ਫਿਰ ਭਾਈ ਸਖਤੀ ਕਿੱਥੇ ਕਰਾਂਗੇ ਆਪਾਂ? ਸਵਾਲ ਤਾਂ ਬਣਦਾ। ਬਿਲਕੁਲ ਬਣਦਾ ਜੀ। ਚਲੋ ਆਸ ਕਰਦੇ ਹਾਂ ਵੀ ਇਹਦੇ ਤੇ ਵੀ ਸਰਕਾਰ ਹੁਣ ਕੰਮ ਕਰੂਗੀ। ਦੂਸਰੇ ਪਾਸੇ ਸਰਕਾਰ ਕਹਿੰਦੀ ਹੈ ਵੀ ਹੁਣ ਅਸੀਂ ਕੰਮ ਕਰਨ ਲੱਗੇ ਆ ਵੀ ਜਿਹੜੇ ਬੜੀ ਦੇਰ ਤੋਂ ਮੁਲਾਜ਼ਮ ਕੱਚੇ ਸੀ, ਠੇਕੇ ਤੇ ਰੱਖੇ ਸੀ, ਤੇ ਜੇ ਆਪਾਂ ਸਰਕਾਰ ਇਸ ਬਣਨ ਤੋਂ ਪਹਿਲਾਂ, ਵੋਟਾਂ ਤੋਂ ਵੀ ਪਹਿਲਾਂ ਦੇਖ ਲਈਏ ਤੇ ਪੰਜਾਬ ਦੀਆਂ ਟਾਹਲੀਆਂ ਤੇ ਕਿੱਕਰਾਂ ਵੀ ਗਵਾਹ ਸੀਗੀਆਂ, ਕਿਉਂਕਿ ਫਲੈਕਸ ਬੋਰਡ ਉਹਨਾਂ ਤੇ ਵੀ ਲੱਗੇ ਸੀ ਵੀ 36,000 ਮੁਲਾਜ਼ਮ ਪੱਕੇ। ਉਹ 36,000 ਮੁਲਾਜ਼ਮ ਪੱਕੇ ਬਸ ਫਲੈਕਸ ਬੋਰਡ ਹੀ ਰਹਿ ਗਏ। ਉਹਨਾਂ ਵਿਚਾਰਿਆਂ ਦੀ ਫਾਈਲ ਦੇ ਉੱਪਰ ਦਸਤਖਤ ਨਹੀਂ ਹੋਏ, ਕਿਉਂਕਿ ਉਹ ਨਾ ਤਾਂ ਰਾਜਪਾਲ ਸਾਹਿਬ ਨੇ ਅੱਗੇ ਤੋਰੀ, ਨਾ ਗਵਰਨਰ ਸਾਹਿਬ ਉਦੋਂ ਕਹਿੰਦੇ ਸੀ ਵੀ ਕਿਸੇ ਪਾਸੇ ਲੱਗੀ। ਘੁੰਮਦੀ ਘੁਮਾਉਂਦੀ ਹੋਣ ਵਾਲੀ ਸਰਕਾਰ ਦੇ ਪੱਲੇ ਪੈ ਗਿਆ ਸਾਰਾ ਕੁਝ। ਇਹਨਾਂ ਵੀ 2 ਮਹੀਨੇ ਤਾਂ ਪਹਿਲਾਂ ਆਖਿਆ ਜੀ ਨਹੀਂ ਕੁਝ ਕਰਦੇ ਆ। ਜਦੋਂ ਉਹਨਾਂ ਵਿਚਾਰਿਆਂ ਨੂੰ ਲੱਗਾ ਵੀ ਨਹੀਂ ਯਾਰ ਸਾਡੀ ਕੋਈ ਸੁਣਵਾਈ ਹੈ ਨਹੀਂ, ਹੁਣ ਧਰਨੇ ਪ੍ਰਦਰਸ਼ਨ ਵਾਲਾ ਕੰਮ ਉਧਰ ਜਾਰੀ ਸੀ,
ਪਰ ਹੁਣ ਵਿੱਤ ਮੰਤਰੀ ਸਾਹਿਬ ਕਹਿੰਦੇ ਤਾਂ ਹੈ ਵੀ ਅਸੀਂ ਕੋਈ ਲਾਉਣ ਲੱਗੇ ਹਾਂ ਜੀ ਸਕੀਮ ਵੀ ਕੋਈ ਇਹੋ ਜਿਹਾ ਰਾਹ ਕੱਢ ਲਿਆ ਜਾਵੇ ਜਿਹਦੇ ਨਾਲ ਇਹ ਨਾ ਹੋਵੇ ਵੀ ਅੱਜ ਅਸੀਂ ਤੁਹਾਨੂੰ ਪੱਕਿਆਂ ਕਰੀਏ, ਸਵੇਰੇ ਕੋਈ ਨਾ ਕੋਈ ਉੱਥੇ ਕੇਸ ਜਾ ਵੜੇ, ਉਹਦੇ 'ਤੇ ਸਟੇ ਹੋ ਜਾਵੇ ਅਤੇ ਨਾ ਤੁਸੀਂ ਮੁੜ ਕੇ ਪੱਕੇ ਹੋ ਅਤੇ ਨਾ ਉੱਧਰੋਂ ਸਟੇ ਟੁੱਟੇ ਅਤੇ ਮੁੜ ਕੇ ਤੁਸੀਂ ਆਖੋ ਯਾਰ ਸਾਨੂੰ ਤੱਕ ਸੂਤਾ ਫਸਾਤਾ। ਉਦੋਂ ਪਹਿਲਾਂ ਸਿਆਸੀ ਤੌਰ 'ਤੇ ਪੱਕੇ ਪੁੱਕੇ ਕਰਨ ਵਾਲਾ ਰੌਲਾ ਸੀਗਾ, ਪਰ ਅਸੀਂ ਸੱਚੀ ਮੁੱਚੀ ਕਰਾਂਗੇ ਜੇ ਕਰ ਦੇਣ ਤਾਂ ਮੈਂ ਨਾ ਚੰਗੀ ਗੱਲ ਹੀ ਹੈ ਜੀ। ਦੇਖੋ ਸੰਧਾਲੀਆ ਸਾਹਿਬ, ਇੱਕ ਤਾਂ ਸਾਨੂੰ ਮੰਨਣਾ ਚਾਹੀਦਾ ਕਿ ਕਈ ਬੰਦਿਆਂ ਨੂੰ 15-15 ਸਾਲ ਹੋ ਗਏ ਭਰਤੀ ਹੋਇਆਂ ਨੂੰ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ 'ਚ। ਆਸ ਇਸ ਨਾਲ ਭਰਤੀ ਹੋਏ ਸੀ ਕਿ ਅੱਜ ਕੱਚਿਆਂ ਭਲਕ ਨੂੰ ਪੱਕੇ ਹੋ ਜਾਣਗੇ। ਉਹਨਾਂ 'ਚੋਂ ਕਿਸੇ ਨੂੰ ਵੀ ਨਹੀਂ ਸੀ ਪਤਾ ਕਿ 15-15 ਸਾਲ ਲੰਘ ਜਾਣਗੇ। ਕਈਆਂ ਦੇ ਵਿਆਹ ਵੀ ਇਸੇ ਆਸ ਦੇ ਉੱਤੇ ਹੋ ਗਿਆ ਕਿ ਕੋਈ ਨਹੀਂ, ਮੁੰਡੇ ਨੇ ਭਲਕ ਪੱਕਾ ਹੋ ਜਾਣਾ, ਪੂਰੀ ਤਨਖਾਹ ਹੋ ਜਾਣੀ। 6-6 ਹਜ਼ਾਰ ਰੁਪਈਏ ਦੇ ਉੱਤੇ ਕੰਮ ਕਰੀ ਜਾਂਦੇ ਆ। ਨਿੱਕੇ ਨਿਆਣੇ ਵਾਲੇ ਨੇ, ਟੱਬਰ ਟੀਰ ਵਾਲੇ ਨੇ, ਸਿਰ ਸੁਰ ਉਹਨਾਂ ਦਾ ਵੀ ਦੁਖਦਾ, ਗੁਰਦੇ 'ਚ ਪੱਥਰੀ ਉਹਨਾਂ ਦੇ ਵਿੱਚੋਂ ਵੀ ਕਈਆਂ ਦੇ ਹੋ ਜਾਂਦੀ ਹੈ। ਭੈਣ ਦਾ ਧੀ ਦਾ ਵਿਆਹ ਉਹਨਾਂ ਨੇ ਵੀ ਕਰਨਾ ਹੈ। ਸਕੂਟਰ ਮੋਟਰਸਾਈਕਲ ਤੇਲ ਉਹਨਾਂ ਦਾ ਵੀ ਖਾਂਦਾ। ਯਾਰ 6-7 10 12 ਹਜ਼ਾਰ ਰੁਪਈਏ ਦੇ ਨਾਲ ਵੀ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਇੰਨੀ ਮਹਿੰਗਾਈ ਵਾਲੇ ਦੌਰ ਦੇ ਵਿੱਚ ਗੁਜ਼ਾਰਾ ਥੋੜ੍ਹੀ ਹੋ ਸਕਦਾ। ਉਹ ਵੀ ਉਸ ਵੇਲੇ ਜਦੋਂ ਸਾਡੇ MLA ਸਾਹਿਬ ਸਿਰ ਜੋੜ ਕੇ ਬਹਿ ਜਾਂਦੇ ਆ ਕਿ ਭਾਈ ਤਨਖਾਹਾਂ ਵਧਾ ਦਿਓ, ਸਰਦਾ ਨਹੀਂ। ਉਹਨਾਂ ਨੂੰ ਪੱਕੇ ਕਰਨਾ ਜ਼ਰੂਰੀ ਹੈ, ਪਰ ਉੱਥੇ ਇੱਕ ਬਹੁਤ ਵੱਡੀ ਦਿੱਕਤ ਕੀ ਆਉਂਦੀ ਹੈ? ਖਿਲਵਾੜ ਦੀ। ਧਰਨੇ ਪ੍ਰਦਰਸ਼ਨ ਕਰਦੇ ਆ, ਇਲੈਕਸ਼ਨ ਲਾਗੇ ਆਉਂਦੀ ਹੈ, ਕੋਈ ਨਾ ਕੋਈ ਮੁੱਖ ਮੰਤਰੀ, ਉਪ ਮੁੱਖ ਮੰਤਰੀ, ਮੰਤਰੀ ਉਹਨਾਂ ਦੇ ਕੋਲੇ ਜਾਂਦਾ, ਲੈ ਕੱਚੇ ਹੋ, ਲਓ ਜੀ ਫੈਸਲਾ ਕਰਤਾ, ਮਾਰਤੀ ਘੁੱਗੀ, ਫੜਾਤਾ ਕਾਗਜ਼, ਫਾਈਲ ਰਾਜਪਾਲ ਸਾਹਿਬ ਕੋਲ। ਅਗਲੇ ਇਤਰਾਜ਼ ਲਾ ਕੇ ਵਾਪਸ ਭੇਜ ਦਿੰਦੇ। ਇੱਧਰਲੇ ਪਾਸੇ ਹੋਰਡਿੰਗ ਲੱਗ ਜਾਂਦੇ ਆ ਵਧਾਈਆਂ ਦੇ। ਅਗਲਾ ਭਾਵੇਂ 2 ਡੱਬੇ ਲੱਡੂਆਂ ਦੇ ਲਿਜਾ ਕੇ ਵੀ ਗੁਆਂਢੀਆਂ ਦੇ ਵੰਡ ਦੇਵੇ ਤਾਂ 150 ਰੁਪਈਆ ਉਹਦਾ ਵੀ ਦੇਣ ਵਾਲਾ ਹੋਵੇ। ਹੁਣ ਐਤਕੀ ਵਾਅਦਾ ਖਿਲਾਫੀ ਨਾ ਹੋਵੇ ਅਸੀਂ ਉਮੀਦ ਕਰਦੇ, ਪਰ ਇੱਕ ਦਿੱਕਤ ਹੈ। ਜਿਹੜੇ ਤਾਂ ਸੰਧਾਲੀਆ ਸਾਹਿਬ ਬੰਦੇ ਭਰਤੀ ਹੋਏ ਨੇ ਡਾਇਰੈਕਟ, ਕਿ ਡਿਪਾਰਟਮੈਂਟ ਨੇ ਕੋਈ ਇਸ਼ਤਿਹਾਰ ਜਾਰੀ ਕੀਤਾ ਕਿ ਭਾਈ ਇੰਨੇ ਬੰਦੇ ਭਰਤੀ ਕਰਨੇ ਆ, +2 BA ਜਾਂ BSc ਬੰਦੇ ਚਾਹੀਦੇ ਆ। ਜਿਹੜੇ ਤੇ ਇਹਦਾ ਪ੍ਰੋਪਰ ਚੈਨਲ ਭਰਤੀ ਹੋਏ ਆ, ਭਾਵੇਂ ਕੱਚੇ ਆ, ਉਹਨਾਂ ਨੂੰ ਪੱਕਿਆਂ ਕਰਨਾ ਭੋਰਾ ਕ ਸੁਖਾਲਾ ਹੈ। ਪਰ ਕਈ ਜਗ੍ਹਾ ਦੇ ਉੱਤੇ ਸਰਕਾਰ ਨੇ ਕਿਹਾ ਸੀ ਕਿ ਭਾਈ ਤੁਸੀਂ ਸਥਾਨਕ ਪੱਧਰ ਦੇ ਉੱਤੇ ਭਰਤੀ ਕਰ ਲਓ, ਇੱਕ ਵੱਖਰੇ ਨਾਂ ਦੇ ਹੇਠ ਇਸ ਫੰਡ ਦੇ ਵਿੱਚੋਂ ਮਾੜੀ ਮੋਟੀ ਤਨਖਾਹ ਦੇਈ ਜਾਓ। ਉਹਦੇ ਵਿੱਚ ਲੋਕਾਂ ਦਾ ਕਸੂਰ ਤਾਂ ਕੋਈ ਨਹੀਂ, ਬਹੁਤ ਸਾਰੇ ਲੋਕ ਫੁੱਲ ਕੁਆਲੀਫਾਈਡ ਨੇ, ਪਰ ਕਿਉਂਕਿ ਉਹ ਸਰਕਾਰੀ ਵਿਭਾਗਾਂ ਦੇ ਮੁਤਾਬਕ ਪ੍ਰੋਪਰ ਚੈਨਲ ਭਰਤੀ ਨਹੀਂ ਹੋਈ, ਉਹਨਾਂ ਨੂੰ ਅਦਾਲਤ ਦੇ ਵਿੱਚ ਝੱਟ ਚੈਲੰਜ ਕਰ ਦਿੱਤਾ ਜਾਂਦਾ ਹੈ। ਕਦੇ ਬੇਰੁਜ਼ਗਾਰ ਕਰ ਦਿੰਦੇ ਨੇ, ਕਦੇ ਉਸੇ ਮਹਿਕਮੇ ਦੇ ਕੱਚੇ ਪੱਕੇ ਹੋਰ ਬੰਦੇ ਚੈਲੰਜ ਕਰ ਦਿੰਦੇ ਆ ਤੇ ਮਾਮਲਾ ਅੱਧ ਵਿਚਾਲੇ ਲਟਕ ਜਾਂਦਾ ਹੈ। ਹੁਣ ਭਗਵੰਤ ਮਾਨ ਸਾਹਿਬ ਨੇ ਵਾਅਦਾ ਤਾਂ ਕਰ ਲਿਆ ਸੀ ਪੰਜਾਬ ਦੇ ਕੱਚੇ ਮੁਲਾਜ਼ਮਾਂ ਦੇ ਨਾਲ ਕਿ ਅਸੀਂ ਕਰਾਂਗੇ ਪੱਕੇ। ਚੰਨੀ ਸਾਹਿਬ ਨੇ ਤਾਂ ਇਕੱਲੇ ਬੋਰਡ ਲਵਾਏ ਆ। ਫਿਰ ਜਦੋਂ ਉਹਨਾਂ ਨੇ ਦੇਖਿਆ ਕਿ ਤਕਨੀਕੀ ਘੁੰਡੀਆਂ ਬਹੁਤ ਆ ਤਾਂ 3 ਕੈਬਨਿਟ ਮੰਤਰੀਆਂ ਦੀ ਇੱਕ ਸਬ ਕਮੇਟੀ ਬਣਾਤੀ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਜੇਲ੍ਹ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਨਾਲ ਤੀਸਰੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤਹੇਰ ਸਾਹਿਬ। ਇਹ ਤਿੰਨਾਂ ਦੀ ਸਬ ਕਮੇਟੀ ਨੂੰ ਜ਼ਿੰਮਾ ਦਿੱਤਾ ਕਿ ਤੁਸੀਂ ਐਸਾ ਇੱਕ ਰਾਹ ਕੱਢੋ ਕਿ ਆਪਾਂ ਸਰਕਾਰੀ ਕਰਮਚਾਰੀ ਦੇ ਵਿਭਾਗ 'ਚ ਜਿਹੜੇ ਕੱਚੇ ਕੰਮ ਕਰਦੇ ਉਹਨਾਂ ਨੂੰ ਪੱਕਿਆਂ ਵੀ ਕਰ ਦਈਏ, ਅਦਾਲਤੀ ਕੇਸਾਂ ਦਾ ਵੀ ਰੌਲਾ ਨਾ ਪਵੇ, ਕਿਸੇ ਹੋਰ ਵਰਗ ਦੀ ਨਾਰਾਜ਼ਗੀ ਵੀ ਨਾ ਹੋਵੇ। ਇਹਨਾਂ ਨੇ 2 ਕਮੇਟੀਆਂ ਕੀਤੀਆਂ। ਹੁਣ ਵਿਭਾਗਾਂ ਤੋਂ ਜਾਣਕਾਰੀ ਸਾਰਿਆਂ ਤੋਂ ਮੰਗੀ ਕਿ ਤੁਸੀਂ ਦੱਸੋ ਤੁਹਾਡੇ ਵਿਭਾਗਾਂ 'ਚ ਕਿੰਨੇ ਕੁ ਕੱਚੇ ਬੰਦੇ ਕੰਮ ਕਰਦੇ ਨੇ ਤੇ ਜਿਹੜੇ ਕੱਚੇ ਬੰਦੇ ਕੰਮ ਕਰਦੇ ਆ ਉਹਨਾਂ ਦੀ ਸਥਿਤੀ ਕੀ ਆ, ਭਰਤੀ ਕਿਵੇਂ ਹੋਈ ਆ, ਜੇ ਆਪਾਂ ਉਹਨਾਂ ਨੂੰ ਪੱਕਿਆਂ ਕਰਨ ਦਾ ਕੋਈ ਪ੍ਰੋਸੀਜਰ ਅਡਾਪਟ ਕਰਦੇ ਆ ਦਿੱਕਤ ਤਾਂ ਨਾ ਆਊ, ਅਦਾਲਤੀ ਚੈਲੰਜ ਦੇ ਵਿੱਚ ਸਾਡਾ ਕੰਮ ਢਹਿ ਢੇਰੀ ਤਾਂ ਨਾ ਹੋ ਜਾਊ, ਰਾਜਪਾਲ ਸਾਹਿਬ ਸਟੈਂਪ ਲਾਉਣ ਲੱਗਿਆਂ ਕੋਈ ਇਤਰਾਜ਼ ਤਾਂ ਨਹੀਂ ਕਰਨਗੇ, ਕਿਸੇ ਕਾਨੂੰਨ ਦੀ ਕੋਈ ਉਲੰਘਣਾ ਤਾਂ ਨਹੀਂ ਹੋਊ। ਹੁਣ ਵਿਭਾਗ ਉਹਨਾਂ ਨੂੰ ਜਾਣਕਾਰੀ ਦੇਣਗੇ। ਹਰਪਾਲ ਸਿੰਘ ਚੀਮਾ ਸਾਹਿਬ ਨੇ ਕਲੀਅਰ ਕਿਹਾ, ਉਹ ਕਹਿੰਦੇ ਜੀ ਇੱਕ ਵੀ ਕੱਚਾ ਮੁਲਾਜ਼ਮ ਅਸੀਂ ਸਰਕਾਰੀ ਵਿਭਾਗਾਂ ਛੱਡਣਾ ਨਹੀਂ, ਸਾਨੂੰ ਥੋੜ੍ਹਾ ਜਿਹਾ ਸਮਾਂ ਦਿਓ ਕਿਉਂਕਿ ਅਸੀਂ ਤਕਨੀਕੀ ਗੁੰਝਲਾਂ ਜਿਹੜੀਆਂ ਉਹ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਹਾਂ। ਮੈਂ ਨਾ ਚਲੋ ਚੰਗੀ ਗੱਲ ਆ, ਜੇ ਕਰ ਲੈਣ ਤੇ ਵਧੀਆ ਗੱਲ ਆ, ਪਰ ਕਾਰਨ ਹੈ ਵੀ ਇਹ ਸਾਰੀਆਂ ਤਕਨੀਕੀ ਗੁੰਝਲਾਂ ਜਾਂ ਜੋ ਵੀ ਇਹ ਕੰਮ ਹੈ, ਇਹ ਕੰਮ ਕਰਨਾ ਤੇ ਹੈ ਅਫਸਰਸ਼ਾਹੀ, ਕਿਉਂਕਿ ਵੱਖ-ਵੱਖ ਮਹਿਕਮੇ ਅਦਾਰਿਆਂ ਦੇ ਵਿੱਚ ਜਿਹੜੇ ਆਲਰੇਡੀ ਮੁਲਾਜ਼ਮ ਸਾਹਿਬਾਨ ਬੈਠੇ ਨੇ ਉਹਨਾਂ ਨੂੰ ਜਦੋਂ ਕੰਮ ਦਿੱਤਾ ਜਾਂਦਾ ਜੀ ਆਹ ਇੱਕ ਕੰਮ ਮਹਿਕਮੇ ਦਾ ਹੈ ਜਿਹਨੂੰ ਕਾਗਜ਼ੀ ਪੱਤਰੀ ਦਰੁਸਤ ਕਰ ਦਿਓ, ਉਹ ਕਿਤੇ ਉੱਦਾਂ ਦਾ ਕੰਮ ਨਾ ਹੋ ਜਾਵੇ ਜਿੱਦਾਂ ਦਾ ਕੰਮ ਕਹਿੰਦੇ ਹੁਣ ਨਵੀਆਂ ਭਰਤੀਆਂ ਰੀਵੀਂ ਰੌਲੇ ਰੱਪੇ ਦੇ ਵਿੱਚ ਫਸ ਗਿਆ। 26,000 ਕੁਛ ਨਵੀਆਂ ਅਸਾਮੀਆਂ ਕੱਢਣ ਦੀ ਗੱਲ ਚੱਲੀ ਸੀ ਤੇ ਸਰਕਾਰ ਦੀ ਬੜੀ ਬੱਲੇ ਬੱਲੇ ਹੋਈ ਸੀ ਉਦੋਂ ਕਿ ਲੈ ਵੀ ਆਉਂਦੇ 26,000 ਪਲੱਸ ਨੌਕਰੀਆਂ ਪੈਂਦੀ ਸੱਟੀ, ਬਈ ਹੋਰ ਦੱਸੋ ਕੀ ਚਾਹੀਦਾ, ਆਹੀ ਆ ਗਿਆ ਬਦਲਾਅ। ਹੁਣ ਖਬਰਾਂ ਛਪਦੀਆਂ ਫਿਰਦੀਆਂ ਵੀ ਕੋਈ 15,000 ਦੇ ਕਰੀਬ ਅਸਾਮੀਆਂ ਅਜੇ ਤੱਕ ਉਹਨਾਂ ਦਾ ਕੋਈ ਨਾਂ ਨਿਸ਼ਾਨ ਹੀ ਨਹੀਂ ਹੈਗਾ। ਜੇ ਕੋਈ ਪੁੱਛਦਾ ਵੀ ਮਹਾਰਾਜ ਉਹ ਪ੍ਰੋਸੀਜਰ ਕੁਛ ਦੱਸਿਆ ਜੀ, ਉਹ ਕਹਿੰਦੇ ਨਹੀਂ ਅਜੇ ਤਾਂ ਮਹਾਰਾਜ ਮਹਿਕਮੇ 'ਚੋਂ ਕਾਗਜ਼ ਪੱਤਰ ਹੀ ਨਹੀਂ ਪੂਰੇ ਹੋਏ, ਸਮਝ ਨਹੀਂ ਲੱਗਦੀ ਵੀ ਕਿਹੜੇ ਪ੍ਰੋਸੀਜਰ ਕੀ, ਨਿਯਮ ਕੀ, ਸਾਰਾ ਸ਼ਰਤਾਂ ਆਪਾਂ ਨੂੰ ਚਾਹੀਦੀਆਂ ਨੇ। ਹੁਣ ਗੱਲ ਇਹ ਆ ਵੀ ਨਵੇਂ ਭਰਤੀ ਕਰਨ ਵਾਲਾ ਨਾਰਾ ਵੀ ਵੱਜ ਗਿਆ, ਪਰ ਨਵੇਂ ਭਰਤੀ ਕਰਨ ਦੇ ਲਈ ਜੋ ਕੁਛ
ਮਹਿਕਮਿਆਂ ਵੱਲੋਂ ਦਿੱਤਾ ਜਾਣਾ ਸੀਗਾ ਉਹ ਵੀ ਜੇ ਮੁਲਾਜ਼ਮਾਂ ਨੇ ਜਾਂ ਅਫਸਰ ਸਾਹਿਬਾਨਾਂ ਨੇ ਨਹੀਂ ਪੂਰਾ ਕਰਕੇ ਦਿੱਤਾ, ਤੇ ਜਿਹੜੇ ਆਲਰੇਡੀ ਉਹਦੇ ਵਿੱਚ ਕੰਮ ਕਰਦੇ ਪਏ ਉਹ 36,000 ਦੀ ਵਾਰੀ ਕਦੋਂ ਆਊਗੀ। ਸੋ ਔਖਾ ਹੀ ਜਾਪਦਾ ਕੰਮ ਮੈਨੂੰ। ਤਾਂ ਜ਼ਿਆਦਾ ਦਿਲ ਛੱਡਣ ਵਾਲੀ ਗੱਲ ਨਹੀਂ, ਪਰ ਇਹ ਉਹਨਾਂ ਵੀ ਜਿਹੜੀਆਂ ਉਹ ਕਹਿ ਲਓ ਕਿ ਵੀ ਬੈਕਲੌਗ ਦੇ ਵਿੱਚ ਫਸੀਆਂ ਫਾਈਲਾਂ ਨੇ। ਹੁਣ ਤੁਸੀਂ ਮੇਰੀ ਇਹ ਗੱਲਬਾਤ ਕਰਦਿਆਂ ਆਪਣੇ ਦਿਮਾਗ ਦੇ ਵਿੱਚ ਕੋਈ ਵੀ ABCD ਮਹਿਕਮੇ ਦਾ ਸਰਕਾਰੀ ਦਫ਼ਤਰ ਲੈ ਆਓ, ਤੁਹਾਡੇ ਸਾਹਮਣੇ ਇੱਕ ਘਸਮੈਲੀ ਜੀ ਸੁਰਮੇ ਰੰਗੀ ਜੀ ਲੋਹੇ ਦੀ ਬਾਰੀ ਆਉਣੀ, ਜਿਹੜੀ ਕਿ ਅੱਧੀ ਖੁੱਲ੍ਹੀ ਹੋਣੀ ਕਿਉਂਕਿ ਅੰਦਰ ਫਾਈਲਾਂ ਤੁੰਨ ਭਰੀਆਂ। ਉਸੇ ਦੇ ਖੱਬੇ ਸੱਜੇ ਪਾਸੇ ਵੀ ਫਾਈਲਾਂ, ਉਹਦੇ ਉੱਤੇ ਵੀ ਫਾਈਲਾਂ, ਅਤੇ ਉਹਦੇ ਬੂਹੇ ਅੱਗੇ ਵੀ ਫਾਈਲਾਂ। ਉਹਨਾਂ ਫਾਈਲਾਂ ਦੇ ਵਿੱਚ ਆ ਕੁਛ ਨਾ ਕੁਛ ਜਿਹੜਾ ਲੁਕਿਆ, ਜਿਹੜਾ ਦਰੁਸਤ ਕਰਕੇ ਉਹ ਕਹਿੰਦੇ ਬਹੁਤ ਛੇਤੀ ਸਾਨੂੰ ਕੱਢ ਕੇ ਦਿਓ। ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਉਹ ਜਾਂ ਤਾਂ ਰੱਬ ਕਰੇ ਫਾਈਲ ਆਪ ਹੀ ਤੁਰ ਕੇ ਆ ਕੇ ਮੈਂ ਹੈਗੀ ਹਾਂ ਜੀ ਮੈਨੂੰ ਕੱਢ ਲਓ ਬਾਹਰ ਬਾਰੀ 'ਚੋਂ। ਹੋ ਸਕਦਾ ਇਹਦਾ ਮਾੜਾ ਸੰਧਾਲੀਆ ਸਾਹਿਬ ਦੇਖੋ, ਇਹ ਤਾਂ ਫਾਈਲ ਦੀ ਹਿੰਮਤ ਦੇ ਉੱਤੇ ਹੀ ਹੈ ਜੀ, ਕਿਉਂਕਿ ਕਈ ਫਾਈਲਾਂ ਤਾਂ ਬਹੁਤ ਸਾਰੀਆਂ ਅਲਮਾਰੀਆਂ ਦੇ ਵਿੱਚ ਘੱਟੇ 'ਚ ਦੱਬੀਆਂ ਪਈਆਂ। ਬਾਕੀ ਪਹਿਲੀ ਗੱਲ ਹੈ ਕਿ ਸਾਡੀ ਪੂਰੀ ਹਮਦਰਦੀ ਉਹਨਾਂ ਨੌਜਵਾਨਾਂ ਦੇ ਨਾਲ ਹੈ ਜਿਹੜੇ ਕੁਆਲੀਫਾਈਡ ਨੇ, ਜਿਹੜੇ ਯੋਗਤਾ ਪ੍ਰਾਪਤ ਨੇ ਅਤੇ ਜਿਨ੍ਹਾਂ ਨੂੰ ਰੁਜ਼ਗਾਰ ਦਾ ਮੌਕਾ ਮਿਲਣਾ ਚਾਹੀਦਾ। ਦੂਸਰੀ ਗੱਲ, ਇਹਨਾਂ ਨੇ ਕਿਹਾ ਸੀ ਕਿ ਅਸੀਂ ਇੰਨੇ ਹਜ਼ਾਰ ਬੰਦਾ ਭਰਤੀ ਕਰਾਂਗੇ, ਅਤੇ ਜਿਹੜਾ ਬੰਦਾ ਬੇਰੁਜ਼ਗਾਰ ਹੁੰਦਾ ਨਾ, ਜਿਹੜਾ ਓਵਰੇਜ ਹੋਣ ਦੇ ਕੰਢੇ 'ਤੇ ਬੈਠਾ ਹੁੰਦਾ, ਜਿਹਨੂੰ ਇਸ ਗੱਲ ਦੀ ਆਸ ਹੁੰਦੀ ਹੈ ਕਿ ਮੈਂ ਕੰਮ ਬੜਾ ਕੀਤਾ, ਮੈਂ ਦਿਲ ਲਾ ਕੇ ਪੜ੍ਹਾਈ ਕੀਤੀ, ਮੈਂ ਮੈਰਿਟ ਦੇ ਵਿੱਚ ਵੀ ਆਇਆ, ਨੌਕਰੀ ਦੇ ਉੱਤੇ ਹੱਕ ਤਾਂ ਮੇਰਾ, ਅਤੇ ਉਹਨੂੰ ਆਸ ਹੁੰਦੀ ਹੈ ਕਿ ਭਾਈ ਇੱਕ ਦਿਨ ਐਸਾ ਆਊਗਾ ਕਿ 25-26 ਹਜ਼ਾਰ ਬੰਦਾ ਭਰਤੀ ਕਰਨ ਦਾ ਕੋਈ ਇਸ਼ਤਿਹਾਰ ਆ ਜੂ। ਪਰ ਸਰਕਾਰ ਪੋਸਟਾਂ ਕੱਢਦੀ ਹੈ 300, 500, 1000, 1200 ਵੱਖ-ਵੱਖ ਵਿਭਾਗਾਂ 'ਚ, ਇੱਕ ਵਾਰੀ ਨਹੀਂ ਕੱਢੀਆਂ ਜਾ ਰਹੀਆਂ, ਅਤੇ ਨਾ ਜੇ ਉਹ ਅੰਕੜੇ ਦੇ ਨੇੜੇ ਤੇੜੇ ਸਰਕਾਰ ਪੁੱਜੀ ਹੈ। ਹੁਣ ਹੋ ਸਕਦਾ ਕਿ ਭਲਕ ਨੂੰ ਭਗਵੰਤ ਮਾਨ ਸਾਹਿਬ ਦੀ ਅਗਵਾਈ ਵਾਲੀ ਸਰਕਾਰ ਕਹੇ ਜੀ ਆ ਦੇਖੋ ਅਸੀਂ ਵੱਖ-ਵੱਖ ਵਿਭਾਗਾਂ ਵਿੱਚ ਇੰਨੇ ਹਜ਼ਾਰ ਭਰਤੀ ਕਰਤੀ, ਕਿਤੇ 300, ਕਿਤੇ 600, ਕਿਤੇ 900। ਹੁਣ ਭਗਵੰਤ ਮਾਨ ਸਾਹਿਬ ਦੇ ਘਰ ਮੂਹਰੇ ਪੰਜਾਬ ਪੁਲਿਸ ਦੀ ਭਰਤੀ ਦੀਆਂ ਜਿਹੜੇ ਰਗੜਾਂ ਖਾਧੇ ਹੋਏ ਨੌਜਵਾਨ ਬੈਠੇ ਨੇ, ਭੁੱਖ ਹੜਤਾਲ 'ਤੇ ਬੈਠੇ ਆ ਕਿ ਭਾਈ ਸਾਡਾ ਕੰਮ ਨਿਬੇੜ ਦਿਓ, ਕਿਤੇ ਨਿਯੁਕਤੀ ਪੱਤਰ ਦੇ ਦਿਓ, ਪੇਪਰ ਲੈ ਲਓ। ਕਈ ਜਗ੍ਹਾ ਦੇ ਉੱਤੇ ਨੌਜਵਾਨ ਕਹਿੰਦੇ ਆ ਜੀ ਆ ਦੇਖੋ ਭਰਤੀ ਕੀਤੀ ਸੀ 3000 ਬੰਦੇ ਦੀ, ਇਹਦੇ ਵਿੱਚੋਂ 3000 ਨਹੀਂ 2200 ਬੰਦਾ ਹੀ ਰੱਖਿਆ ਗਿਆ, ਬਾਕੀ 800 ਹੋਰ ਨਾ ਡਿਪਾਰਟਮੈਂਟਾਂ ਚਲਾ ਗਿਆ। ਇਸ ਕਰਕੇ ਜਿਹੜੇ ਵੇਟਿੰਗ ਲਿਸਟ ਵਾਲੇ ਆ ਉਹਨਾਂ ਨੂੰ ਸੱਦ ਲਓ, ਉਹਨਾਂ ਦਾ ਆਪਣਾ ਮਸਲਾ ਹੈ। ਬੇਰੁਜ਼ਗਾਰ ਕਹਿੰਦੇ ਆ ਜੀ ਜਿੰਨੀ ਛੇਤੀ ਹੋ ਸਕਦਾ ਪੋਸਟਾਂ ਨਵੀਆਂ ਕੱਢੋ, ਅਸੀਂ ਕੰਪੀਟੀਸ਼ਨ ਦੇ ਵਿੱਚ ਆਉਣਾ। ਰੁਜ਼ਗਾਰ ਤਾਂ ਦੇਣਾ ਚਾਹੀਦਾ ਸੰਧਾਲੀਆ ਸਾਹਿਬ, ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਪਰ ਮੈਂ ਕਹਿੰਦਾ ਕਿ ਪੰਜਾਬ ਦੇ ਲੋਕ ਜੜ ਫੁੱਲਣ। ਜੇ ਮੌਜੂਦਾ ਸਰਕਾਰ ਭਰਤੀਆਂ ਨਹੀਂ ਕਰਦੀ, ਤਕਨੀਕੀ ਘੁੰਡੀਆਂ ਦੂਰ ਕਰਨਾ ਇਹਨਾਂ ਦਾ ਕੰਮ ਹੈ। ਜੇ ਮੱਤੇਵਾੜੇ ਦੇ ਕੋਲ, ਕੂਮ ਕਲਾਂ ਦੇ ਕੋਲ ਟੈਕਸਟਾਈਲ ਪਾਰਕ ਲਾਉਣ ਦੇ ਲਈ ਇਸ ਕਾਨੂੰਨ 'ਚ ਤਬਦੀਲੀ ਹੋ ਸਕਦੀ ਹੈ ਪਿਛਲੀ ਸਰਕਾਰ ਦੁਆਰਾ, ਕਿ ਭਾਈ ਪਹਿਲਾਂ ਉੱਥੇ ਕੰਸਟਰਕਸ਼ਨ ਨਹੀਂ ਸੀ ਹੋ ਸਕਦੀ, ਕਹਿੰਦੇ ਕਿਹੜੀ ਗੱਲ ਆ ਕਾਨੂੰਨ ਬਦਲ ਦਿੰਦੇ ਆ, ਐਡੀ ਵੀ ਕਿਹੜੀ ਗੱਲ ਹੈ। ਤਾਂ ਫਿਰ ਹੋਰ ਜਿਹੜੇ ਭਰਤੀ ਦੇ ਵਿੱਚ ਅੜਿੱਕੇ ਆਉਂਦੇ ਉਹ ਵੀ ਕਾਨੂੰਨ ਬਦਲ ਕੇ ਦੂਰ ਕੀਤੇ ਜਾ ਸਕਦੇ ਆ। ਪਰ ਸੰਧਾਲੀਆ ਸਾਹਿਬ ਅੱਗੇ ਕੀ ਹੁੰਦਾ ਸੀ, ਜਿਹੜੇ ਹੁਣ ਅਦਾਲਤਾਂ 'ਚ ਕਿਉਂ ਜਾਂਦੇ ਆ ਕੇਸ, ਅੱਧ ਵਿਚਾਲੇ ਕਿਉਂ ਰੁਕਦੀਆਂ ਭਰਤੀਆਂ, ਕਿਉਂ ਰਾਜਪਾਲ ਸਾਹਿਬ ਸਾਈਨ ਕਰਨ ਤੋਂ ਇਨਕਾਰ ਕਰਦੇ ਆ। ਸਕੂਲ ਦੀ ਉਦਾਹਰਨ ਲੈਂਦੇ ਆ, ਅੱਗੇ ਸਕੂਲ ਹੁੰਦਾ ਸੀ ਅਤੇ ਉਹਦੇ ਵਿੱਚ ਅਧਿਆਪਕ ਹੁੰਦਾ ਸੀ, ਸਾਇੰਸ ਦਾ ਅਧਿਆਪਕ, ਪੰਜਾਬੀ ਦਾ ਅਧਿਆਪਕ, ਹਿੰਦੀ ਦਾ ਅਧਿਆਪਕ, ਗਣਿਤ ਦਾ ਅਧਿਆਪਕ, ਸਮਾਜਿਕ ਸਿੱਖਿਆ ਦਾ ਅਧਿਆਪਕ। ਜਦੋਂ ਆਪਾਂ ਪੜ੍ਹਦੇ ਸੀ ਸਰਕਾਰੀ ਸਕੂਲਾਂ 'ਚ ਅਧਿਆਪਕ ਦਾ ਮਤਲਬ ਅਧਿਆਪਕ ਸੀ, ਪਰ ਉਹ ਬਾਈ ਕਿਹੜੇ ਬੰਦੇ ਦੇ ਮਨ ਦੇ ਵਿੱਚ ਆਈ ਹੋਊਗੀ ਕਿ ਸਿੱਖਿਆ ਇਹਦਾ ਕੀ ਹੈ। ਹੁਣ ਸਾਇੰਸ, ਵਿਗਿਆਨ, ਪੰਜਾਬੀ, ਹਿੰਦੀ, ਅੰਗਰੇਜ਼ੀ ਦਾ ਅਧਿਆਪਕ ਨਹੀਂ ਹੈ, ਹੁਣ ਕੱਚਾ ਅਧਿਆਪਕ ਹੈ, ਹੁਣ ਪੱਕਾ ਅਧਿਆਪਕ ਹੈ, ਹੁਣ ਕੰਟਰੈਕਟ ਵਾਲਾ ਅਧਿਆਪਕ ਹੈ, ਹੁਣ ਸਿੱਖਿਆ ਕਰਮੀ ਹੈ। ਹੁਣ ਤਾਂ ਇੱਦਾਂ ਦੇ ਅਧਿਆਪਕ ਨੇ, ਪੜ੍ਹਾਉਂਦੇ ਉਹ ਪੰਜਾਬੀ ਆ, ਪੜ੍ਹਾਉਂਦੇ ਉਹ ਅੰਗਰੇਜ਼ੀ ਆ, ਪੜ੍ਹਾਉਂਦੇ ਵਿਗਿਆਨ ਤੇ ਗਣਿਤ ਹੀ ਹੈ, ਪਰ ਉਹ ਕੱਚੇ ਜਾਂ ਪੱਕੇ ਅਧਿਆਪਕ ਨੇ। 15 ਸ਼੍ਰੇਣੀਆਂ ਹੋਣਗੀਆਂ ਘੱਟੋ ਘੱਟ ਸਕੂਲਾਂ ਦੇ ਵਿੱਚ ਅਧਿਆਪਕਾਂ ਦੀਆਂ, ਕੋਈ 5000 ਤੇ ਰੱਖ ਲਿਆ, ਕੋਈ 8 ਤੇ ਰੱਖ ਲਿਆ, ਕੋਈ 12 ਤੇ ਰੱਖ ਲਿਆ, ਕੋਈ ਕੱਚਾ, ਕੋਈ ਅਰਧ ਪੱਕਾ, ਕੋਈ ਪੂਰਾ ਪੱਕਾ। ਕਿਉਂ ਬਈ ਟੀਚਰ ਨੂੰ ਟੀਚਰ ਨਹੀਂ ਰਹਿਣ ਦਿੱਤਾ ਤੁਸੀਂ? ਕਿਹੜਾ ਐਸਾ ਲੀਡਰ ਹੋਊਗਾ, ਕਿਹੜਾ ਐਸਾ ਅਫਸਰ ਹੋਊਗਾ ਜਿਹਨੇ ਸਲਾਹ ਦਿੱਤੀ ਹੋਊਗੀ? ਕਿਉਂਕਿ ਅੱਗੇ ਅਧਿਆਪਕਾਂ ਦੀ ਗਿਣਤੀ ਬੜੀ ਹੁੰਦੀ ਸੀ ਸਿੱਖਿਆ ਦੇ ਖੇਤਰ ਦੇ ਵਿੱਚ, ਜੇ ਕੋਈ ਮਾੜਾ ਚੰਗਾ ਫੈਸਲਾ ਕਰਦਾ ਸੀ ਇਕੱਠੇ ਹੋ ਕੇ ਖਲੋਂਦੇ ਸੀ ਖਿਲਾਫ। ਸ਼੍ਰੇਣੀਆਂ 'ਚ ਵੰਡ ਦਿੱਤੇ ਕਿ ਆਪਣੀਆਂ ਤਨਖਾਹਾਂ ਲਈ ਲੜੋ, ਪੈਨਸ਼ਨਾਂ ਲਈ ਲੜੀ ਜਾਓ, ਭੱਤਿਆਂ ਲਈ ਲੜੀ ਜਾਓ, ਕੱਚਿਆਂ ਤੋਂ ਅੱਧੇ ਪੱਕੇ, ਫਿਰ ਅੱਧੇ ਪੱਕਿਆਂ ਤੋਂ ਪੂਰੇ ਪੱਕੇ ਹੋਣ ਲਈ ਲੜੀ ਜਾਓ, ਜਦ ਤੱਕ ਸੇਵਾ ਮੁਕਤੀ ਦੀ ਉਮਰ ਆ ਜੂ। ਇਹ ਪੁਆੜੇ ਤਾਂ ਪਹਿਲੇ ਪਏ ਹੋ ਆ, ਪਰ ਭਾਈ ਕੋਈ ਗੱਲ ਨਹੀਂ, ਤੁਹਾਨੂੰ ਕਿਸੇ ਨੇ ਕਾਰ ਨਹੀਂ ਸੀ ਪਾਇਆ, ਤੁਸੀਂ ਬਾਈ ਚੁਆਇਸ ਇੱਛਾ ਰੱਖ ਕੇ ਸਰਕਾਰ 'ਚ ਆਏ ਹੋ, ਗੁੰਝਲਾਂ ਤੁਹਾਨੂੰ ਕੱਢਣੀਆਂ ਪੈਣਗੀਆਂ। ਨਹੀਂ ਬਿਲਕੁਲ ਠੀਕ ਆ, ਚਲੋ ਆਸ ਕਰਦੇ ਵੀ ਸਾਰੀਆਂ ਗੁੰਝਲਾਂ ਜਿਹੜੀਆਂ ਜੀ ਉਹ ਨਿਕਲ ਜਾਣ। ਪਰ ਦੂਜੇ ਪਾਸੇ ਗੁੰਝਲ ਵਾਹਵਾ ਚਿਰ ਪਹਿਲਾਂ ਦੀ ਪਈ ਏ,
ਉਹ ਕਹਿੰਦੇ ਵੀ ਗੁੰਝਲ ਇਸ ਚੀਜ਼ ਦੀ ਆ ਵੀ ਚੰਡੀਗੜ੍ਹ ਪੰਜਾਬ ਦਾ ਕਿ ਹਰਿਆਣੇ ਦਾ। ਤੁਹਾਨੂੰ ਕੋਈ ਗੱਲ ਨਹੀਂ, ਇਹ ਦੱਸਾਂਗੇ ਜੇ ਟਾਈਮ ਹੈਗਾ। ਫਿਰ ਟਾਈਮ ਆ ਗਿਆ, ਉਹ ਕਹਿੰਦੇ ਵੀ ਚੰਡੀਗੜ੍ਹ ਦੇ ਵਿੱਚ ਜੋ ਕੁਝ ਵੀ ਹੈਗਾ 60-40, ਯਾਨੀ ਕਿ 60% ਪੰਜਾਬ ਦਾ, 40% ਹਰਿਆਣੇ ਦਾ। ਫਿਰ 60-40 ਦੇ ਹਿਸਾਬ ਨਾਲ ਵਿਧਾਨ ਸਭਾ, 60-40 ਦੇ ਹਿਸਾਬ ਨਾਲ ਹੀ ਹਾਈ ਕੋਰਟ ਜਾਂ ਹੋਰ ਵੀ ਜਿਹੜਾ ਅਮਲਾ ਫੈਲਾ ਸਾਰਾ ਕੁਝ ਹੋ ਗਈ। ਪਰ ਜਿਹੜਾ ਪਿਛਲੇ ਦਿਨ ਹੀ ਇਹ ਚੱਕਰ ਚੱਲ ਗਿਆ ਕਿ ਹਰਿਆਣੇ ਨੂੰ ਵੱਖਰੀ ਵਿਧਾਨ ਸਭਾ ਦੇ ਲਈ ਮਹਾਰਾਜ ਆਪਾਂ ਦੇਣੀ ਹੈ ਜਗ੍ਹਾ, ਇਹ ਕੇਂਦਰ ਸਰਕਾਰ ਵਾਲੇ ਪਾਸਿਓਂ ਬਿਆਨ ਆਇਆ, ਖੱਟਰ ਸਾਹਿਬ ਨੇ ਧੰਨਵਾਦ ਕਰਤਾ। ਉਦਣ ਦਾ ਹੀ ਰੌਲਾ ਪਿਆ ਤੇ ਦੋ ਤਰ੍ਹਾਂ ਦਾ ਰੌਲਾ। ਇੱਕ ਤੇ ਵੀ ਹਰਿਆਣਾ ਜਿਹੜਾ ਜੀ ਉਹਨੂੰ ਕਾਹਦੇ ਲਈ ਉੱਥੇ ਜਗ੍ਹਾ ਦਿੱਤੀ ਗਈ, ਦੂਸਰਾ ਜਿਹੜਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰਾਂ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਵੀ ਹਾਂਜੀ ਸਾਨੂੰ ਵੀ ਜਗ੍ਹਾ ਚਾਹੀਦੀ ਹੈ, ਫਿਰ ਉਹਦੇ ਤੇ ਇਤਰਾਜ਼ ਉਜਰ। ਤੇ ਇਹ ਇਤਰਾਜ਼ ਉਜਰ ਕਰਦਿਆਂ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਵਫਦ ਪਹੁੰਚਿਆ ਗਵਰਨਰ ਸਾਹਿਬ ਦੇ ਕੋਲ, ਤੇ ਜਾ ਕੇ ਉਹਨਾਂ ਨੇ ਉੱਥੇ ਚਿੱਠੀ ਪੱਤਰ ਕੀਤਾ। ਉਹ ਕਹਿੰਦੇ ਮਹਾਰਾਜ ਆਹ ਜਿਹੜੀਆਂ ਗੱਲਾਂ ਬਿਲਕੁਲ ਠੀਕ ਨਹੀਂ ਹੈਗੀਆਂ ਤੇ ਨਾ ਅਸੀਂ ਹੋਣ ਦੇਣੀਆਂ ਜੀ। ਆਹ ਮੰਗ ਪੱਤਰ ਸਾਡਾ ਜਿਹੜਾ ਅਸੀਂ ਤੁਹਾਡੇ ਤੱਕ ਪਹੁੰਚਦਾ ਕਰਤਾ ਵੀ ਹਰਿਆਣੇ ਨੂੰ 1 ਇੰਚ ਥਾਂ ਨਹੀਂ ਦੇਣਾ, ਤੁਸੀਂ ਤੇ ਪੂਰੀ ਵਿਧਾਨ ਸਭਾ ਬਣਾਉਣ ਨੂੰ ਥਾਂ ਦੇਈ ਜਾਂਦੇ। ਸੰਧਾਲੀਆ ਸਾਹਿਬ, ਇਹ ਹੁਣ ਬਹੁਤ ਇੰਪੋਰਟੈਂਟ ਜਿਹਾ ਹੋ ਜਾਣਾ। ਸ਼੍ਰੋਮਣੀ ਅਕਾਲੀ ਦਲ ਨੇ ਸਰਗਰਮੀ ਸ਼ੁਰੂ ਕਰਤੀ, ਟਰੈਕਟਰਾਂ ਤੇ ਮਾਰਚ ਕੀਤਾ, ਮੰਗ ਪੱਤਰ ਦਿੱਤੇ ਵੱਖ-ਵੱਖ ਡਿਪਟੀ ਕਮਿਸ਼ਨਰ ਸਾਹਿਬਾਨਾਂ ਨੂੰ, ਤੇ ਮੰਗ ਪੱਤਰ ਦੇ ਵਿੱਚ ਇਹ ਵੀ ਇੱਕ ਮੰਗ ਰੱਖੀ। ਫਿਰ ਸੁਖਬੀਰ ਸਿੰਘ ਬਾਦਲ ਸਾਹਿਬ, ਚੰਦੂ ਮਾਜਰਾ ਸਾਹਿਬ, ਡਾਕਟਰ ਦਲਜੀਤ ਸਿੰਘ ਚੀਮਾ ਸਾਹਿਬ, ਮਹੇਸ਼ਿੰਦਰ ਸਿੰਘ ਗਰੇਵਾਲ ਸਾਹਿਬ ਇਹ ਇੱਕ ਵਫਦ ਦੇ ਰੂਪ ਦੇ ਵਿੱਚ ਰਾਜਪਾਲ ਸਾਹਿਬ ਕੋਲ ਗਏ ਤੇ ਜਾ ਕੇ ਕਹਿੰਦੇ ਜੀ ਜਾਣੀ ਕਿ ਐ ਲਕੀਰ ਖਿੱਚੀ ਕਿ ਤੋਕੇ ਹੀ ਨਹੀਂ ਬਣਦੀ, ਬਣਾਉਣੀਆਂ ਬਣਾਉਣ, ਹਰਿਆਣੇ ਜਾ ਕੇ ਅਸੀਂ ਨਾਲ ਖੜੇ ਹਾਂ, ਉਦਘਾਟਨ ਮੌਕੇ ਦੇ ਉੱਤੇ ਸਮਾਗਮ ਕਰਨ, ਸਾਨੂੰ ਸੱਦਣ, ਆਵਾਂਗੇ, ਚੱਲ ਕੇ ਆਵਾਂਗੇ, ਭਾਵੇਂ ਕਿੰਨਾ ਵੀ ਜ਼ਰੂਰੀ ਸਾਨੂੰ ਕੰਮ ਕਿਉਂ ਨਾ ਹੋਵੇ, ਪਰ ਜ਼ਮੀਨ ਨਹੀਂ ਦੇਣੀ। ਠੀਕ ਹੈ, ਸੰਧਾਲੀਆ ਸਾਹਿਬ, ਅਕਾਲੀ ਦਲ ਨੇ ਸਟੈਂਡ ਲੈ ਲਿਆ। ਆਮ ਆਦਮੀ ਪਾਰਟੀ ਵਾਲੇ ਵੀ ਕਹਿੰਦੇ ਅਸੀਂ ਸੰਘਰਸ਼ ਕਰਾਂਗੇ, ਕਾਂਗਰਸ ਪਾਰਟੀ ਵਾਲੇ ਕਹਿੰਦੇ ਹੋ ਹੀ ਨਹੀਂ ਸਕਦਾ, ਲੈ ਕਿੱਦਾਂ ਜਾਵੇ, ਸਾਡੇ ਪੰਜਾਬ ਦੀ ਜ਼ਮੀਨ ਹੈ। ਬਹੁਤ ਵਧੀਆ, ਸਾਰੇ ਜਾਣੇ ਤੁਸੀਂ ਠੀਕ ਤਰੀਕੇ ਦੇ ਨਾਲ ਅੱਗੇ ਵੱਧ ਰਹੇ ਹੋਵੋਗੇ, ਅਸੀਂ ਉਮੀਦ ਕਰਦੇ ਹਾਂ। ਪਰ ਸੰਧਾਲੀਆ ਸਾਹਿਬ, ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਵਸਾ ਤਾਂ ਲਿਆ, ਸਾਨੂੰ ਮਿਲਿਆ ਵੀ ਨਹੀਂ। ਪਰ ਸਿਆਸੀ ਪਾਰਟੀਆਂ ਦਾ ਸਟੈਂਡ ਜਦੋਂ ਸੱਤਾ 'ਚ ਹੁੰਦਾ ਤੇ ਕੰਮ ਦੂਜੇ ਪਾਸੇ ਚਲੇ ਜਾਂਦਾ। ਮੈਂ ਕਹਿੰਦਾ ਸੰਧਾਲੀਆ ਸਾਹਿਬ ਕਿ 3 ਮਹੀਨੇ ਕਿਤੇ ਰੁਕਿਆ ਜਾਂਦਾ, ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ 3 ਮਹੀਨੇ ਰੁਕਦੇ, ਕਿਤੇ ਹੁਣ ਇਕੱਠੇ ਹੋ ਜਾਂਦੇ ਹਰਿਆਣੇ ਵਾਲਿਆਂ ਨਾਲ, ਕਿਤੇ ਇੱਕ ਮੀਟਿੰਗ ਤਾਂ ਕਰੋ ਕਿ ਭਾਈ ਤੁਹਾਡੇ ਵੀ ਚਿੱਟੀ ਮੱਖੀ ਹੈਗੀ ਹੈ, ਸਾਡੇ ਵੀ ਚਿੱਟੀ ਮੱਖੀ ਹੈ। ਅੱਛਾ, ਤੁਹਾਡਾ ਕਿਸਾਨ ਵੀ ਸੁਸਾਈਡ ਕਰਦਾ ਯਾਰ, ਸਾਡਾ ਵੀ ਕਰੀ ਜਾਂਦਾ। ਜਿਹੜੇ ਗੁਜਰਾਤ ਤੋਂ ਵੀ ਪੰਜਾਬ 'ਚ ਆਏ ਨੇ ਨਰਮੇ ਦੇ, ਨਰਮਾ ਇਕੱਲਾ ਪੰਜਾਬ 'ਚ ਨਹੀਂ ਬੀਜਿਆ ਜਾਂਦਾ, ਮਾੜਾ ਮੋਟਾ ਕਿਤੇ ਇੱਕ ਅੱਧਾ ਟਾਣ ਹਰਿਆਣੇ ਵਾਲੇ ਵੀ ਲਾਉਂਦੇ ਹੋਣੇ ਆ। ਉਹ ਗੁਜਰਾਤ ਵਾਲਾ ਵੀ ਹਰਿਆਣੇ 'ਚ ਵੀ ਤਾਂ ਮੈਨੂੰ ਲੱਗਦਾ ਜਾਂਦਾ ਹੋਊਗਾ ਕਿ ਹਰਿਆਣੇ ਵਾਲੇ ਆਪਣਾ ਬਣਾਉਂਦੇ ਆ। ਜੇ ਹਰਿਆਣੇ ਵਾਲੇ ਆਪਣਾ ਬਣਾਉਂਦੇ ਹੁੰਦੇ, ਪੰਜਾਬ ਵਾਲੇ ਨੇ ਹਰਿਆਣੇ ਤੋਂ ਖਰੀਦਣਾ ਸੀ। ਤੁਸੀਂ ਦੇਖੋ ਸੰਧਾਲੀਆ ਸਾਹਿਬ, ਅਕਾਲੀ ਦਲ ਨੇ ਸਟੈਂਡ ਲਿਆ, ਚੰਗਾ ਕੀਤਾ ਤੁਸੀਂ ਸਟੈਂਡ ਲਿਆ, ਪਰ ਇਸ ਮੁੱਦੇ ਤੇ ਪੰਜਾਬ ਤੇ ਹਰਿਆਣਾ ਦੋਨਾਂ ਸੂਬਿਆਂ ਦੀ ਲੀਡਰਸ਼ਿਪ ਨੂੰ ਸੋਚਣ ਦੀ ਲੋੜ ਹੈ। ਭੁਪਿੰਦਰ ਸਿੰਘ ਹੁੱਡਾ ਉਹ ਪਿਛਲੇ ਦਿਨ ਹੀ ਕਹਿੰਦੇ ਲੈ ਲਓ ਚੰਡੀਗੜ੍ਹ, ਇੰਨੇ 1000 ਕਰੋੜ ਰੁਪਈਆ ਦੇ ਦਿਓ, ਪੰਜਾਬੀ ਬੋਲਦੇ ਇਲਾਕੇ ਦੇ ਦਿਓ, ਆਹ ਦੇ ਦਿਓ, ਆਹ ਦੇ ਦਿਓ, ਕਿੰਨੇ ਮੰਗ ਲਿਆ ਉਹਨਾਂ ਨੇ। ਵਾਹ ਹੁੱਡਾ ਸਾਹਿਬ, ਕਮਾਲ ਕਰਦੇ ਹੋ, ਬੰਦੇ ਤੁਹਾਡੇ ਇੱਕ ਇੱਕ ਕਰਕੇ ਪਾਰਟੀ ਦੇ ਭੁਰਨ ਤੁਹਾਡੀ ਛਤਰੀ ਤੋਂ ਉੜੀ ਜਾਂਦੇ ਆ, ਤੇ ਤੁਹਾਨੂੰ ਉਹ ਇਲਾਕੇ ਸਾਰੇ ਚਾਹੀਦੇ ਆ, ਬਾਕੀ ਸਾਰਾ ਹਰਿਆਣਾ ਠੀਕ ਹੈ। ਜਿੱਦਾਂ ਅਸੀਂ ਪੰਜਾਬ ਵਾਲਿਆਂ ਨੂੰ ਪੁੱਛਦੇ ਨਾ ਕਿ ਤੁਹਾਨੂੰ ਚੰਡੀਗੜ੍ਹ ਚਾਹੀਦਾ, ਬਾਕੀ ਸਾਰਾ ਪੰਜਾਬ ਵਧੀਆ ਕਰਤਾ, ਚੰਡੀਗੜ੍ਹ ਵਰਗਾ ਬਣਾਤੇ ਸਾਰੇ ਰੋਜ਼ ਗਾਰਡਨ, ਕਰ ਦਿੱਤਾ ਟ੍ਰੈਫਿਕ ਸਿਸਟਮ ਉੱਦਾਂ ਦਾ, ਪਿੰਡ ਕੱਲੇ ਕੱਲੇ ਪਾਰਕ ਹੋਣਾ, ਸਰਕਾਰਾਂ ਤੁਹਾਡੀਆਂ ਸਾਰਿਆਂ ਦੀਆਂ ਰਹੀਆਂ, ਕੱਲੇ ਕੱਲੇ ਪਿੰਡ 'ਚ ਜਿੰਮ ਹੋਣਾ, ਐਨ ਵਧੀਆ ਤਰੀਕੇ ਨਾਲ ਕੰਮ ਚੱਲਦਾ ਹੋਣਾ। ਇੱਦਾਂ ਹਰਿਆਣੇ 'ਚ ਵੀ ਵਧੀਆ ਚੱਲਦਾ ਹੋਣਾ। ਜਿੰਨੇ ਗੈਂਗਸਟਰ ਫੜੇ ਜਾਂਦੇ ਆ ਪੰਜਾਬ ਦੇ ਵਿੱਚ, ਘਟਨਾਵਾਂ ਹੁੰਦੀਆਂ 70% ਹਰਿਆਣੇ ਦੇ ਹੁੰਦੇ ਆ। ਕੋਈ ਮਾੜਾ ਮੋਟਾ ਉੱਧਰਲੇ ਪਾਸੇ ਨੂੰ ਦੇ ਲਓ। ਹਾਂ, ਚੰਡੀਗੜ੍ਹ ਲਈ ਜਿੰਨਾ ਲੜ ਸਕਦੇ ਹੋ ਲੜੋ, ਕੋਈ ਗੱਲ ਨਹੀਂ, ਕੋਈ ਰੋਕਦਾ ਥੋੜ੍ਹੀ ਆ, ਕਿਹੜਾ ਪਹਿਲੇ ਦਿਨ ਲੜਨਾ ਹੀ। ਉਧਰ ਚਿੱਟੀ ਮੱਖੀ ਨਰਮਾ ਖਾਈ ਜਾਂਦੀ ਹੈ ਤੇ ਉਧਰਲੇ ਪਾਸੇ ਕੰਮ ਹੋਰ ਪਾਸੇ ਨੂੰ ਚਲੀ ਜਾਂਦਾ। ਥੋੜਾ ਜਿਹਾ ਬਚ ਬਚਾ ਕੇ ਚੱਲਣਾ ਚਾਹੀਦਾ। ਨਰੋਲ ਰਾਜਨੀਤੀ ਪਾਰਟੀਆਂ ਇਸ ਮੁੱਦੇ ਤੇ ਨਾ ਕਰਨ ਤਾਂ ਚੰਗਾ। ਨਹੀਂ ਤੇ ਰਾਜਨੀਤੀ ਪਾਰਟੀਆਂ ਹੋਰ ਦੱਸੋ ਵੀ ਕੇਲਿਆਂ ਦੀ ਰੇਹੜੀ ਲਾ ਲੈਣ। ਤੁਸੀਂ ਵੀ WhatsApp ਕਈ ਵਾਰ ਇਦਾਂ ਦੀ ਗੱਲ ਕਰਦੇ, ਅਗਲਿਆਂ ਦਾ ਜਿਹੜਾ ਕੰਮ ਅਗਲਿਆਂ ਤੇ ਉਹੀ ਕਰਨਾ ਨਾ। ਦੇਖੋ ਉਹ ਤੇ ਕੰਮ ਆਹ ਦਾ ਉਹ ਕਹਿੰਦੇ ਹਨ ਵੀ ਭਲਾ ਹੋਇਆ ਵੀਰ ਮੇਰੇ, ਉਹ ਦੁਬਾਰਾ ਕੋਈ ਮੁੱਦਾ ਉੱਠਿਆ, ਕੋਈ 4 ਦਿਨ ਬਿਆਨ ਦੇਵਾਂਗੇ। ਮੰਨ ਲਓ ਅੱਜ ਚੰਡੀਗੜ੍ਹ ਦਾ ਮੁੱਦਾ ਹੱਲ ਹੋ ਜੇ ਤੇ ਕੀ ਕਰਨਗੇ ਸਵੇਰੇ ਅਸੀਂ? ਕੀ ਮਤਲਬ ਸਾਡੇ ਦੇ ਲੀਡਰਾਂ ਦਾ ਮਤਲਬ ਮਰਨ ਹੋ ਜਾਣਾ, ਅਸੀਂ ਕੀ ਬਿਆਨ ਦਿਆਂਗੇ? ਦੱਸੋ, ਕਮਾਲ ਕਰ ਦਿੰਦੇ। ਆਹ ਦੇ ਵਧੀਆ ਉਹ ਕਹਿੰਦਾ ਵੀ ਯਾਰ ਇੱਕ ਮਿੰਟ ਤੂੰ ਚਾਹ ਬਣਾ, ਮੈਂ 2 ਮਿੰਟ 'ਚ ਆਇਆ ਪ੍ਰੈਸ ਕਾਨਫਰੰਸ ਕਰਕੇ। ਇੱਦਾਂ ਨਹੀਂ ਜਾਣ ਦਿਆਂਗੇ ਚੰਡੀਗੜ੍ਹ ਕਿੱਦਾਂ ਲੈ ਜਾਊਗਾ ਕੋਈ, ਸਾਡੇ ਕੋਲ ਬਣ ਗਈ ਆ, ਮਿੱਠਾ ਘੱਟ ਰੱਖੀ। ਇੱਦਾਂ ਕਿੱਦਾਂ ਅਸੀਂ ਉੱਥੇ ਦੇ ਦਾਂਗੇ, ਮਰਲਾ ਥਾਂ ਨਹੀਂ ਦੇਣਾ। ਚਲੋ ਜੀ ਹੋ ਗਿਆ ਭਾਜੀ, ਚੰਗਾ ਚਲੋ ਸੋਹਣਾ ਜਿਹਾ ਕਰਕੇ ਬਿਆਨ ਮੇਰਾ ਫਿੱਟ ਕਰ ਦਿਓ, ਮੁੜ ਕੇ ਬੰਦਾ ਘਰੋਂ ਕਰੀ। ਉੱਥੇ ਕਿਤੇ ਨਾ ਡਾਂਗੋ ਡਾਂਗੀ ਥੋੜ੍ਹਾ ਹੋਣਾ ਚੰਡੀਗੜ੍ਹ ਲਈ। ਮੈਂ ਤਾਂ ਸਿਰਫ ਇਹ ਬੇਨਤੀ ਕਰਦਾ, ਇਹ ਰੇੜਕੇ ਐਸੇ ਆ ਜਿਹੜੇ ਕਿ ਅੱਗੇ ਤੋਂ ਅੱਗੇ ਚੱਲੀ ਜਾਂਦੇ। ਹੁਣ ਇੱਕ ਚੀਜ਼ ਨੋਟ ਕਰਨ ਵਾਲੀ ਆ, ਪੰਜਾਬ ਦੇ ਵਿਚਲੀ ਸਰਕਾਰ
ਤੇ ਹਰਿਆਣੇ ਵਿਚਲੀ ਸਰਕਾਰ, ਇਹ ਦੋਵੇਂ ਸਰਕਾਰਾਂ ਉਹਨਾਂ ਦੋ ਪਾਰਟੀਆਂ ਦੀਆਂ ਨੇ ਜਿਹੜੀਆਂ ਪਾਰਟੀਆਂ ਨਵੀਆਂ ਨੇ ਇੱਕ ਤਰ੍ਹਾਂ ਨਾਲ। ਇਹ ਚੰਡੀਗੜ੍ਹ ਵਾਲਾ ਮਸਲਾ ਇਹਨਾਂ ਦੋਵਾਂ ਪਾਰਟੀਆਂ ਤੋਂ ਵੀ ਪਹਿਲਾਂ ਦਾ ਮਸਲਾ ਜਿਉਂ ਦਾ ਤਿਉਂ ਅੱਗੇ ਤੁਰਿਆ ਜਾ ਰਿਹਾ। ਹਾਂ, ਪਾਰਟੀਆਂ ਬਦਲ ਗਈਆਂ, ਇੱਦਾਂ ਕਿਉਂ? ਕਿਤੇ ਇਹ ਤਾਂ ਨਹੀਂ ਗੱਲਬਾਤ ਹੈਗੀ ਵੀ ਅਗਲਾ ਕਹਿੰਦਾ ਵੀ ਉਹ ਪੁਰਾਣਿਆਂ ਕੋਲੋਂ ਸਿੱਖ, ਉਹ ਵੀਰ ਇਹ ਥੋੜ੍ਹਾ ਠੀਕ ਹੈ, ਇਹਨੂੰ ਇਹ ਥੋੜ੍ਹਾ ਜਿਹਾ ਇੱਕ ਹੁੰਦਾ ਵੀ ਮਤਲਬ ਭੱਠੀ, ਇਹ ਥੋੜ੍ਹਾ ਜਿਹਾ ਨਾ ਕੋਸੀ ਜਿਹੀ ਰੱਖਣੀ, ਬਸ ਚਾਰ ਉੱਤੇ ਤੀਲੇ ਸੁੱਟ ਛੱਡਣੇ ਆ, ਮਗਦਾ ਜਿਹਾ ਰਵੇ ਬਸ, ਤੇ ਗਰਮ ਪਾਣੀ ਰੱਖਣਾ, ਨਾ ਉਹਨੂੰ ਬਾਲਣਾ ਨਾ ਠੰਡਾ ਹੋਣ ਦੇਣਾ, ਕੋਸਾ ਜਿਹਾ ਰੱਖਣਾ ਬਸ। ਇੱਦਾਂ ਤਾਂ ਨਹੀਂ ਕੰਮ। ਨਹੀਂ, ਮੈਨੂੰ ਐਂ ਲੱਗਦਾ ਕਈ ਮੁੱਦੇ ਸੰਧਾਲੀਆ ਸਾਹਿਬ ਇਦਾਂ ਦੇ ਆ, ਕਈ ਬੰਦਿਆਂ ਨੇ ਹੁੰਦਾ ਨਾ ਘਰ 'ਚ ਕਾਰ ਲੈ ਆਉਂਦੀ ਨਵੀਂ, ਉਹ ਕਹਿੰਦੇ ਉਹ ਫਿਰ ਉਹ ਦੂਸਰੀ ਕਾਰ ਦੇ ਦਿਓ। ਨਹੀਂ, ਇਹ ਉਦੋਂ ਲੋੜ ਪੈਂਦੀ ਹੈ ਸਾਲ 'ਚ 2 ਦਿਨ, ਫਿਰ ਉਹ ਟੱਬਰ ਵੱਡਾ ਹੀ ਉਦਣ ਫਿਰ ਪਾਪਾ ਜੀ ਨੂੰ ਵੀ ਨਾਲ ਲੈ ਕੇ ਜਾਣਾ ਹੁੰਦਾ ਜੀ, ਉਦਣ ਫਿਰ ਤਾਏ ਨੂੰ ਵੀ ਨਾਲ ਖੜਨਾ ਹੁੰਦਾ, ਉਦਣ ਫਿਰ ਕੱਢੀ ਦੀ ਹੈ। ਜਾਣੀ ਸਾਰਾ ਸਾਲ ਕੋਈ ਕੰਮ ਨਹੀਂ, 2 ਦਿਨ ਚੱਲਣੀ ਹੁੰਦੀ ਆ, ਤੇ ਉਹਦੇ ਲਈ ਘਰ ਡੱਕ ਕੇ ਰੱਖੀ ਦੀ ਆ। ਕਈ ਮੁੱਦੇ ਡੱਕ ਕੇ ਰੱਖੇ ਹੋ ਆ ਸੰਧਾਲੀਆ ਸਾਹਿਬ ਕਿ ਭਾਈ ਕੰਮ ਚੱਲ ਲੈਣ ਤੇ ਉਹ ਸਿੱਧੇ ਤੌਰ ਦੇ ਉੱਤੇ ਕੋਈ ਗੱਲ ਹੀ ਨਹੀਂ। ਹੁਣ ਦੇਖਦੇ ਹਾਂ ਕਹਾਣੀ ਕਿੱਧਰ ਨੂੰ ਜਾਂਦੀ। ਸ਼੍ਰੋਮਣੀ ਅਕਾਲੀ ਦਲ ਨੇ 20 ਤਰੀਕ ਦਾ ਐਲਾਨ ਕਰ ਦਿੱਤਾ ਜੀ, ਕਹਿੰਦੇ ਮਹੀਨਾ ਹੋਏਗਾ ਜੁਲਾਈ, ਜਾਣੀ ਆਹੀ ਤਰੀਕ ਹੋਏਗੀ 20, ਥਾਂ ਹੋਏਗਾ ਜੰਤਰ ਮੰਤਰ, ਬੰਦੀ ਸਿੰਘਾਂ ਦੀ ਕਰਾਉਣੀ ਆ ਰਿਹਾਈ, ਉਹਦੇ ਲਈ ਕਰਾਂਗੇ ਇਕੱਠ। ਪਹਿਲਾਂ ਹੋਵਾਂਗੇ ਗੁਰੂ ਘਰ ਦਿੱਲੀ ਦੇ ਵਿੱਚ ਇਕੱਠੇ, ਉਹਦੇ ਤੋਂ ਬਾਅਦ ਜੰਤਰ ਮੰਤਰ ਵੱਲ ਜਾਵਾਂਗੇ ਕੇਂਦਰ ਸਰਕਾਰ ਦੇ ਖਿਲਾਫ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਕਿ ਭਾਈ ਤੁਹਾਡੀ ਵਜ੍ਹਾ ਦੇ ਕਰਕੇ ਜਿਹੜੇ ਸਿੱਖ ਜੇਲ੍ਹਾਂ ਦੇ ਵਿੱਚ ਬੰਦ ਨੇ ਤੇ ਪੂਰੀਆਂ ਕਰ ਚੁੱਕੇ ਆ ਸਜ਼ਾਵਾਂ, ਉਹ ਬਾਹਰ ਨਹੀਂ ਆ ਰਹੇ। ਹੁਣ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ, ਕਿਉਂਕਿ ਜਿਹੜੀ ਚਿੱਠੀ ਜਾਰੀ ਹੋਈ ਹੈ ਅਕਾਲੀ ਦਲ ਵੱਲੋਂ, ਉਹਦੇ ਵਿੱਚ ਕਿਹਾ ਗਿਆ ਲੀਡਰਸ਼ਿਪ ਨੂੰ, ਅਹੁਦੇਦਾਰਾਂ ਨੂੰ ਕਿ ਭਾਈ ਪੁੱਜੋ ਹੁਮ ਹਮਾ ਕੇ ਆਪਾਂ ਵੱਡਾ ਇਕੱਠ ਕਰਨਾ ਹੈ। ਚਲੋ ਕਰਨਾ ਵੀ ਚਾਹੀਦਾ। ਉਹਨਾਂ ਨੇ ਕਿਹਾ ਸੀ ਕਿ ਸਾਡੇ ਇਲੈਕਸ਼ਨ ਮੁੱਦਾ ਨਹੀਂ ਹੈ, ਅਸੀਂ ਇੱਥੇ ਲੜਾਈ ਲੜਾਂਗੇ। ਜੇ ਉਹ ਲੜਾਈ ਲੜਦੇ ਆ ਉਸ ਤੋਂ ਬਾਅਦ ਕਾਮਯਾਬੀ ਮਿਲਦੀ ਹੈ ਤੇ ਚੰਗੀ ਗੱਲ ਆ। ਦੂਜੀ ਗੱਲ ਮੈਂ ਵੈਸੇ ਸੋਚਦਾ, ਤੁਸੀਂ ਕਹਿਣਾ ਵੀ ਚੰਡੀਗੜ੍ਹ ਵਰਗਾ ਪੰਜਾਬ 'ਚ ਕੁਛ ਕਰਨਾ, ਹੁਣ ਪਤਾ ਨਹੀਂ ਚਰਚਾ ਜੀ ਚੱਲਦੀ ਆ ਵੀ ਜਿੱਦਾਂ ਚੰਡੀਗੜ੍ਹ ਅੱਜ ਕੱਲ੍ਹ ਕਹਿੰਦੇ ਨਾ ਵੀ ਆਨਲਾਈਨ ਕੈਮਰੇ ਨਾਲ ਵੇਖ ਕੇ ਚਲਾਨ ਕੱਟਿਆ ਜਾਂਦਾ, ਇੱਦਾਂ ਕਹਿੰਦੇ ਹੁਣ ਲੁਧਿਆਣੇ ਦੇ ਵਿੱਚ ਵੀ ਟ੍ਰੈਫਿਕ ਵਾਲੇ ਚਲਾਨ ਕੱਟੇ ਜਾਇਆ ਕਰਨੇ ਆ, ਆਨਲਾਈਨ ਹੀ ਕਹਿੰਦੇ ਵੇਖ ਲਿਆ ਕਰਨਾ ਤੇ ਨਾਲ ਹੀ ਚਲਾਨ ਕੱਟਿਆ ਜਾਇਆ ਕਰਨਾ। ਮੈਂ ਕੁਦਰਤੀ ਸੋਚਦਾ ਇਹ ਵੀ ਚੰਡੀਗੜ੍ਹ ਤੇ ਚਲੋ ਠੀਕ ਆ ਵੀ ਵਿਰਲੀ ਵਾਂਝੀ ਜੀ ਕਾਰ ਚੱਲ ਗਈ, ਜੇ ਗਈ ਵੀ ਤੇ ਉਹ ਵੀ ਆਪਣੀ ਆਪਣੀ ਲਾਈਨ 'ਚ ਗਈ। ਤੇ ਲੁਧਿਆਣੇ 'ਚ ਮੰਨ ਲਓ ਵੀ ਉੱਧਰੋਂ ਫੋਟੋ ਖਿੱਚਣ ਲੱਗੇ, ਨਾਲ ਹੀ ਇੱਧਰੋਂ ਰਿਕਸ਼ਾ ਅੱਗੇ ਆ ਜਾਇਆ ਕਰਨਾ, ਉੱਧਰੋਂ ਕੋਈ ਰੇਹੜੀ ਆ ਜਾਇਆ ਕਰਨੀ ਤੇ ਜਾਂ ਆਟੋ ਆ ਜਾਇਆ ਕਰਨਾ, ਫਿਰ ਚਲਾਨ ਕੱਟਣਗੇ ਕਿਹੜੀ ਚੀਜ਼ ਦਾ? ਯਾਰ ਚਿੱਟੀ ਜੀ ਕਾਰ ਫਿਰਦੀ ਸੀ ਇੱਥੇ, ਉਹਨੇ ਕਹਿੰਦਾ ਫੋਟੋ ਨਹੀਂ ਖਿੱਚੀ, ਕਹਿੰਦਾ ਖਿੱਚੀ ਯਾਰ, ਉਹਨੇ ਜਿਹਨੂੰ ਪਤਾ ਨਹੀਂ ਆ ਸਾਹਮਣੇ ਆਟੋ ਜਾਂ ਕਿੱਧਰੋਂ ਆ ਗਏ, ਨੰਬਰ ਪਲੇਟ ਨਹੀਂ ਸਕੈਨ ਹੋਈ ਉਹਦੀ। ਆਹੋ, ਨਹੀਂ ਕਿਤੇ ਨਾ ਕਿਤੇ ਔਖਾ ਹੋ ਜਾਣਾ ਸੰਧਾਲੀਆ। ਮੈਨੂੰ ਲੱਗਦਾ ਕਿ ਕਿਤੇ ਆ ਬੁੱਢੇ ਨਾਲੇ ਦੇ ਲਾਗੇ ਨਾ ਇੱਕ ਅੱਧਾ ਕੈਮਰਾ ਲੱਗ ਜਾਵੇ, ਕਿਉਂਕਿ ਉੱਥੇ ਬੁੱਢੇ ਨਾਲੇ ਦੀਆਂ ਫੋਟੋ ਖਿੱਚ ਕੇ ਮਸ਼ੀਨ ਜੀ ਨੇ ਕਮਲੀ ਹੋ ਜਾਣਾ ਕਿ ਭਾਈ ਇੱਥੇ ਖਲਾਰਾ ਬਹੁਤ ਹੀ। ਤੇ ਜੇ ਚਲੋ ਕਿਸੇ ਤਰ੍ਹਾਂ ਦਾ ਸਿਸਟਮ ਜਿਹੜਾ ਕ੍ਰੀਏਟ ਕਰ ਲੈਣ, ਅਸੀਂ ਇਹ ਨਹੀਂ ਕਹਿੰਦੇ, ਮੈਂ ਤਾਂ ਕਹਿੰਦਾ ਚੰਗਾ ਮਾੜੇ ਮੋਟੇ ਸਕੂਨਰ ਲੱਗਣ, ਆ ਜਿਹੜੀਆਂ ਜਾਲੀ ਨੰਬਰ ਪਲੇਟਾਂ ਲਾ ਕੇ ਤੁਰੇ ਫਿਰਦੇ ਹੁੰਦੇ ਆ, ਮੁੜ ਕੇ ਪੰਜਾਬ ਦੇ ਵਿੱਚ ਹਥਿਆਰ ਲੈ ਕੇ ਤਾਂ ਕਿਸੇ ਨਾ ਕਿਸੇ ਦਾ ਕਤਲ ਕਰਕੇ ਉਹ ਜਾਂਦੇ ਆ। ਸ਼ਾਇਦ ਉਧਰਲੇ ਪਾਸੇ ਵੀ ਥੋੜੀ ਜਿਹੀ ਨੱਥ ਪਵੇ। ਸੰਧਾਲੀਆ ਸਾਹਿਬ ਲੁਧਿਆਣੇ ਦੀ ਗੱਲ ਕਰ ਲਈਏ, ਸਿਵਲ ਹਸਪਤਾਲ ਦੀ, ਰਾਤ ਦਾ ਟਾਈਮ ਇੱਕ ਨੌਜਵਾਨ ਥੋੜੀ ਜਿਹੀ ਸੱਟ ਲੱਗੀ ਆ ਤੇ 2 ਹੋਰ ਨੌਜਵਾਨਾਂ ਦੇ ਨਾਲ ਆਉਂਦਾ ਐਮਰਜੈਂਸੀ ਦੇ ਵਿੱਚ ਕਿ ਭਾਈ ਪੱਟੀ ਪੁੱਟੀ ਕਰਾ ਆਈਏ। ਉਹ ਜੇ ਆ ਕੇ ਬਹਿੰਦੇ ਬੁੰਦੇ ਆ ਕਿ ਮਗਰ 7-8 ਮੁੰਡੇ ਹੋਰ ਆਉਂਦੇ ਆ, ਸ਼ੀਸ਼ੇ ਭੰਨਦੇ ਆ, ਤਲਵਾਰਾਂ ਨਾਲ ਹਮਲਾ ਕਰਦੇ ਆ। ਜਾਣੀ ਕਿ ਲੁਧਿਆਣੇ ਦੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਵਿੱਚ ਮੁੰਡਾ ਵੱਢ ਕੇ ਮਾਰ ਦਿੰਦੇ ਆ। 2 ਵਾਰੀ ਆਉਂਦੇ ਆ, ਸ਼ੀਸ਼ੇ ਭੰਨਦੇ ਆ, ਸਟਾਫ ਡਰ ਜਾਂਦਾ, ਸਟਾਫ ਤੇ ਵੀ ਹਮਲਾ ਕਰਦੇ ਆ। CCTV ਕੈਮਰੇ ਦੇ ਵਿੱਚ ਕੰਮ ਕੈਦ ਹੋ ਗਿਆ। ਪੁਲਿਸ ਚੌਂਕੀ ਵੀ ਆ ਸੁੱਖ ਨਾਲ ਉੱਥੇ, ਪਰ ਹੋ ਸਕਦਾ 1-2 ਬੰਦੇ ਹੀ ਹੋਣ ਉੱਥੇ ਡਿਊਟੀ ਤੇ, ਕੌਣ ਕਿੱਥੇ ਇੱਧਰ ਉੱਧਰ ਵੀ ਗਿਆ ਹੋ ਸਕਦਾ। ਪਰ ਕਿਤੇ ਨਾ ਕਿਤੇ ਸਰਕਾਰ ਨੂੰ ਇੱਧਰਲੇ ਪਾਸੇ, ਕਿਉਂਕਿ ਸਾਰਿਆਂ ਦੇ ਚਿਹਰੇ ਪਹਿਚਾਣ ਹੋ ਗਏ ਆ, ਉਹ ਬੜੇ ਵਧੀਆ CCTV ਕੈਮਰੇ 'ਚ ਕੈਦ ਆ, ਕਿਸੇ ਨੇ ਮੂੰਹ ਮਾਂ ਨਹੀਂ ਬੰਨਿਆ ਆ। 15 ਸਾਲਾਂ ਦਾ ਮੁੰਡਾ ਜਿਹੜਾ ਕਤਲ ਕਰ ਦਿੱਤਾ, ਪਹਿਲਾਂ ਕਹਿੰਦੇ ਬਾਹਰ ਝਗੜਾ ਹੋਇਆ, ਉਹਨਾਂ ਨੂੰ ਡਰ ਹੋਣਾ ਕਿਤੇ ਕਿ ਭਾਈ ਇਹ ਮੁਲਾਜ਼ਮ ਕਰਾ ਲਵੇ ਜਾ ਕੇ, ਜੋ ਵੀ ਉਹ ਕਰਾਉਂਦੇ ਹੁੰਦੇ ਡਾਕਟਰੀ ਜੀ। ਹੁਣ ਸੰਧਾਲੀਆ ਸਾਹਿਬ ਕੀ ਗੱਲ ਹੈ ਬਈ ਕਿ ਹਸਪਤਾਲ ਦੇ ਵਿੱਚ ਵੜ ਕੇ ਸ਼ੀਸ਼ੇ ਭੰਨ ਦੇਣੇ, ਸਟਾਫ ਤੇ ਹਮਲਾ ਕਰਨ ਦੀ ਕੋਸ਼ਿਸ਼ ਕਰ ਦੇਣੀ, ਤੇਜ਼ਧਾਰ ਹਥਿਆਰਾਂ ਦੇ ਨਾਲ ਮੁੰਡਾ ਹੀ ਕਤਲ ਕਰ ਦੇਣਾ। ਇਹ ਕਿਹੜੇ ਬੰਦੇ ਨੇ ਜਿਨ੍ਹਾਂ ਨੂੰ ਡਰ ਭੈ ਕੋਈ ਨਹੀਂ ਬਈ? ਇਹ ਕੀ ਖਾ ਕੇ ਆਉਂਦੇ ਆ? ਐਸਾ ਕਿਹੜੀ ਮੱਤ ਮਾਰੀ ਜਾਂਦੀ ਹੈ ਇਹਨਾਂ ਦੀ? ਡਰ ਭੈ ਕਿਉਂ ਨਹੀਂ ਕੋਈ? ਠੋਕ ਵਜਾ ਕੇ ਸਜ਼ਾਵਾਂ ਮਿਲਣੀਆਂ ਚਾਹੀਦੀਆਂ। ਮਿਸਾਲੀ ਭੜਕ ਨੂੰ ਕੋਈ ਤਲਵਾਰ ਨੂੰ ਹੱਥ ਪਾਉਣ ਨੂੰ ਜਿਹੜਾ ਉਹ ਜਿਗਰਾ ਕਰਨ ਤੋਂ ਪਹਿਲਾਂ 100 ਵਾਰੀ ਸੋਚੇ ਕਿ ਭਾਈ ਟੰਗ ਦਿੰਦੇ ਅਗਲੇ। ਜੇ ਤਾਂ ਹੋ ਜੇ ਤੇ ਚੰਗੀ ਗੱਲ ਆ, ਬਾਕੀ ਉਹ ਘਟਨਾ ਤੇ ਮਾੜੀ ਵਾਪਰੀ। ਕਿਹਾ ਤਾਂ ਵੈਸੇ ਹੀ ਜਾਂਦਾ ਵੀ ਸ਼ਾਇਦ ਕੋਈ ਨਿੱਜੀ ਰੰਜਿਸ਼ ਦੀ ਲੜਾਈ ਸੀਗੀ, ਪਰ ਗੱਲ ਇਹ ਆ ਵੀ ਦੇਖੋ ਜੇ ਝਗੜਾ ਹੋ ਗਿਆ ਹੋਊਗਾ ਤੇ ਆਮ ਤੌਰ ਤੇ ਝਗੜਿਆਂ 'ਚ ਇੱਦਾਂ ਹੀ ਹੁੰਦਾ ਵੀ ਥੋੜੀ ਬਹੁਤ ਸੱਟ ਪੇਟ ਲੱਗੀ, ਇੱਕ ਤੇਰਾ ਹਸਪਤਾਲ ਚੱਲ ਗਈ, ਦੂਜਿਆਂ ਨੂੰ ਉੱਥੇ ਸਿਆਣਿਆਂ ਨੇ ਬਿਠਾ ਕੇ ਮਨਾਮ ਨੂੰ ਲਿਆ, ਚਲੋ ਛੱਡੋ ਨਿੱਕਿਆ ਕੋਈ ਗੱਲ ਨਹੀਂ ਯਾਰ, ਕਿਹੜੀ ਗੱਲ ਹੋ ਗਈ ਆ।
ਪਤਾ ਨਹੀਂ ਜਾਂ ਤੇ ਸਿਆਣਿਆਂ ਨੇ ਵੀ ਉੱਥੇ ਘਰੇ ਮਨਾਇਆ ਕਿ ਨਹੀਂ ਮਨਾਇਆ, ਜਾਂ ਕਿਸੇ ਨੇ ਮਗਰੋਂ ਹੱਲਾਸ਼ੇਰੀ ਦਿੱਤੀ, ਇੱਦਾਂ ਕਿੱਦਾਂ ਤੁਸੀਂ ਛੱਡਤਾ ਜੇ ਉੱਥੇ ਜਾ ਕੇ ਵੱਢ ਕੇ ਆਉਣੇ। ਜੋ ਹੋਇਆ ਚਲੋ ਪੁਲਿਸ ਹੁਣ ਇਹ ਸਾਰੇ ਕੁਛ ਨੂੰ ਲੱਭੂਗੀ, ਪਰ ਹੋਇਆ ਮਾੜਾ ਵਾਰ ਸਾਹਿਬ। ਇੱਦਾਂ ਦੀਆਂ ਘਟਨਾਵਾਂ, ਗੱਲ ਤੁਹਾਡੀ ਠੀਕ ਹੈ, ਜੇ ਇਹੋ ਜਿਹੀਆਂ ਘਟਨਾਵਾਂ ਹੋਣਗੀਆਂ ਤਾਂ ਲੋਕਾਂ 'ਚ ਦਹਿਸ਼ਤ ਵਾਕਈ ਵੱਧਦੀ ਹੈ ਵੀ ਮਹਾਰਾਜ ਚੱਲ ਕੀ ਰਿਹਾ ਇਸ ਵਕਤ। ਜਾਂਦੇ ਜਾਂਦੇ ਕੋਈ ਗੱਲ ਆਪਾਂ ਲਾਲਚੰਦ ਕਟਾਰੂ ਚੱਕ ਹੋਰਾਂ ਦੀ ਕਰ ਲਈਏ, ਕਿਉਂਕਿ ਉਹਨਾਂ ਨੇ ਹੁਣ ਜਿਹੜਾ ਦਾਅਵਾ ਕੀਤਾ ਬੜਾ ਵੱਡਾ, ਉਹ ਕਹਿੰਦੇ ਵੀ ਪੰਜਾਬ ਦੇ ਵਿੱਚ ਲੱਖਾਂ ਬੂਟੇ ਲਾਉਣੇ ਆ। ਸਭ ਤੋਂ ਵੱਡੀ ਗੱਲ ਤੇ ਉਹਨਾਂ ਨੇ ਜਿਹੜਾ ਮੱਤੇੜਾ ਵਾਲਾ ਜੰਗਲ ਆ, ਉਹ ਕਹਿੰਦੇ ਵੀ ਕਿੱਥੇ ਤਾਂ ਉੱਥੇ ਉਹ ਸਾਰਾ ਕੁਝ ਉਜਾੜਨ ਦੀਆਂ ਗੱਲਾਂ ਹੁੰਦੀਆਂ ਸੀ, ਤੁਸੀਂ ਚਿੰਤਾ ਨਾ ਕਰੋ, 2.25 ਲੱਖ ਦੇ ਕਰੀਬ ਤਾਂ ਬੂਟਾ ਸੀ, ਉਹਦੇ 'ਚ ਹੋਰ ਲਾਉਣਾ ਤਾਂ ਜੋ ਜਿਹੜਾ ਉਹ ਜੰਗਲ ਜਿਹੜਾ ਉਹ ਸੰਘਣਾ ਹੋਵੇ। ਸੰਧਾਲੀਆ ਸਾਹਿਬ ਥੋੜਾ ਹੀ ਹੈ ਜੀ ਜੰਗਲ, ਉਹ ਸੱਚੀ ਮੁੱਚੀ ਬਹੁਤ ਥੋੜਾ, ਜਾਣੀ ਕਿ ਬਿਰਲਾ ਬਹੁਤ ਹੈ, ਰੁੱਖ ਵੀ ਬਹੁਤ ਵੱਡੇ ਨਹੀਂ, ਭਾਰੇ ਨਹੀਂ, ਉੱਪਰ ਪੱਤੇ ਵੀ ਬਿਰਲੇ ਆ। ਚੰਗੀ ਗੱਲ ਹੈ ਜੇ 70-80 ਹਜ਼ਾਰ ਬੂਟੇ ਲਾਲਚੰਦ ਕਟਾਰੂ ਚੱਕ ਹੋਰਾਂ ਨੇ ਕਿਹਾ ਕਿ ਅਸੀਂ ਇੱਥੇ ਲਾਉਣੇ ਆ, ਤੇ ਬਹੁਤ ਵਧੀਆ ਉਪਰਾਲਾ ਹੋਊਗਾ ਉਹਨਾਂ ਦਾ। ਤੇ ਦੂਸਰੀ ਗੱਲ ਜਿਹੜੀ ਬਹੁਤ ਇੰਪੋਰਟੈਂਟ, ਉਹ ਕਹਿੰਦੇ ਬੂਟੇ ਇਕੱਲੇ ਲਾਉਣੇ ਨਹੀਂ, ਅਸੀਂ ਸਾਂਭਣੇ ਵੀ ਆ। ਤੀਸਰੀ ਗੱਲ ਜਿਹੜੀ ਲਾਲਚੰਦ ਕਟਾਰੂ ਚੱਕ ਹੋਰਾਂ ਨੇ ਕੀਤੀ, ਉਹ ਕਹਿੰਦੇ ਅਸੀਂ ਰੁੱਖ ਲਾਉਣ ਦੇ ਲਈ, ਬੂਟੇ ਲਾਉਣ ਦੇ ਲਈ ਸਾਰੇ ਪੰਜਾਬ 'ਚ ਥਾਂ ਵੀ ਉਹ ਲੱਭ ਰਹੇ ਆ ਜਿਹੜਾ ਸੁਰੱਖਿਅਤ ਹੋਵੇ, ਜਿੱਥੇ ਬੂਟਾ ਭੰਨੇ ਜਾਣ ਦੇ, ਖਰਾਬ ਹੋਣ ਦੇ, ਉਹਨੂੰ ਪੁੱਟੇ ਜਾਣ ਦੇ ਅਸਾਰ ਘੱਟ ਹੋਣ। ਬਹੁਤ ਚੰਗੀ ਗੱਲ ਹੈ ਕਟਾਰੂ ਚੱਕ ਜੀ, ਭਾਵੇਂ 40,000 ਲਾ ਦਿਓ 80,000 ਦੀ ਜਗ੍ਹਾ, 2 ਲੱਖ ਦੀ ਜਗ੍ਹਾ ਦੇ ਉੱਤੇ 90,000 ਹੀ ਲਾ ਦਿਓ, ਕੋਈ ਗੱਲ ਨਹੀਂ। ਉਹ 90,000 ਤੁਰ ਪਵੇ, ਉਹ 90,000 ਚੰਗੀ ਥਾਂ ਤੇ ਲੱਗੇ, ਉਹ 90,000 ਦੀ ਸਾਂਭ ਹੋ ਜਵੇ, ਮੁੜ ਕੇ ਘਾਹ ਦੇ ਵਿੱਚ ਨਾ ਡੁੱਬਿਆ ਰਹੇ, ਕੋਈ ਮੁੜ ਕੇ ਅੱਡੀ ਮਾਰ ਕੇ ਅਵਾਰਾ ਪਸ਼ੂ ਉਹਨੂੰ ਕੋਈ ਖਾ ਕੇ ਨਾ ਖਤਮ ਕਰ ਜਾਏ। ਤੁਸੀਂ ਥੋੜੇ ਲਾ ਲਿਓ, ਪਰ ਤੁਸੀਂ ਸਾਂਭ ਲਿਓ, ਲੋਕ ਤੁਹਾਡੀ ਬੱਲੇ ਬੱਲੇ ਕਰਾ ਦੇਣਗੇ। ਬਾਕੀ ਸੰਧਾਲੀਆ ਸਾਹਿਬ ਸਮਾਂ ਥੋੜਾ ਹੈ, ਨਹੀਂ ਤਾਂ ਤੁਹਾਡੀ ਇੱਕ ਖਬਰ ਜਿਹੜੀ ਤੁਸੀਂ ਵਿਸ਼ੇਸ਼ ਤੌਰ ਤੇ ਤਕੀਦ ਕੀਤੀ ਸੀ ਕਿ ਬਾਠ ਜੇ ਆਹ ਖਬਰ ਛੱਡੀ ਤਾਂ ਫਿਰ ਮੈਂ ਤੈਨੂੰ ਨਹੀਂ ਛੱਡਣਾ, ਉਹ ਖਬਰ ਅੱਜ ਕੀਤੀ ਨਹੀਂ ਜਾਣੀ। ਭਾ ਕਹਿੰਦਾ ਸੀ ਉਹ ਸੁਸ਼ਮਤਾ ਸੇਨ ਦੀ ਇੱਕ ਖਬਰ ਚੱਲਦੀ ਆ ਕਿ ਭਾਈ ਉਹ ਜ਼ਰੂਰ ਕਰਨੀ ਆ, ਉਹ ਲਲਿਤ ਨਾ ਪਤਾ ਨਹੀਂ ਕੀ। ਦੱਸੋ ਹੱਦ ਹੋ ਗਈ, ਖਬਰ ਮੇਰੇ ਕਹਿਣ ਤੇ ਤੁਸੀਂ ਰੋਕ ਕੇ ਵਿਖਾ ਦਿਓ, ਉਹ ਅਗਲੀ ਮੰਨੀ ਜਾਂਦੀ, ਉਹ ਕਹਿੰਦੀ ਵੀ ਠੀਕ ਆ ਹੋ ਕੇ ਗੱਲ, ਵੀ ਜਦੋਂ ਮੀਆਂ ਬੀਵੀ ਹੈ ਰਾਜੀ ਤੇ ਫਿਰ ਕੀ ਕਰੂਗਾ ਕਾਜੀ। ਉਹਨੇ ਕਿਹਾ ਵਿਆਹ ਵੀ ਵਾਲੀ ਗੱਲ ਕੋਈ ਨਹੀਂ ਹੈਗੀ, ਵੀ ਹਾਂ ਇੰਨਾ ਜ਼ਰੂਰ ਹੈ ਵੀ ਆਹੋ ਵੀ ਮਤਲਬ ਠੀਕ ਹੈ। ਕਿ ਫਿਰ ਹੁਣ ਨਾਲੇ ਫਰਕ ਕਿਤੇ ਕਿੰਨਾ ਦਾ 48 ਕੁ ਸਾਲਾਂ ਦੇ ਲਲਿਤ ਮੋਦੀ ਹੋਰੀ ਆ, ਤੇ ਮੇਰਾ ਖਿਆਲ 44-45 ਦੀ ਉਹ ਬੀਬੀ ਆ, ਕੋਈ ਬਹੁਤਾ ਫਰਕ ਤੇ ਹੈ ਨਹੀਂਗਾ। ਨਹੀਂ ਸੰਧਾਲੀਆ ਸਾਹਿਬ, ਨਾਲੇ ਇਹਦੇ ਤੋਂ ਇਦਾਂ ਹੀ ਆ ਭਾਈ, ਉਹ ਵੱਡੇ ਬੰਦੇ ਨੇ ਤੇ ਵੱਡੇ ਬੰਦਿਆਂ ਦੇ ਵੱਡੇ ਹੀ ਕੰਮ ਆ। ਕੋਈ ਗੱਲ ਨਹੀਂ, ਕਿਸੇ ਦਿਨ ਫਿਰ ਵਿਸਥਾਰ ਦੇ ਵਿੱਚ ਗੱਲ ਕਰਾਂਗੇ ਕਿ ਉਹ 48 ਦਾ ਨਹੀਂ, ਮੈਨੂੰ ਯਾਦ ਆ 58 ਦਾ ਯਾਰ, ਉਹ ਤਾਂ ਸਰ ਨਹੀਂ ਮੈਨੂੰ ਨਹੀਂ ਪਤਾ ਮਹਾਰਾਜ, ਇਹ ਤੁਹਾਨੂੰ ਪਤਾ ਹੋਣਾ ਕਿਉਂਕਿ ਤੁਹਾਡੀ ਖਬਰ ਆ, ਮੈਂ ਪੱਲਾ ਝਾੜ ਗਈ। ਇਹ ਵੀ ਖਬਰ ਮੇਰੀ ਹੈ ਦੱਸੀ ਵੀ ਮੈਂ ਵਿਚੋਲਾ ਬਣਨਾ ਉਹਨਾਂ ਦਾ, ਮੈਂ ਛਾਪ ਪਾਉਣੀ। ਤੁਹਾਡੀ ਮੁੰਦੀ ਪੱਕੀ ਹੋ ਜਾਣੀ ਮੈਨੂੰ ਲੱਗਦਾ। ਉਹਨੇ ਮੇਰੀ ਮੁੰਦੀ ਤੁਸੀਂ ਰਹਿਣ ਹੀ ਦਿਓ, ਮੈਂ ਤਾਂ ਆਪਣਾ ਦਵਾਈ ਦੂਈ ਖਾ ਕੇ ਭਾਈ ਸਾਹਿਬ ਟਾਈਮ ਪਾਸ ਕਰਨ ਡਿਆ। ਬਾਕੀ ਤੁਸੀਂ ਸਮਾਂ ਕੱਢਿਆ, ਐਡੀ ਦੂਰੋਂ ਸਾਡੇ ਨਾਲ ਤਾਰਾਂ ਰਾਹੀਂ ਜੁੜੇ ਹੋ, ਤੁਹਾਡਾ ਬੜਾ ਧੰਨਵਾਦ ਮਹਾਰਾਜ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ। ਲਓ ਜੀ, ਫਿਰ ਇਹਦੇ ਨਾਲ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਰਹਿੰਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।